इस सैशन ਨੂੰ ਅਸੀਂ ਕੋਸ਼ਿਸ਼ ਕਰਨੇ ਆ ਕਿ ਘੰਟੇ ਸਵਾ ਘੰਟੇ ਤੱਕ ਅਸੀਂ ਇਸ ਨੂੰ ਮੁਕਾਈਏ। ਉਹਦੇ ਵਿੱਚ ਅਸੀਂ ਵੰਡ ਟਾਈਮ ਦੀ ਇਹ ਕੀਤੀ ਹੈ ਕਿ ਅਸੀਂ ਸਾਰੇ ਜਿੰਨੇ ਪੈਨਲਿਸਟ ਨੇ ਉਹ ਪਹਿਲੇ 2 ਜਾਂ 3 ਮਿੰਟ ਇੱਕ ਇਸ ਟੌਪਿਕ ਦੇ ਹਵਾਲੇ ਨਾਲ ਉਹਨਾਂ ਦੀ ਜੋ ਇੱਕ ਫਿਕਰ ਹੈ ਜਾਂ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰਨਗੇ ਵਾਰੀ-ਵਾਰੀ। ਫਿਰ ਸਭ ਪੈਨਲਿਸਟਾਂ ਨਾਲ ਮੈਂ ਇੱਕ ਸਵਾਲ ਕਰਾਂਗਾ ਜੋ ਉਹਨਾਂ ਦੀ ਗੱਲ 'ਚੋਂ ਵੀ ਨਿਕਲੇਗਾ ਜਾਂ ਮੇਰੇ ਕੋਲ ਵੀ ਉਹਨਾਂ ਦੇ ਹਵਾਲੇ ਨਾਲ ਗੱਲ ਕਰਨ ਲਈ ਕਾਫੀ ਕੁਝ ਹੈ ਜੋ ਮੈਂ ਸਾਂਝਾ ਕਰ ਲਾਂਗਾ। ਅਤੇ ਫਿਰ ਅਸੀਂ ਪੰਡਾਲ ਦੇ ਵਿੱਚ ਸਭ ਦੋਸਤਾਂ ਨੂੰ ਮੇਰੇ ਖਿਆਲ 20 ਮਿੰਟ ਦਾ ਅਸੀਂ ਕੁਐਸਚਨ ਆਨਸਰ ਦਾ ਇੱਕ ਸੈਸ਼ਨ ਕਰਾਂਗੇ। ਫਿਰ ਕਲੋਜ਼ਿੰਗ 'ਤੇ ਅੱਗੋਂ ਜੋ ਸੈਰੇਮਨੀ ਹੈ ਉਹ ਅਦਾਰੇ ਵੱਲੋਂ ਹੋਏਗੀ। ਬੇਗਾਨਗੀ ਹੈ, ਬੇਸ਼ੱਕ ਇੱਕ ਗਲੋਬਲ ਇੱਕ ਪੂਰੀ ਦੁਨੀਆ 'ਚ ਇੱਕ ਗਲੋਬਲ ਵਿਲੇਜ ਬਣ ਗਈ ਹੈ, ਲੋਕਾਂ ਦੀਆਂ ਜੁੜਤਾਂ ਨੇ, ਲੇਕਿਨ ਇਹ ਜਿਹੜਾ ਫਿਕਰ, ਇਹ ਜਿਹੜਾ ਫਲਸਫਾ ਹੈ ਬਾਬਿਆਂ ਦਾ ਜਿਹੜਾ ਫਿਕਰ ਦਾ ਹੈ, ਉਹ ਧੁਰ ਤੁਹਾਡੇ ਆਪਣੇ ਅੰਦਰ ਦੀ ਸਫਾਈ ਸੁਥਰਾਈ ਜਾਂ ਖੁਦ ਵਿੱਚੋਂ ਖੁਦਾਈ, ਖੁਦ ਆਗਾਈ, ਸੱਚਾਈ ਔਰ ਲੋਕਾਂ ਦੇ ਹੱਕ ਦੀ, ਲੋਕਾਂ ਦੇ ਭਲੇ ਦੀ, ਲੋਕਾਂ ਦੀ ਜਾਗਰਤੀ ਦੀ, ਸਾਂਝਿਆਂ ਰਲ ਕੇ ਸਾਂਝਿਆਂ ਆਪਣੀ ਲੋਕ ਸਾਂਝ ਦੇ ਨਾਲ, ਇੱਕ ਦੂਸਰੇ ਦੀ ਸਾਂਝੀ ਕਬੂਲੀਅਤ ਦੇ ਨਾਲ ਹਰ ਵਿੱਚ ਰੱਬ ਨੂੰ ਵੇਖਣ ਦੀ ਜਿਹੜੀ ਰਵਾਇਤ ਹੈ। ਬਾਬੇ ਬੁੱਲੇ ਸ਼ਾਹ ਦਾ ਇੱਕ ਸ਼ੇਰ ਹੈ ਜਿਹਦੇ ਵਿੱਚ ਉਹ ਮੈਨੂੰ ਮੇਰੇ ਬਾਪੂ ਨੇ ਕਿਹਾ ਸੀ ਕਿ ਮੈਨੂੰ ਸਮਝ ਤੇ ਨਹੀਂ ਆਈ ਰੱਬ ਦੀ, ਪਰ ਬਾਬੇ ਬੁੱਲੇ ਤੇਰੇ ਬੁੱਲੇ ਵਾਲੀ ਕਿਤਾਬ ਦੇ ਵਿੱਚ ਇੱਕ ਹੈਗਾ ਆ ਦੋੜਾ, ਉਦੋਂ ਤੋਂ ਮੈਂ ਉਂਝ ਕਰਕੇ ਮੈਂ ਰੱਬ ਨੂੰ ਮੰਨਦਾ। ਅਤੇ ਮੈਨੂੰ ਪਤਾ ਲੱਗਾ ਕਿ ਮੇਰੇ ਬਾਪੂ ਦੇ ਵੀ ਅਨਕੌਂਸ਼ੀਅਸ 'ਚ ਉਹ ਚੀਜ਼ ਮੌਜੂਦ ਹੈ। ਮੈਂ ਕਿਹਾ ਜੀ ਉਹ ਰੇਲ ਦੇ ਥੱਲੇ ਬੁੱਲੇ ਦੀ ਕਿਤਾਬ ਸੀ ਅਤੇ ਉਹ ਨਿੱਕੀ ਭੈਣ ਲੈ ਕੇ ਆਈ, ਹਾਜੀ ਸਾਹਿਬ ਨੇ ਮੈਨੂੰ ਉਹਦੇ ਉੱਤੇ ਨਾ ਦਾਇਰਾ ਲਾਇਆ ਸੀ ਕਿ ਇਹ ਉਹ ਸ਼ੇਰ ਹੈ ਜਿਹਦੇ ਵਿੱਚੋਂ ਮੈਨੂੰ ਰੱਬ ਦਿਸਦਾ ਹੈ, ਰੱਬ ਦੀ ਪਛਾਣ ਹੁੰਦੀ ਹੈ। ਉਹ ਸ਼ੇਰ ਮੈਂ ਤੁਹਾਨੂੰ ਸੁਣਾਉਣਾ ਤਾਂ ਜੇ ਉਤੋਂ ਸਾਨੂੰ ਉਹ ਸਾਰੀ ਫਿਕਰ ਦਾ ਜਿਹੜਾ ਵਨਨੈਸ ਦਾ ਫਲਸਫਾ ਹੈ, ਜਿਹੜੀ ਵਾਦਤੁਲ ਵਜੂਦ ਦੀ ਜਿਹੜਾ ਇੱਕ ਫਿਕਰ ਹੈ, ਉਹਦੀ ਸਮਝ ਆਉਂਦੀ ਹੈ। ਬੁੱਲੇ ਸ਼ਾਹ ਕੁਦਰਤ ਦੇ ਨਾਲ, ਰੱਬ ਨਾਲ, ਉਸ ਸੋਰਸ ਨਾਲ, ਉਸ ਐਨਰਜੀ ਨਾਲ ਮੁਖਾਤਬ ਨੇ। ਕਹਿੰਦੇ ਨੇ ਅਰਬਾ ਅਨਾਸਰ ਮਹਿਲ ਬਣਾਇਓ। ਇਹ ਮਹਿਲ ਜਿਹੜਾ ਵਜੂਦ ਹੈ ਸਾਡਾ, ਜਾਂ ਪੂਰੀ ਧਰਤੀ ਹੈ, ਮੈਟਰ ਹੈ। ਅਰਬਾ ਅਨਾਸਰ ਮਹਿਲ ਬਣਾਇਓ ਤੇ ਵਿੱਚ ਵੜ ਬੈਠੋ ਆਪੇ। ਅਰਬਾ ਅਨਾਸਰ ਮਹਿਲ ਬਣਾਇਓ ਵਿੱਚ ਵੜ ਬੈਠੋ ਆਪੇ। ਆਪੇ ਕੁੜੀਆਂ ਆਪੇ ਨੀਂਗਰ ਜਵਾਨ ਮੁੰਡਾ। ਅਰਬਾ ਅਨਾਸਰ ਮਹਿਲ ਬਣਾਇਓ ਵਿੱਚ ਵੜ ਬੈਠੋ ਆਪੇ। ਆਪੇ ਕੁੜੀਆਂ ਆਪੇ ਨੀਂਗਰ ਆਪੇ ਬਣਿਆ ਮਾਪੇ। ਆਪੇ ਮਰੇ ਤੇ ਆਪੇ ਜੀਵੇ ਆਪੇ ਕਰੇ ਸਿਆਪੇ। ਬੁੱਲੇ ਸ਼ਾਹ ਜੋ ਕੁਦਰਤ ਰੱਬ ਦੀ ਆਪੇ ਆਪ ਸੰਜਾਪੇ। ਸੋ ਬਾਬਾ ਜੀ ਕਹਿੰਦੇ ਨੇ ਕਿ ਆਪਣੀ ਸੁਝਾਣ, ਆਪਣੀ ਪਛਾਣ, ਖੁਦ ਦੇ ਵਿੱਚ ਖੁਦਾ ਦੀ ਪਛਾਣ। ਜ਼ਿੰਦਗੀ, ਰੱਬ ਜ਼ਿੰਦਗੀ ਤੋਂ ਵੱਖਰਾ ਨਹੀਂ ਹੈਗਾ, ਹੋਵਣ ਤੋਂ ਵੱਖਰਾ ਨਹੀਂ ਹੈ। ਜ਼ਿੰਦਗੀ ਤੋਂ ਵੱਡਾ ਕਿਹੜਾ ਰੱਬ ਹੋਣਾ। ਸੋ ਜਿਹੜਾ ਹੋਵਣ ਹੈ, ਕੁੱਲ ਹੋਵਣ ਦੇ ਨਾਲ, ਕੁੱਲ ਹਸਤੀ ਨਾਲ ਜੋੜ ਕੇ ਵੇਖਦੇ ਨੇ, ਔਰ ਕੁੱਲ ਹਸਤੀ ਨਾਲ ਪਿਆਰ, ਸਭ ਦੀ ਸਾਂਭ ਸੰਭਾਲ ਔਰ ਖੈਰ ਲਈ ਸਾਨੂੰ ਲਿਆਂਦਾ ਗਿਆ ਇਸ ਧਰਤੀ 'ਤੇ। ਕੁਦਰਤ ਆਪਣਾ ਆਪ ਉਸਨੇ ਜਾਰੀ ਕਰ ਦਿੱਤਾ ਹੈ ਕੁੱਲ ਜੀਆ ਜੂਣ ਦੇ ਰੂਪ ਦੇ ਵਿੱਚ। ਇਹ ਸਾਡੀ ਫਿਕਰ ਹੈ ਇੱਕ। ਫਿਰ ਉਹ ਲੋਕਾਂ ਦੀ ਗੱਲ ਕਰਦੇ ਨੇ, ਪਰ ਇਸ ਵੇਲੇ, ਇਸ ਮਾਰੂ ਵੇਲੇ ਦੇ ਵਿੱਚ ਸਾਡੀ ਕੀ ਹਾਲਤ ਹੈ, ਕਿਸ ਤਰ੍ਹਾਂ ਅਸੀਂ ਕੂੜ ਨਾਲ, ਕ੍ਰੋਧ ਨਾਲ, ਲੋਭ ਨਾਲ, ਤਮਾ ਨਾਲ, ਹਿਰਸ ਨਾਲ, ਹਵਸ ਨਾਲ, ਵੈਰ ਅਸੀਂ ਵਿੱਢੇ ਹੋਏ ਨੇ। ਮੁਲਕਾਂ ਨਾਲ, ਕੌਮਾਂ, ਨਸਲਾਂ, ਕਬੀਲਿਆਂ ਦੇ ਨਾਲ ਸਾਡੀ ਨਫ਼ਰਤ ਹੈ। ਬੰਦਾ ਬੰਦੇ ਤੋਂ ਦੂਰ ਹੋ ਗਿਆ। ਸੋ ਇਸੇ ਬੰਦਾ ਆਪਣੇ ਤੋਂ ਵੀ ਦੂਰ, ਆਪਣੇ ਨਾਲ ਦਿਆਂ ਤੋਂ ਵੀ ਦੂਰ, ਬੁੱਕਲ ਦੇ ਵਿੱਚ ਚੋਰ ਲਈ ਫਿਰਨੇ ਅਸੀਂ, ਜੋ ਬੁੱਲੇ ਸ਼ਾਹ ਨੇ ਕਿਹਾ। ਸੋ ਇਹ ਜਿਹੜਾ ਫਲਸਫਾ ਹੈ, ਜਿਹਦਾ ਕਦੀ ਪੂਰੇ ਪੰਜਾਬ ਦੇ ਵਿੱਚ, ਅਸੀਂ ਅਗਰ ਪੰਜਾਬ ਦੀ ਹੀ ਗੱਲ ਕਰੀਏ, ਕਿਉਂਕਿ ਅੱਜ ਦਾ ਟੌਪਿਕ ਵੀ ਪੰਜਾਬੀ ਕਲਾਸਿਕੀ ਸ਼ਾਇਰੀ ਦੀ ਪੂਰੀ ਫਿਕਰ ਦੇ ਨਾਲ ਅੱਜ ਦੀ ਜੁੜਤ ਦਾ ਮਾਮਲਾ ਹੈ ਕਿ ਇੱਕ ਪਿੰਡ 'ਚ ਢੋਲ ਵੱਜਦਾ ਹੈ, ਇੱਕ ਪਿੰਡ ਦੇ ਵਿੱਚ ਫਕੀਰਾਂ ਦੀਆਂ ਢੇਰੀਆਂ ਨੇ ਪੂਰੇ ਪੰਜਾਬ ਦੇ ਅੰਦਰ,
ਔਰ ਉਹਦੇ ਵਿੱਚ ਸਾਂਝ ਦੇ ਮੁਹੱਬਤ ਦੇ ਮੇਲੇ ਲੱਗਦੇ ਨੇ, ਸੁਰ ਸੰਗੀਤ ਦੇ ਮੇਲੇ ਲੱਗਦੇ ਰਹੇ ਨੇ, ਪਰ ਹੁਣ ਹੌਲੀ ਹੌਲੀ ਉਹ ਮੁੱਕਦੇ ਜਾਂਦੇ ਨੇ, ਘਟਦੇ ਜਾਂਦੇ ਨੇ। ਹੁਣ ਵਹਿਸ਼ਤ ਆ ਗਈ ਹੈ, ਦਹਿਸ਼ਤ ਆ ਗਈ ਹੈ, ਨਫ਼ਰਤ ਆ ਗਈ। ਇਸ ਵੇਲੇ ਦੇ ਵਿੱਚ ਇਹਨਾਂ ਬਾਬਿਆਂ ਦੀ ਫਿਕਰ ਦੀ ਕਿੰਨੀ ਲੋੜ ਹੈ, ਉਹਦੀ ਕੀ ਜੁੜਤ ਬਣਦੀ ਹੈ, ਉਹ ਤੰਦ ਜਿਹੜੀ ਹੈ ਉਹ ਅੱਜ ਦੇ ਸਾਡੇ ਪੈਨਲਿਸਟ ਜਿਹੜੇ ਨੇ ਉਹ ਜੋੜਨ ਦੀ ਕੋਸ਼ਿਸ਼ ਕਰਨਗੇ। ਖੁਰਾਸਾਨੀ ਤਸੱਵੁਫ ਹੈ, ਇਹ ਅਰਬ ਤਸੱਵੁਫ ਨਹੀਂ। ਕੁਝ ਲੋਕ ਉਹਨੂੰ ਕਨਫਿਊਜ਼ ਕਰ ਦਿੰਦੇ ਨੇ ਉਸ ਤਸੱਵੁਫ ਨਾਲ ਜਿਹੜਾ ਅਰਬ ਦੇ ਵਿੱਚ ਜਾਂ ਬਗਦਾਦ ਦੇ ਵਿੱਚ ਸੀ। ਇਹ ਸਾਡਾ ਜਿਹੜਾ ਤਸੱਵੁਫ ਹੈ ਉਹ ਤਸੱਵੁਫ ਹੈ ਜਿਹੜਾ ਮਨਸੂਰ ਦਾ ਅਨਲ ਹੱਕ ਹੈ ਜਾਂ ਬਾਯਜ਼ੀਦ ਬਸਤਾਮੀ ਦਾ ਜਿਹੜਾ ਸੁਬਹਾਨੀ ਮਾਸ਼ਾਨੀ, ਔਰ ਇਹਨਾਂ ਦੇ ਉੱਤੇ ਫਿਰ ਮਦਰਸਿਆਂ ਦੇ ਵਿੱਚੋਂ ਕੁਫਰ ਦੇ ਫਤਵੇ ਲੱਗੇ, ਕਿਉਂਕਿ ਇਹ ਇਨਸਾਨਾਂ ਨੂੰ ਵੰਡਣ ਦੇ ਖਿਲਾਫ ਸਨ। ਇਹ ਕਹਿੰਦੇ ਸਨ ਕਿ ਇਨਸਾਨੀਅਤ ਜਿਹੜੀ ਹੈ ਔਰ ਜਿਹੜੀ ਕੁਦਰਤ ਹੈ ਔਰ ਜਿਹੜਾ ਰੱਬ ਹੈ ਔਰ ਉਹ ਸਾਰਿਆਂ ਨੂੰ ਇੱਕ ਵਹਦਤ ਵਿੱਚ ਜੋੜਦੇ ਸਨ। ਔਰ ਜਿਹੜੇ ਸਾਡੇ ਅਸੀਂ ਜਿਹੜੀ ਪੰਜਾਬ ਦੀ ਗੱਲ ਕਰੀਏ, ਜੇ ਪੰਜਾਬ ਦੇ ਸੂਫੀਆਂ ਦੀ ਗੱਲ ਕਰੀਏ, ਤੇ ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਆਸ਼ਿਕ ਹੋਇਓ ਰੱਬ ਦਾ ਹੋਈ ਮਲਾਮਤ ਲਾਖ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਜਾਂ ਗੱਲ ਸਮਝ ਲਈ ਤੇ ਰੌਲਾ ਕੀ, ਇਹ ਰਾਮ ਰਹੀਮ ਤੇ ਮੌਲਾ ਕੀ। ਵੇਖੋ ਗੱਲ ਅੱਜ ਦੇ ਨਾਲ ਜਿਹੜੀ ਜੋੜਨ ਦੀ ਹੋ ਰਹੀ ਹੈ। ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਜਿਹੜੇ ਆ ਸੂਫੀ ਫਕੀਰ, ਕਿਉਂਕਿ ਜਿਹੜਾ ਪੰਜਾਬ ਹੀ ਤਸੱਵੁਫ ਹੈ ਉਹਨੂੰ ਅਸੀਂ ਫਕੀਰ ਹੀ ਆਉਂਦੇ ਹਾਂ। ਫਕੀਰੀ ਜੋਗ ਦੇ ਵਿੱਚੋਂ ਨਿਕਲਿਆ, ਔਰ ਵਹਦਤੁਲ ਵਜੂਦ ਵੀ ਜੋਗ ਦੇ ਵਿੱਚ ਅਦਵੈਤ ਦੇ ਨਾਂ 'ਤੇ ਪਹਿਲਾਂ ਤੋਂ ਇੱਕ ਮੌਜੂਦ ਫਲਸਫਾ ਹੈ। ਤੇ ਉਹ ਸਮਝਦੇ ਨੇ ਕਿ ਇਹ ਜਿਹੜੇ ਗੰਦੇ ਮੰਦੇ ਫਕੀਰ, ਪਤਾ ਨਹੀਂ ਹੈ ਤਸੱਵੁਫ, ਉਹਨਾਂ ਨੂੰ ਥੋੜ੍ਹੇ ਅਲਰਜਿਕ ਜਿਹੇ ਹੋ ਜਾਂਦੇ ਨੇ ਕਿ ਪਤਾ ਨਹੀਂ। ਹਾਲਾਂਕਿ ਜਿਹੜੀ ਤਹਿਜ਼ੀਬ ਜਿਹਨੂੰ ਅੱਜ ਅਸੀਂ ਕਹਿ ਰਹੇ ਹਾਂ, ਜਿਹਨੂੰ ਕਲਚਰ ਅਸੀਂ ਕਹਿ ਰਹੇ ਹਾਂ, ਜਦੋਂ ਅਸੀਂ ਇੱਕ ਕੇਕ ਖਾਂਦੇ ਹਾਂ, ਜਦੋਂ ਅਸੀਂ ਸੋਫੇ 'ਤੇ ਬੈਠਦੇ ਹਾਂ, ਜਾਂ ਜਦੋਂ ਅਸੀਂ ਕੌਫੀ ਪੀਂਦੇ ਹਾਂ, ਅਸੀਂ ਕਦੀ ਵੀ ਨਹੀਂ ਸੋਚਦੇ ਕਿ ਇਹ ਸਾਰਾ ਸਾਨੂੰ ਫਕੀਰਾਂ ਨੇ ਦਿੱਤਾ। ਮਿੱਠੀ ਰੋਟੀ ਪਕਾ ਕੇ ਫਕੀਰਾਂ ਦੇ ਵਿੱਚ ਆਪਣਾ ਲੰਗਰ ਜਾਂ ਭੰਡਾਰਾ ਦੇਣ ਦਾ ਇੱਕ ਕਨਸੈਪਟ ਹੁੰਦਾ ਸੀ। ਤੁਸੀਂ ਸੁਣਿਆ ਹੋਏਗਾ ਨਾਮ ਬਖਤਿਆਰ ਕਾਕੀ ਦਾ। ਉਹ ਇੱਕ ਰੋਟੀ ਪਕਾਉਂਦੇ ਸਨ ਮਿੱਠੀ, ਜਿਹਨੂੰ ਪੰਜਾਬ ਦੇ ਵਿੱਚ ਮਿੱਠਾ ਰੋਟ ਕਿਹਾ ਜਾਂਦਾ ਸੀ, ਜੁਮੇਰਾਤ ਨੂੰ ਵੰਡਿਆ ਜਾਂਦਾ ਸੀ। ਇਹ ਰੋਟ ਹੀ ਅੱਗੇ ਜਾ ਕੇ ਕੇਕ ਬਣਿਆ ਜਿਹੜਾ ਅੱਜ ਅਸੀਂ ਖਾਂਦੇ ਹਾਂ। ਔਰ ਫਕੀਰ ਜਦੋਂ ਇਬਾਦਤ ਕਰ ਕਰਕੇ ਉਹਨਾਂ ਨੂੰ ਲਾਗਾ ਲੱਗ ਜਾਂਦਾ ਸੀ ਉਹਨਾਂ ਦੇ ਪਿੱਛੇ, ਤੇ ਉਹਨਾਂ ਦੇ ਪਿੱਛੇ ਇੱਕ ਨਰਮ ਕੱਪੜਾ ਰੱਖਿਆ ਜਾਂਦਾ ਸੀ ਜਿਹਨੂੰ ਸੋਫ ਕਿਹਾ ਜਾਂਦਾ ਸੀ। ਉਸੇ ਉੱਤੇ ਹੀ ਸੋਫਾ ਬਣਿਆ ਜਿਹਦੇ ਉੱਤੇ ਤੁਸੀਂ ਬੈਠਦੇ ਹੋ। ਫਕੀਰ ਜਿਹੜੇ ਸਨ ਉਹ ਹਰ ਵੇਲੇ ਰੱਬ ਨੂੰ ਯਾਦ ਕਰਦੇ ਸਨ, ਰੱਬ ਦਾ ਜ਼ਿਕਰ ਕਰਦੇ ਸਨ। ਜਦੋਂ ਐਨਰਜੀ ਲੈਵਲ ਬਹੁਤ ਘਟ ਜਾਂਦਾ ਸੀ ਜੰਗਲਾਂ ਦੇ ਵਿੱਚ, ਤੇ ਉਹਨਾਂ ਨੇ ਇੱਕ ਦਫਾ ਕਿਸੇ ਸ਼ੈ ਦੇ ਪੱਤਰ ਜਾਂ ਬੀਂ ਖਾਧੇ ਤੇ ਉਹਨਾਂ 'ਚ ਇੱਕਦਮ ਐਨਰਜੀ ਆਈ। ਅੱਜ ਤੁਸੀਂ ਜਿਹੜੀ ਕਾਫੀ ਪੀਂਦੇ ਹੋ ਹੈ ਉਹ ਹੀ ਹੈ ਬੇਸਿਕਲੀ ਜਿਹੜੀ ਫਕੀਰਾਂ ਨੇ ਸਾਨੂੰ ਦਿੱਤੀ। ਤੇ ਫਿਰ ਇੱਕ ਹੋਰ ਤਰ੍ਹਾਂ ਤੁਸੀਂ ਵੇਖੋ ਕਿ ਅੱਜ ਸਾਡੇ ਅੰਦਰ ਇੱਕ ਖੌਫ ਹੈ, ਸਾਡੇ ਅੰਦਰ ਲਾਲਚ ਹੈ, ਸਾਡੇ ਅੰਦਰ ਬੇਸਬਰੀ ਹੈ, ਸਾਡੇ ਵਿੱਚ ਸਭ ਤੋਂ ਵੱਧ ਕੇ ਸਾਡੇ 'ਚ ਈਗੋ ਔਰ ਮੈਂ ਹੈ। ਇਹ ਸਭ ਨੂੰ ਜਿਹੜੀਆਂ ਮਾਰਦਾ ਹੈ ਉਹ ਫਕੀਰੀ ਹੈ। ਫਕੀਰੀ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਕਿਸੇ ਕੋਲੋਂ ਡਰਨਾ ਨਹੀਂ। ਫਕੀਰ ਜਿਹੜੇ ਹੁੰਦੇ ਨੇ ਉਹ ਲਾਪਰਵਾਹ ਨਹੀਂ ਹੁੰਦੇ, ਉਹ ਬੇਪਰਵਾਹ ਹੁੰਦੇ ਨੇ। ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਪਰ ਉਹ ਲਾਪਰਵਾਹ ਨਹੀਂ ਹੁੰਦੇ। ਔਰ ਪੰਜਾਬੀ ਖਾਸ ਤੌਰ 'ਤੇ ਮੰਨਦੇ ਹੀ ਉਹਨੂੰ ਨੇ ਜਿਹਦੇ ਵਿੱਚੋਂ ਕੁਝ ਵੇਖਦੇ ਨੇ। ਹਰ ਕਿਸੇ ਨੂੰ ਪੰਜਾਬੀਆਂ ਕਦੀ ਨਹੀਂ ਮੰਨਿਆ, ਜਾਂ ਕਿਸੇ ਵੀ ਧਰਤੀ ਦੇ ਲੋਕਾਂ ਨੇ ਕਦੀ ਉਹਨਾਂ ਫਕੀਰਾਂ ਨੂੰ ਨਹੀਂ ਮੰਨਿਆ ਜਿਹਦੀ ਗੱਲ ਉਹਨਾਂ ਨੂੰ ਸਮਝ ਨਾ ਆਵੇ। ਸਾਡੇ ਇੱਕ ਅਖਾਣ ਸੀ, ਪਾਣੀ ਪੀਵੀਏ ਪੁਣ ਕੇ ਤੇ ਮੁਰਸ਼ਦ ਚੁਣੀਏ ਫੜੀਏ ਚੁਣ ਕੇ। ਮਤਲਬ ਚੁਣ ਕੇ ਮੁਰਸ਼ਦ ਜਿਹੜੇ ਸਨ ਇੱਥੇ ਫੜੇ ਜਾਂਦੇ ਸਨ, ਉਹਨਾਂ ਨੂੰ ਮੰਨਿਆ ਜਾਂਦਾ ਸੀ ਔਰ ਲੋਕੀ ਉਹਨਾਂ ਦੀ ਗੱਲ ਮੰਨਦੇ ਸਨ। ਸਬਰ ਸ਼ੁਕਰ ਦਾ ਉਹਨਾਂ ਨੇ ਦਰਸ ਦਿੱਤਾ। ਉਹਨਾਂ ਨੇ ਸਾਡੇ ਅੰਦਰੋਂ ਖੌਫ ਖਤਮ ਕੀਤਾ। ਸਾਡੇ ਸਾਰੇ ਸੂਫੀ ਸ਼ਾਇਰਾਂ ਨੇ ਸ਼ਾਇਰੀ ਹੀਰ ਬਣ ਕੇ ਕੀਤੀ ਹੈ। ਹੀਰ ਦੇ ਵਿੱਚ ਫਕੀਰੀ ਵੀ ਹੈ ਔਰ ਹੀਰ ਦੇ ਵਿੱਚ ਬਗਾਵਤ ਵੀ ਹੈ। ਕਹੇ ਹੁਸੈਨ ਫਕੀਰ ਨਮਾਣਾ, ਤਖਤ ਨਾ ਮਿਲਦੇ ਮੰਗੇ। ਕੁਝ ਵੀ ਤੁਹਾਨੂੰ ਮੰਗਿਆ ਨਹੀਂ ਲੱਭਦਾ। ਤੁਹਾਨੂੰ ਅੱਗੇ ਵੱਧ ਕੇ ਟੁਰਨਾ ਪਏਗਾ, ਤੁਹਾਨੂੰ ਲੜਨਾ ਪਏਗਾ, ਤੇ ਫਿਰ ਹੀ ਤੁਹਾਨੂੰ ਤੁਹਾਡੇ ਹੱਕ ਮਿਲਦੇ ਨੇ। ਇਹ ਸਾਰੀਆਂ ਗੱਲਾਂ ਅੱਜ ਦੇ ਨਾਲ ਇਨਸਾਨੀਅਤ ਦੇ ਨਾਲ ਜੁੜੀਆਂ ਗੱਲਾਂ। ਸਾਡੇ ਬਹੁਤ ਸਾਰੇ ਮਸਲਿਆਂ ਦਾ ਹੱਲ ਬਹੁਤ ਪਿੱਛੇ ਅਸੀਂ ਨਹੀਂ ਜਾਂਦੇ। ਜਿਹੜੀ ਸਾਡੀ ਸੋਸ਼ਲ ਇੰਜੀਨੀਅਰਿੰਗ ਖਾਸ ਤੌਰ 'ਤੇ ਕਲੋਨੀਅਲ ਟਾਈਮ ਦੇ ਵਿੱਚ ਹੋਈ, ਉਹਦੇ ਵਿੱਚ ਸਾਡੀ ਇੰਨੀ ਕੁ ਫਿਰਕਾਬੰਦੀ, ਜਦ ਮਜ਼ਹਬ ਦੀਆਂ ਅੱਜ ਸ਼ਕਲਾਂ ਜਿਹਦੇ ਉੱਤੇ ਅਸੀਂ ਬਹੁਤ ਲੜਨੇ ਹਾਂ ਇੱਕ ਦੂਜੇ ਦੇ ਨਾਲ, ਇਹ ਸਾਰੀਆਂ ਮਜ਼ਹਬ ਦੀਆਂ ਸ਼ਕਲਾਂ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਣਾਈਆਂ ਗਈਆਂ, ਜਿਹਨੂੰ ਅਸੀਂ ਆਪਣੇ ਫਿਰਕੇ ਔਰ ਆਪਣਾ ਸਮਝ ਕੇ ਇੱਕ ਦੂਜੇ ਦੇ ਗਲ ਵੱਢ ਰਹੇ ਹਾਂ। ਹਾਲਾਂਕਿ ਅੰਗਰੇਜ਼ ਨੇ ਇਹ ਸਾਰੀਆਂ ਸ਼ਕਲਾਂ ਦਿੱਤੀਆਂ। ਫਿਰ ਉਹਨਾਂ ਦੀ ਬੇਸ ਦੇ ਉੱਤੇ ਉਹਨਾਂ ਨੇ ਸਾਡੇ ਕੋਲ ਸਿਆਸਤ ਕਰਵਾਈ।
ਤੇ ਅੱਜ ਸਭ ਤੋਂ ਵੱਡੀ ਲੋੜ ਜਿਸ ਭੁਗਤਾਨ ਨੂੰ ਅੱਜ ਅਸੀਂ ਭੁਗਤ ਰਹੇ ਹਾਂ, ਜਿਸ ਮਸਲੇ ਨੂੰ ਅੱਜ ਭੁਗਤ ਰਹੇ ਹਾਂ, ਜਿਹੜੀ ਕੱਟੜਤਾ ਹੈ, ਜਿਹੜੀ ਅਸੀਂ ਇੱਕ ਦੂਜੇ ਨੂੰ ਮਾਰਨ ਦੇ ਦਰ ਪਏ ਹਾਂ, ਇੱਕ ਦੂਜੇ ਨੂੰ ਕਾਫਰ ਸਮਝਦੇ ਹਾਂ, ਆਪਣੇ ਤੋਂ ਸਿਵਾ ਹਰ ਕਿਸੇ ਨੂੰ ਗਲਤ ਸਮਝਦੇ ਹਾਂ, ਉਹ ਇਹ ਹੀ ਹੈ ਕਿ ਇਹਨਾਂ ਫਕੀਰਾਂ ਵੱਲ ਜਾਈਏ, ਫਕੀਰਾਂ ਦੀ ਬੋਲੀ ਵੱਲ ਜਾਈਏ। ਫਕੀਰ ਜਿਹੜੇ ਸਨ ਧਰਤੀ ਦੀ ਬੋਲੀ ਵਿੱਚ ਗੱਲ ਕਰਦੇ ਸਨ, ਔਰ ਉਹਨਾਂ ਬੋਲੀਆਂ ਨੂੰ ਵੱਲ ਅਗਰ ਅਸੀਂ ਜਾਵਾਂਗੇ ਤਾਂ ਆਪਣੇ ਆਪ ਸਾਡੇ ਵਿੱਚ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦਾ ਜਜ਼ਬਾ ਆਪਣੇ ਆਪ ਹੀ ਆ ਜਾਏਗਾ। ਅਗਰ ਅਸੀਂ ਆਪਣੀ ਮਾਂ ਬੋਲੀ ਬੋਲਾਂਗੇ, ਉਸ ਮਾਂ ਬੋਲੀ ਦੀ ਲਫ਼ਜ਼ਾਲੀ ਦੇ ਨਾਲ ਜਦੋਂ ਜੁੜਾਂਗੇ, ਤਾਂ ਜਿਹੜੇ ਸਾਰੇ ਫਲਸਫੇ ਨੇ ਸਾਡੇ ਬਹੁਤ ਸਾਰੇ, ਇਹ ਸਾਡੀ ਉਸ ਲਫ਼ਜ਼ਾਲੀ ਦਾ ਹਿੱਸਾ ਨੇ। ਫਿਰ ਜਿਹੜੀ ਸਾਡੀ ਮੈਂ ਹੈ, ਜਿਹਦੇ ਤਹਿਤ ਮੈਂ ਕਹਿੰਦਾ ਕਿ ਬਸ ਮੈਂ ਹੀ ਮੈਂ ਵਾਂ, ਇਹਨੂੰ ਮਾਰਦੇ ਨੇ। ਕਦੀ ਆਪਣੇ ਆਪ ਨੂੰ ਕੰਜਰੀ ਬਣ ਕੇ ਸ਼ਾਇਰੀ ਕਰਦੇ ਨੇ, ਕਦੀ ਆਪਣੇ ਆਪ ਨੂੰ ਮੋਚੀ, ਕਦੀ ਤਰਖਾਣ, ਕਦੀ ਕੰਜਰੀ, ਕਦੀ ਉਹ ਆਪਣੇ ਆਪ ਨੂੰ ਮੈਂ ਚੂੜੀਆਂ, ਕੀ ਚੂੜੀ ਕੀ ਜ਼ਾਤ ਚੂੜੀ ਦੀ, ਹਰ ਕੋਈ ਸਾਥੂ ਨਸੇ, ਕਰ ਕਾਰ ਬੇਗਾਰ ਅਰਥੀਆ ਹੋਣਾ ਜਾਂ ਪਰ ਸਾਈਂ ਵਸੇ। ਕਿਆ ਪੜਤੀ ਕਿਆ ਲਾਗ ਚੂੜੀ ਦਾ ਕੁੰਡੀ ਔਰ ਸਰਾਣਾ, ਜੋ ਦਿੱਤਾ ਆਪੇ ਸਾਈਂ ਨੇ ਉਹ ਕਰ ਲੈ ਜਾਣਾ। ਵਾਹ ਵਾਹ ਵਾਹ। ਫਟਾ ਪੁਰਾਣਾ ਭਾਗ ਸਾਡਾ ਭੁੱਖ ਟੁੱਕਰ ਸਜਬੇ, ਫਾਕਾ ਕੜਾਕਾ ਮੰਗਣ ਪਿੰਨਣ ਚਾਲ ਸਾਡੀ ਏ, ਰਛ ਰਛੋੜ ਤੇ ਤੇਲੇ ਕਾਣੇ, ਇਹ ਹੈ ਸਾਡੀ ਕਾਰੂ, ਮੈਂ ਚੂੜੀਆਂ ਸੱਚੇ ਸਾਹਿਬ ਦੇ ਦਰਬਾਰ। ਵਾਹ 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 ਜੀ ਵਾਹ। ਵੇ ਜਿਸ ਵੇਲੇ ਸ਼ਾਹ ਹੁਸੈਨ ਕਹਿੰਦੇ ਨੇ ਕਿ ਮੈਂ ਨਾ ਹੀ ਸਭ ਤੂੰ, ਝਰੂਹੇਟੀ ਨਹੀਂ ਨਾਮਾ ਮੇਰਾ ਖਿਆਲ ਵਾਰਿਸ ਸ਼ਾਹ ਦਾ ਵੀ, ਵਾਰਿਸ ਸ਼ਾਹ ਨੇ ਵੀ ਆਪਣੇ ਆਪ ਨੂੰ ਮਾੜਿਆਂ ਨਿਮਾਣਿਆਂ ਹੀਣਿਆਂ ਦੇ ਨਾਲ ਜੋੜਿਆ। ਉਹ ਆਪਣੀ ਪਛਾਣ ਬਣਾਏ ਮਿੱਟੀ ਨਾਲ ਮਿੱਟੀ ਹੋਵਣ ਦੀ। ਫਰੀਦਾ ਮੈਨੂੰ ਮੁੰਝ ਕਰ ਤੇ ਨਿੱਕੀ ਕਰ ਕਰ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਭਾਵੇ ਸੋ ਲੁੱਟ। ਇਹ ਫਕੀਰੀ ਦੀ ਉਹ ਆਪਣੀ ਮੈਂ ਨੂੰ, ਔਰ ਮੈਂ ਦੇ ਉੱਤੇ ਬਾਬਾ ਫਰੀਦ ਦਾ ਇੱਕ ਹੋਰ ਸ਼ੇਰ ਹੈ, ਆਪ ਸਵਾਰੇ ਮੈਂ ਮਿਲੇ। ਮਾਰਨ ਦੀ ਗੱਲ ਵੀ ਨਹੀਂ ਹੈ, ਮੈਂ ਨੂੰ ਸਵਾਰਨ ਦੀ ਗੱਲ ਸਾਡੇ ਬਾਬਿਆਂ ਨੇ ਕੀਤੀ ਹੈ। ਆਪ ਸਵਾਰੇ, ਜੋ ਖੋਟ ਹੈ, ਜੋ ਨੈਗੇਟਿਵ ਐਨਰਜੀ ਹੈ ਸਾਰੀ ਕੱਢੋ, ਆਪ ਨੂੰ ਸਵਾਰੋ। ਆਪ ਸਵਾਰੇ ਮੈਂ ਮਿਲੇ, ਕੁੱਲ ਮੈਂ ਨਾਲ ਜੁੜਤ ਬਣਦੀ ਹੈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੋ ਜਿਹੜਾ ਆਪਣਾ ਨਹੀਂ, ਜਿਹੜਾ ਖੁਦ ਨਾਲ ਪਿਆਰ ਨਹੀਂ ਕਰਦਾ, ਉਹ ਨਾ ਖੁਦਾ ਨਾਲ ਕਰ ਸਕਦਾ ਤੇ ਨਾ ਖੁਦਾਈ ਨਾਲ ਕਰਦਾ। ਜਿਹੜਾ ਖੁਦ ਨੂੰ ਨਹੀਂ ਸਵਾਰਿਆ, ਜਿਹਨੇ ਉਹਨੇ ਕਿਸੇ ਹੋਰ ਦਾ ਕੀ ਸਵਾਰਨਾ, ਇਹ ਸਾਡੇ ਬਾਬੇ ਕਹਿੰਦੇ ਨੇ। ਇਸੇ ਮੁੱਦੇ ਨੂੰ ਲੈ ਕੇ ਇਕਬਾਲ ਕੈਸਰ ਹੋਰੀ ਆਪਣੇ ਵਿਚਾਰ ਅੱਗੇ ਟੋਰਨ। ਪੰਜਾਬੀ ਲਿਟਰੇਚਰ ਦੀ ਗੱਲ ਕਰ ਰਹੇ ਹਾਂ, ਪੰਜਾਬੀ ਸ਼ਾਇਰੀ ਦੀ ਗੱਲ ਕਰ ਰਹੇ ਹਾਂ, ਤਾਂ ਸਾਨੂੰ ਬਹੁਤ ਪਿੱਛੇ ਜਾ ਕੇ ਬਹੁਤ ਕੁਝ ਵੇਖਣਾ ਪੈਂਦਾ ਹੈ। ਉਹਨਾਂ ਸਮਿਆਂ 'ਚ ਜਦੋਂ ਅਜੇ ਸ਼ਾਇਦ ਅਸੀਂ ਇਹ ਸਾਰਾ ਕੁਝ ਇਕੱਠਾ ਕਰਨਾ ਸ਼ੁਰੂ ਨਹੀਂ ਸੀ ਕੀਤਾ। ਨਾਥ ਜੋਗੀਆਂ ਦਾ ਜ਼ਮਾਨਾ, ਮੇਰੇ ਕਹਿਣ ਦਾ ਮਤਲਬ ਇਹ ਕਿ ਸਾਡੀ ਲਿਟਰੇਚਰ ਦੀ ਜਿਹੜੀ, ਜਾਂ ਪੰਜਾਬੀ ਅਦਬ ਦੀ, ਪੰਜਾਬੀ ਸ਼ਾਇਰੀ ਦੀ ਜਿਹੜੀ ਨੀਂਹ ਹੈ, ਉਹ ਸੂਫੀਆ ਨੇ ਰੱਖੀ ਹੈ। ਅਸੀਂ ਭਗਤਾਂ ਤੋਂ ਲੈ ਕੇ, ਨਾਥ ਜੋਗੀਆਂ ਤੋਂ ਲੈ ਕੇ ਬਾਬਾ ਫਰੀਦ ਤੱਕ ਇੱਕ ਲੰਮਾ ਵੇਲਾ ਹੈ, ਜਿਹਦੇ 'ਚ ਮੁਲਤਾਨ ਦੇ ਕ੍ਰਾਂਤੀਆਂ ਦੇ ਵੀ ਸ਼ਲੋਕ ਮੌਜੂਦ ਨੇ। ਔਰ ਇਹ ਸਾਰੀ ਸ਼ਾਇਰੀ ਜਿਹੜੀ ਹੈ ਇਨਸਾਨ ਦੇ ਸੁਧਾਰ ਵਾਸਤੇ ਕੀਤੀ ਗਈ, ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ। ਔਰ ਰੱਬ ਦਾ ਜਿਹੜਾ ਪੈਗਾਮ ਸੀ, ਜਿਹੜਾ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਜ਼ਬਾਨਾਂ ਦੇ ਵਿੱਚ ਆਇਆ, ਉਸ ਜ਼ਬਾਨ ਨੂੰ ਇਹਨਾਂ ਸੂਫੀਆਂ ਨੇ, ਇਹਨਾਂ ਸਾਧਾਂ ਨੇ, ਫਕੀਰਾਂ ਨੇ ਉਹਨੂੰ ਅੱਗੇ ਟੋਰਿਆ ਔਰ ਲੁਕਾਈ ਨੂੰ ਉਹਨਾਂ ਦੀ ਜ਼ਬਾਨ 'ਚ ਦੱਸਿਆ। ਜ਼ਬਾਨ ਦੀ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ। ਜ਼ਬਾਨ ਦੀ ਤਾਕਤ ਕੀ ਹੈ? ਅਸੀਂ ਉਹੀ ਗੱਲ ਅਗਰ ਕਿਸੇ ਦੂਸਰੀ ਜ਼ਬਾਨ 'ਚ ਕਰੀਏ ਤਾਂ ਬਹੁਤ ਥੋੜ੍ਹੀ ਗੱਲ ਜਿਹੜੀ ਹੈ ਸਾਡੇ ਪੱਲੇ ਪੈਂਦੀ ਹੈ। ਜੇ ਅਸੀਂ ਉਸੇ ਗੱਲ ਨੂੰ ਆਪਣੀ ਜ਼ਬਾਨ 'ਚ ਕਰੀਏ ਤਾਂ ਸਾਡੀ ਗੱਲ ਜਿਹੜੀ ਹੈ ਉਹ ਪੂਰੀ ਦੀ ਪੂਰੀ ਔਰ ਸਗਵੀਂ ਦੀ ਸਗਵੀਂ ਦੂਸਰੇ ਤੱਕ ਪਹੁੰਚ ਜਾਂਦੀ ਹੈ। ਔਰ ਜੋ ਅਸੀਂ ਆਪਣਾ ਕਹਿਣਾ ਚਾਹੁੰਦੇ ਹਾਂ, ਉਹ ਆਪਣਾ ਮਾਫੀਆ ਜ਼ਮੀਰ ਉਹਦੇ ਅੱਗੇ ਬਿਆਨ ਕਰ ਸਕਦੇ ਹਾਂ। ਅੱਜ ਅਸੀਂ ਜਿੱਥੇ ਖਲੋਤੇ ਹੋਏ ਹਾਂ, ਮਾਰਤਾੜ, ਫਿਰਕਾਬੰਦੀ, ਇੱਕ ਦੂਜੇ ਦੇ ਨਾਲ ਗੱਲ ਪੈਣਾ, ਨਿੱਕੀ ਨਿੱਕੀ ਗੱਲ ਦੇ ਉੱਤੋਂ ਅਸੀਂ ਬਿਲਕੁਲ ਹੀ ਆਪੇ ਤੋਂ ਬਾਹਰ ਹੋ ਜਾਂਦੇ ਹਾਂ। ਇਹਦੇ ਵਾਸਤੇ ਬੁਨਿਆਦੀ ਚੀਜ਼ ਮੇਰੇ ਨਜ਼ਦੀਕ
ਇਹ ਹੈਗੀ ਹੈ ਕਿ ਅਸੀਂ ਆਪਣੇ ਜ਼ਬਾਨ, ਆਪਣੇ ਲਿਟਰੇਚਰ ਔਰ ਆਪਣੀ ਧਰਤੀ ਨਾਲ ਟੁੱਟੇ ਆ। ਇਹ ਜਿਹੜਾ ਆਪਣੀ ਜ਼ਬਾਨ ਔਰ ਆਪਣੀ ਧਰਤੀ ਨਾਲ ਜਦੋਂ ਬੰਦਾ ਟੁੱਟ ਜਾਂਦਾ ਹੈ ਤੇ ਫਿਰ ਉਹਦਾ ਹਜ਼ਾਰਾਂ ਸਾਲਾਂ ਦਾ, ਉਹਨਾਂ ਕੌਮਾਂ ਦਾ, ਨਸਲਾਂ ਦਾ ਜਿਹੜਾ ਵਿਜ਼ਡਮ ਹੈ, ਜਿਹੜੀ ਉਹਨਾਂ ਦੀ ਸੋਚ ਹੈ, ਫਿਕਰ ਹੈ, ਜਿਹੜੀ ਉਸ ਧਰਤੀ ਨਾਲ, ਉਸ ਮਿੱਟੀ ਨਾਲ ਜੁੜੀ ਹੋਈ ਹੈ, ਉਹ ਤੁਹਾਡੇ ਕੋਲੋਂ ਦੂਰ ਹੋ ਜਾਂਦੀ ਹੈ। ਉਹਦੀ ਮਹਿਕ, ਉਹਦੀ ਖੁਸ਼ਬੂ ਤੁਸੀਂ ਨਹੀਂ ਲੈ ਸਕਦੇ। ਜਿਹੜਾ ਬੰਦਾ ਜਿਸ ਧਰਤੀ 'ਤੇ ਪੈਦਾ ਹੋਇਆ ਹੈ, ਉਹਨੂੰ ਪਤਾ ਹੈ ਕਿ ਜ਼ਮੀਨ ਦੇ ਉੱਤੇ ਜਦੋਂ ਪਹਿਲੀ ਕਣੀ ਡਿੱਗਦੀ ਹੈ ਤੇ ਮਿੱਟੀ 'ਚ ਕਿਹੜੀ ਖੁਸ਼ਬੂ ਨਿਕਲਦੀ ਹੈ, ਔਰ ਉਸ ਖੁਸ਼ਬੂ ਦਾ, ਉਸ ਮਹਿਕ ਦਾ ਰੰਗ ਕੀ ਹੁੰਦਾ ਹੈ, ਇਹਨੂੰ ਉਹੀ ਬੰਦਾ ਮਾਣ ਸਕਦਾ ਹੈ ਜਿਹੜਾ ਉਸ ਜ਼ਮੀਨ 'ਤੇ ਰਹਿੰਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਸਾਡੇ ਪੰਜਾਬੀ ਜ਼ਬਾਨ ਦਾ ਜਿਹੜਾ ਪਹਿਲਾ ਸ਼ਾਇਰ ਹੈ ਬਾਬਾ ਫਰੀਦ, ਸ਼ਕਰਗੰਜ ਪਾਕਪਤਨ ਵਾਲੇ, ਉਹ ਫਰਮਾਉਂਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਏ, ਕਿ ਇਹ ਫਰੀਦ ਖਾਕ ਨੂੰ ਬੁਰਾ ਨਾ ਕਹਿ, ਮਿੱਟੀ ਨੂੰ ਬੁਰਾ ਨਾ ਕਹਿ। ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇੜ ਨਾ ਕੋਏ, ਜਿਉਂਦਿਆਂ ਪੈਰਾਂ ਹੇਠ ਰਹੇ, ਮੋਹਿਆਂ ਉੱਪਰ ਹੋਏ। ਇਹ ਮਿੱਟੀ ਜਿਹੜੀ ਤੈਨੂੰ ਜਨਮ ਦਿੰਦੀ ਹੈ, ਜਿਹਦੇ ਉੱਤੇ ਤੂੰ ਖੇਡਣਾ ਹੈ, ਜਿਹੜੇ ਉੱਤੇ ਤੂੰ ਆਪਣੀ ਪੂਰੀ ਜ਼ਿੰਦਗੀ ਗੁਜ਼ਾਰਨਾ ਹੈ, ਇਹ ਜ਼ਿੰਦਗੀ ਇਸ ਮਿੱਟੀ ਦੇ ਸਦਕੇ ਹੈ ਤੇਰੇ ਕੋਲ। ਔਰ ਜਦੋਂ ਤੂੰ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਫਿਰ ਜਿੱਥੇ ਤੂੰ ਕੱਲ ਆਕੜ ਕੇ ਖਲੋਤਾ ਸੈਂ, ਅੱਜ ਉੱਥੇ ਤੂੰ ਬੇਸਿਆਣ ਹੈ, ਅੱਜ ਉੱਥੇ ਤੂੰ ਮਿੱਟੀ ਦਾ ਢੇਰ ਹੈ, ਤੇ ਇਹ ਮਿੱਟੀ ਤੈਨੂੰ ਆਪਣੇ ਅੰਦਰ ਛੁਪਾ ਲੈਂਦੀ। ਮਿੱਟੀ ਦੀ ਇਹ ਮੋਹ, ਮਿੱਟੀ ਦਾ ਇਹ ਤੁਹਾਡੇ ਵੱਲੇ ਖਿੱਚ ਜਾਂ ਤੁਹਾਡੀ ਮਿੱਟੀ ਵੱਲੇ ਖਿੱਚ ਜਿਹੜੀ ਹੈ, ਇਹ ਤੁਹਾਨੂੰ ਆਪਣੀ ਜ਼ਮੀਨ ਔਰ ਆਪਣੀ ਵਿਜ਼ਡਮ ਦੇ ਨਾਲ ਜੋੜਦੀ ਹੈ। ਔਰ ਇਹੀ ਵਿਜ਼ਡਮ ਜਿਹੜੀ ਹੈ, ਇਹੀ ਫਿਕਰ ਜਿਹੜੀ ਹੈ, ਇਹੀ ਤਜਰਬਾ ਜਿਹੜਾ ਹੈ, ਉਹ ਇਹਨਾਂ ਸੂਫੀਆ ਦਾ ਨਸਲ ਦਰ ਨਸਲ ਇਨਸਾਨਾਂ 'ਚ ਮੁੰਤਕਿਲ ਹੁੰਦਾ ਰਹਿੰਦਾ ਹੈ। ਤਾਂ ਹੀ ਗੁਰੂ ਅਰਜਨ ਨੇ ਕਿਹਾ ਸੀ ਕਿ ਮੰਦਾ ਕਿਸ ਨੂੰ ਆਖੀਏ ਜੋ ਤੁਧ ਬਿਲ ਕੋਈ ਨਾ। ਅਗਰ ਰੱਬ ਤੋਂ ਬਗੈਰ ਕੋਈ ਨਹੀਂ ਤੇ ਫਿਰ ਅਸੀਂ ਮੰਦਾ ਕਿਹਨੂੰ ਕਹੀਏ? ਉਹ ਤੇ ਹਰ ਘਰ ਦੇ ਵਿੱਚ ਵਸਦਾ ਹੈ, ਹਰ ਹਿਰਦੇ ਦੇ ਅੰਦਰ ਵਸਦਾ ਹੈ, ਹਰ ਦਿਲ 'ਚ ਵਸਦਾ ਹੈ। ਔਰ ਫਿਰ ਜਿਹੜੀ ਮੁਹੱਬਤ ਦੀ ਗੱਲ ਹੈ, ਜ਼ਮੀਨ ਦੇ ਨਾਲ ਮੁਹੱਬਤ ਦੀ, ਉਸ ਮੁਹੱਬਤ ਨੂੰ ਔਰ ਆਪਣੇ ਦਰਮਿਆਨ ਇਖਤਲਾਫ ਨੂੰ ਦੂਰ ਕਰਨ ਦੀ ਗੱਲ ਜਿਹੜੀ ਹੈ, ਉਹ ਇਸ ਤੋਂ ਸੋਹਣੀ ਕੀ ਹੋ ਸਕਦੀ ਹੈ ਕਿ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜੋ ਤੋਂ ਮਾਰਨ ਮੁਕੀਆਂ, ਜਿਹੜਾ ਤੈਨੂੰ ਮੁਕੀਆਂ ਮਾਰਦਾ ਹੈ, ਤਿਨਾ ਨਾ ਮਾਰੀ ਘੁੰਮ, ਉਹਨੂੰ ਫਿਰ ਪਲਟਾ ਕੇ ਉਹਨੂੰ ਤੂੰ ਨਾ ਮਾਰੀ। ਜੋ ਤੋਂ ਮਾਰਨ ਮੁਕੀਆਂ, ਤਿਨਾ ਨਾ ਮਾਰੀ ਘੁੰਮ, ਆਪਣੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਤੋ ਇੱਥੇ ਆਜਜ਼ੀ, ਇਨਕਸਾਰੀ, ਮਿੱਟੀ ਨਾਲ ਮੁਹੱਬਤ, ਜ਼ਬਾਨ ਨਾਲ ਮੁਹੱਬਤ, ਆਪਣੇ ਆਪ ਨਾਲ ਮੁਹੱਬਤ ਜਿਹੜੀ ਹੈ, ਉਹਦਾ ਪਹਿਲਾ ਜਿਹੜਾ ਤੁਹਾਡੇ ਅੰਦਰ ਜਿਹੜੀ ਚੀਜ਼ ਫੁੱਟਦੀ ਹੈ ਜਾਂ ਜਿਹੜੀ ਚੀਜ਼ ਪੈਦਾ ਕਰਦੀ ਹੈ, ਉਹ ਸੂਫੀਆ ਦੇ ਨਜ਼ਦੀਕ ਮਿੱਟੀ ਦੀ ਉਹ ਮਹਿਕ ਹੈ, ਜਿਸ ਨਾਲੋਂ ਅਗਰ ਅਸੀਂ ਟੁੱਟ ਜਾਈਏ ਤਾਂ ਫਿਰ ਸਾਡਾ ਸਭ ਕੁਝ ਟੁੱਟ ਜਾਂਦਾ ਹੈ। ਬਹੁਤ ਅੱਛੇ। ਇੱਕ ਸ਼ੇਰ ਮੈਨੂੰ ਸ਼ਾਹ ਹੁਸੈਨ ਦਾ ਇੱਕ ਕਾਫੀ ਯਾਦ ਆ ਗਿਆ, ਜੋ ਇਕਬਾਲ ਕੈਸਰ ਹੋਰਾਂ ਦੀ ਗੱਲ ਤੋਂ। ਮਾਧੋ ਲਾਲ ਹੁਸੈਨ ਕਹਿੰਦੇ ਨੇ, ਵੋ ਕੀ ਆਕੜ ਆਕੜ ਚੱਲਣਾ, ਕੀ ਆਕੜ ਆਕੜ ਚੱਲਣਾ, ਖਾ ਖੁਰਾਕਾਂ ਤੇ ਪਹਿਨ ਪੁਸ਼ਾਕਾਂ, ਕੀ ਜੰਮਦਾ ਬੱਕਰਾ ਪਲਣਾ। ਜੰਮ ਕਹਿੰਦੇ ਨੇ ਜਮਦੂਤ, ਮਲਕੁਲ ਮੌਤ ਨੂੰ, ਮੌਤ ਦੇ ਫਰਿਸ਼ਤੇ ਨੂੰ, ਕਿ ਅਸੀਂ ਉਹਦਾ ਬੱਕਰਾ ਆ ਜਿਹੜੇ ਉਹਦੇ ਪਲਦੇ ਪਏ ਆ, ਖੁਰਾਕਾਂ ਖਾ ਕੇ ਪੁਸ਼ਾਕਾਂ ਪਾ ਕੇ। ਖਾਏ ਖੁਰਾਕਾਂ ਤੇ ਪਹਿਨ ਪੁਸ਼ਾਕਾਂ, ਜੰਮਦਾ ਬੱਕਰਾ ਪਲਣਾ, ਤੇ 3.5 ਹੱਥ ਮਿਲਖ ਤੋਂ ਸਾਡੀ, ਕੀ ਜੂ ਪਰਾਈ ਮਲਣਾ। 3.5 ਹੱਥ ਕਬਰ ਦੀ ਲੈਂਥ ਹੈ, ਉਹ ਮਿਲਖ ਮਲਕੀਅਤ। 3.5 ਹੱਥ ਮਿਲਖ ਤੋਂ ਸਾਡੀ, ਕੀ ਜੂ ਪਰਾਈ ਮਲਣਾ। ਕਹੇ ਹੁਸੈਨ ਫਕੀਰ ਸਾਈਂ ਦਾ, ਅੰਤ ਖਾਕ ਵਿੱਚ ਰਲਣਾ। ਸੋ ਅੰਤ ਸੀ ਖਾਕ 'ਚ ਰਲਣਾ, ਮਿੱਟੀ ਨਾਲ ਮਿੱਟੀ ਹੋ ਜਾਣਾ। ਤੇ ਇਹਦੇ ਉੱਤੇ ਆਕੜ ਕੇ ਨਾ ਚਲੋ, ਇਹਨੂੰ ਨਿੰਦੋ ਨਾ, ਇਹਦਾ ਸਤਿਕਾਰ ਕਰੋ, ਮਿੱਟੀ ਨਾਲ ਪਿਆਰ ਕਰੋ। ਮਿੱਟੀ ਮਾਂ ਹੈ, ਧਰਤੀ ਹੈ, ਇਹਦੇ ਵਿੱਚੋਂ ਸਭ ਜੀਆ ਜੂਨ ਦਾ ਜਨਮ ਹੈ, ਤੇ ਇਹਦੇ ਵਿੱਚ ਹੀ ਅਸੀਂ ਸਮਾਣਾ ਹੈ। ਇਹ ਫਕੀਰੀ ਇੰਨੇ ਉਹ ਖਾਕੀ ਸੀ, ਖਾਕੀ ਖਾਕ ਸੂ ਰਲ ਜਾਣਾ। ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਜੇ ਅਸੀਂ ਕੁਝ ਹਿੱਸੇ ਬਣਾਈਏ ਸੂਫੀ ਸ਼ਾਇਰੀ ਦੇ, ਫਕੀਰਾਂ ਦੀ ਸ਼ਾਇਰੀ ਦੇ, ਤੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਹਿੱਸਾ ਜਿਹੜਾ ਉਹ
ਖਾਕ ਨਾਲ ਔਰ ਮਿੱਟੀ ਨਾਲ ਔਰ ਧਰਤੀ ਨਾਲ ਜੁੜੀ ਹੋਈ ਸ਼ਾਇਰੀ ਦਾ ਹੈ। ਅੱਛਾ, ਉਹ ਕਿਉਂ ਜੇ ਸਾਡੇ ਮੇਜ਼ਬਾਨ ਵੀ ਨੇ ਤੇ ਅੱਜ ਮੇਰਾ ਕਿਉਂਕਿ ਮੁਹਤਰਮਾ ਪ੍ਰਵੀਨ ਮਲਿਕ ਸਾਹਿਬਾ ਆਪਣੀ ਤਬੀਅਤ ਦੀ ਨਾਸਾਜ਼ੀ ਦੀ ਵਜ੍ਹਾ ਨਾਲ ਉਹ ਨਹੀਂ ਆ ਪਾਏ, ਤੇ ਮੈਂ ਜਨਾਬ ਮਹਿਬੂਬ ਆਲਮ ਜੀ ਹੋਰਾਂ ਨੂੰ ਅਰਜ਼ੀ ਪਾਈ ਸੀ, ਦਰਖਾਸਤ ਕੀਤੀ ਸੀ ਕਿ ਵੀ ਉਹ ਵੀ ਸਾਡੇ ਨਾਲ ਐਜ਼ ਅ ਪੈਨਲਿਸਟ ਬੈਠਣ, ਤੇ ਇਹਨਾਂ ਲਈ ਐਜ਼ ਅ ਪੈਨਲਿਸਟ ਬੈਠਣ ਦੇ ਉੱਤੇ ਵੀ ਇੱਕ ਵਾਰੀ ਉਹਨਾਂ ਦਾ ਵੈਲਕਮ ਕਰੀਏ। ਤੇ ਮੈਂ ਇਹ ਇਕੱਲੇ ਕਹਿੰਦਾ ਕਿ ਉਹ ਅਫਸਰਸ਼ਾਹੀ ਦੇ ਨਾਲ ਇਹਨਾਂ ਦੀ ਜੁੜਤ ਨਹੀਂ ਹੈ, ਬਹਕੇ ਸਰਕਾਰ ਇਹਨਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਹੈ। ਪਹਿਲੇ ਸ਼ਾਇਰ ਸਨ, ਇਹਨਾਂ ਨੇ ਸ਼ਾਇਰੀ ਕੀਤੀ ਹੈ, ਉਰਦੂ 'ਚ ਵੀ ਕੀਤੀ ਹੈ, ਪੰਜਾਬੀ 'ਚ ਕੀਤੀ ਹੈ। ਰਾਵੀ ਔਰ ਪਿਤਰਸ ਜਿਹੜੇ ਗੌਰਮੈਂਟ ਕਾਲਜ ਯੂਨੀਵਰਸਿਟੀ ਦੇ ਮੈਗਜ਼ੀਨ ਨੇ, ਇੱਕ ਹੌਸਟਲ ਵਾਲਾ, ਇੱਕ ਬਹੁਤ ਵੱਡੀ ਇੱਕ ਰਵਾਇਤ ਵਾਲਾ, ਅਦਬੀ ਰਵਾਇਤ ਵਾਲਾ ਮੈਗਜ਼ੀਨ ਹੈ ਰਾਵੀ, ਜਿਹੜਾ ਰਾਵੀ 'ਚ ਛਪਦਾ ਰਿਹਾ ਜਾਂ ਅਦਾਰਤ ਕਰਦਾ ਰਿਹਾ, ਉਹ ਆਪਣਾ ਮਾਣ ਲੈਂਦਾ ਇਸ ਗੱਲ ਦਾ। ਤੇ ਇਹਨਾਂ ਦੀ ਫਕੀਰੀ ਰੀਤ ਦੇ ਨਾਲ, ਸਿਲਸਿਲਿਆਂ ਦੇ ਨਾਲ, ਤਸੱਵੁਫ ਦੇ ਉੱਤੇ ਵੀ ਇਹਨਾਂ ਦੀ ਬੜੀ ਗਹਿਰੀ ਨਜ਼ਰ ਹੈ। ਔਰ ਇਸ ਹਵਾਲੇ ਨਾਲ ਅਸੀਂ ਇਸ ਗੱਲ ਦਾ ਖੁਸ਼ੀ ਦਾ ਇਜ਼ਹਾਰ ਕਰਨਾ ਕਿ ਇਹ ਚੰਗੇ ਹੱਥਾਂ ਦੇ ਵਿੱਚ, ਚੰਗੇ ਅਹਿਸਾਸਾਂ ਨਾਲ ਇਹਨਾਂ ਨੇ ਆਪਣੀ ਰੂਹ ਔਰ ਦਿਲ ਤੋਂ ਇਸ ਫੈਸਟੀਵਲ ਦਾ, ਇਸ ਮਹਿਫਲ ਦਾ ਜਾਂ ਇਹ ਸਾਰੀ ਸੈਲੀਬ੍ਰੇਸ਼ਨ ਦਾ ਇਨਕਾਦ ਕੀਤਾ। ਔਰ ਇਹਨਾਂ ਨੇ 2016 ਤੋਂ 18 ਤੱਕ ਬਾਬੇ ਬਾਰਿਸ਼ ਸ਼ਾਹ ਦੇ ਦਰਬਾਰ ਦੇ ਜੰਡਿਆਲਾ ਸ਼ੇਰ ਖਾਂ, ਉੱਥੇ ਦੀ ਜਿਹੜੀ ਉਰਸ ਦੀ ਮੈਨੇਜਮੈਂਟ ਕਮੇਟੀ, ਉਹਦੇ ਵਿੱਚ ਵੀ ਇਹਨਾਂ ਦੀ ਖਿਦਮਾਤ ਰਹੀਆਂ ਨੇ। ਕੋਈ 11-12 ਤੋਂ ਵੱਧ ਸੂਫੀ ਨਾਈਟਸ ਇਹਨਾਂ ਨੇ ਉੱਥੇ ਕਰਵਾਈਆਂ ਨੇ, ਮਤਲਬ ਉਹਦੇ ਤੋਂ ਬਹੁਤ ਖਲਕਤ ਨੂੰ ਜੋੜਿਆ। ਸੋ ਫਕੀਰੀ ਸਿਲਸਿਲੇ ਦੇ ਨਾਲ ਫਿਰ ਹਿਰਨ ਮਨਾਰ ਤੇ ਫੈਮਿਲੀ ਫੈਸਟੀਵਲਸ ਵੀ ਇਹਨਾਂ ਨੇ ਕੀਤੇ ਨੇ। ਸੋ ਇਹ ਆਪ ਜਸ਼ਨ ਮਨਾਉਣ, ਜ਼ਿੰਦਗੀ ਦਾ ਮੇਲਾ ਕਰਨ ਲਈ ਔਰ ਲੋਕਾਂ ਦੇ ਖਲਕਤ ਦੇ ਵਿੱਚ ਮਤਲਬ ਚੰਗੀਆਂ ਸੁਰੀਲੇ ਅਹਿਸਾਸ ਤਕਸੀਮ ਕਰਨ ਦਾ ਇਹਨਾਂ ਨੇ ਕੰਮ ਕੀਤਾ। ਇਹਨਾਂ ਦੀ ਖਿਦਮਾਤ ਲਈ ਇਹਨਾਂ ਲਈ ਬਹੁਤ ਤਾੜੀਆਂ ਤੇ ਬੜੀ ਮੁਹੱਬਤ। ਇਹ ਸਾਡੇ ਅੱਜ ਦੇ ਪੈਨਲਿਸਟ ਵੀ ਨੇ, ਇਹਨਾਂ ਨਾਲ ਵੀ ਗੱਲ ਜੋੜਾਂਗੇ। ਸੋ ਨਾਲ ਅਗਰ ਮੈਂ ਵੱਧ ਵੀ ਬੋਲ ਰਿਹਾ ਤੇ ਮੈਂ ਤੁਹਾਡੇ ਬਾਰੇ ਤਾਂ ਬੋਲਦਾ, ਇਸ ਕਰਕੇ ਮੈਨੂੰ ਮਾਫ ਕਰ ਦੇਣਾ, ਕਿਉਂਕਿ 3-3 ਮਿੰਟ ਦੀ ਗੱਲ ਤੋਂ ਬਾਅਦ ਫਿਰ ਅਸੀਂ ਇੱਕ ਸਵਾਲ ਵੀ ਇਹਨਾਂ ਦੇ ਸਾਹਮਣੇ ਰੱਖਾਂਗੇ ਪੈਨਲਿਸਟਾਂ ਦੇ ਨਾਲ, ਫਿਰ ਤੁਹਾਡੇ ਸਵਾਲ ਜਵਾਬ ਦਾ ਵੀ ਵੇਲਾ ਸਾਨੂੰ ਲੱਭੇਗਾ। ਤੇ ਹੁਣ ਮੈਂ ਮੇਰੇ ਨਾਲ ਹੀ ਬੈਠੇ ਜਨਾਬ ਯੂਸਫ ਪੰਜਾਬੀ ਜੀ, ਇਹਨਾਂ ਨੂੰ ਕਹਾਂਗੇ ਕਿ ਅੱਜ ਦੇ ਮਾਮਲੇ ਤੇ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਜੀ ਬੜੀ ਮੁਹੱਬਤ, तमाम ਦੋਸਤਾਂ ਨੂੰ ਹੱਕ ਮੌਜੂਦ। ਅਸਲ ਵਿੱਚ ਕੁਝ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਔਰ ਕੁਝ ਮਿਸਾਲਾਂ ਹੁੰਦੀਆਂ ਨੇ। ਜਿਹੜੇ ਮਿਸਾਲ ਬਣਦੇ ਨੇ ਜਾਂ ਮਿਸਾਲਾਂ ਹੁੰਦੀਆਂ ਨੇ, ਉਹਨਾਂ ਨੂੰ ਸੂਫੀ ਕਿਹਾ ਜਾਂਦਾ ਹੈ, ਕਿਉਂਕਿ ਸੂਫੀ ਦਾ ਤਾਲੁਕ ਲੋਕ ਭਲੇ ਨਾਲ ਹੈ, ਜਿਹੜਾ ਬਗੈਰ ਕਿਸੇ ਲੋਭ ਲਾਲਚ ਤੋਂ, ਬਗੈਰ ਕਿਸੇ ਮੁਫਾਦ ਤੋਂ ਲੋਕ ਭਲੇ ਦਾ ਅਮਲ ਕਰਦਾ ਹੈ, ਗੱਲ ਨਹੀਂ ਕਰਦਾ। ਕਿਉਂਕਿ ਜਿਹੜੇ ਲੋਕ ਸਿਰਫ ਜ਼ਬਾਨੀ ਕਲਾਮੀ ਗੱਲ ਕਰ ਰਹੇ ਹੁੰਦੇ ਨੇ, ਤਬਲੀਗ ਕਰ ਰਹੇ ਹੁੰਦੇ ਨੇ, ਉਹਨਾਂ ਦਾ ਜੀਵਨ ਦੇ ਵਿੱਚ ਉਹ ਵਰਤਾਅ ਨਹੀਂ ਹੁੰਦਾ। ਔਰ ਸੂਫੀ ਦੇ ਵਿੱਚ ਔਰ ਆਮ ਗੱਲਾਂ ਕਰਨ ਵਾਲੇ 'ਚ ਸਿਰਫ ਇਹ ਫਰਕ ਹੁੰਦਾ ਕਿ ਸੂਫੀ ਅਮਲ ਕਰਕੇ ਵਿਖਾਉਂਦਾ ਹੈ, ਗੱਲਾਂ ਨਹੀਂ ਕਰਦਾ, ਆਪਣੇ ਅਮਲ ਨਾਲ ਸਾਬਤ ਕਰਦਾ ਹੈ ਕਿ ਲੋਕ ਭਲੇ ਵਾਸਤੇ ਮਿਸਾਲ ਬਣਦਾ ਹੈ। ਸੋ ਅਸੀਂ ਸ਼ਾਇਦ ਸੂਫੀ ਵਾਸਤੇ ਇੱਕ ਖਾਸ ਕਿਆ ਸੂਫੀ ਕਿਆ ਅੱਛਾ, ਉਹਦੇ ਵਿੱਚ ਆਮ ਜਿਹੜੀ ਗੱਲ ਹੈ ਕਿ ਸਾਡੇ ਜ਼ਿਹਨ ਵਿੱਚ ਹੈ ਕਿ ਸੂਫੀ ਦਾ ਅਸੀਂ ਜਦੋਂ ਜ਼ਿਕਰ ਕਰਨੇ ਕਿ ਸੂਫੀ ਦਾ ਸਾਡੇ ਜ਼ਿਹਨ 'ਚ ਆ ਜਾਂਦਾ, ਕੋਈ ਲੰਮੇ ਲੰਮੇ ਵਾਲ ਹੋਣਗੇ, ਕੋਈ ਦਾੜੀ ਹੋਏਗੀ, ਇੱਕ ਚੋਲਾ ਪਾਇਆ ਹੋਏਗਾ। ਉਹ ਨੋ, ਸੂਫੀ ਉਹ ਵੇ ਜਿਹੜਾ ਭਲੇ ਦੀ ਗੱਲ ਕਰਦਾ, ਕਿਤੇ ਵੀ ਕਰਦਾ ਹੈ, ਕਿਸੇ ਜਗ੍ਹਾ ਤੇ ਵੀ ਕਰਦਾ ਹੈ, ਔਰ ਉਹਦਾ ਕਿਸੇ ਵੀ ਰੰਗ, ਨਸਲ, ਧਰਮ ਦੇ ਵਿੱਚ ਵਿਤਕਰਾ ਨਹੀਂ, ਕਿਉਂਕਿ ਉਹ ਕੁੱਲ ਦੀ ਗੱਲ ਕਰਦਾ ਹੈ। ਕਿਉਂਕਿ ਕੁੱਲ ਅਸੀਂ ਜਦੋਂ ਕਹਿੰਦੇ ਕਿ ਰੱਬੁਲ ਆਲਮੀਨ, ਰੱਬ ਨੇ ਸਾਰੀ ਖਲਕ ਬਣਾਈ ਹੈ, ਤੇ ਫਿਰ ਅਸੀਂ ਕੌਣ ਹੁੰਨੇ ਉਹਨਾਂ ਵਿੱਚ ਵਿੱਤ ਪਾਉਣ ਵਾਲੇ? ਅਸੀਂ ਕੌਣ ਹੁੰਨੇ ਉਹਨਾਂ 'ਚ ਰੰਗ ਨਸਲ ਦੀ ਬਿਨਾ ਤੇ ਉਹਦੀ ਵਜ੍ਹਾ ਦੇ ਨਾਲ ਉਹਨਾਂ 'ਚ ਵਿਤਕਰਾ ਕਰਨ ਵਾਲੇ। ਸੋ ਸੂਫੀ ਦਾ ਕੰਮ ਹੈ ਆਪਣੇ ਅਮਲ ਤੋਂ ਸਾਬਤ ਕਰਨਾ। ਬਹੁਤ ਮੁਹੱਬਤ ਜੀ, ਬਹੁਤ ਅੱਛਾ। ਉਹ ਮੈਂ ਵਿੱਚ ਇੱਕ ਲੁਕਮਾ ਦਿੱਤਾ ਸੀ ਕਿ ਸ਼ਾਹ ਹੁਸੈਨ ਦੀ ਇੱਕ ਲਾਈਨ ਸੀ ਕਿ ਅਮਲਾਂ ਉੱਪਰ ਹੋਗ ਨਵੇੜਾ, ਅਮਲਾਂ ਉੱਤੇ ਹੀ ਨਵੇੜਾ ਹੋਏਗਾ। ਕਿਆ ਸੂਫੀ ਕਿਆ ਭੰਗੀ, ਕੋਈ ਸੂਫੀ ਹੈ ਭਾਵੇਂ ਤੇ ਕੋਈ ਭੰਗੀ ਹੈ, ਕੋਈ ਜਿਹਦਾ ਵੀ ਉਹ ਤੁਹਾਡੇ ਗੁਣ, ਤੁਹਾਡੇ ਅਮਲ, ਜਿਹੜੇ ਲੋਕਾਂ ਦੀ ਖੁਸ਼ੀ ਜਾਂ ਆਪਣੇ ਜਿਹੜੇ ਮੁਸਬਤ ਅਮਲ ਨੇ, ਜਿਹੜੇ
ਗੋਸ ਇਹਦੇ ਵਿੱਚ ਵੀ ਬੜਾ ਨਤਾਰਾ ਹੈ, ਇਹਦੇ ਵਿੱਚ ਵੀ ਬੜਾ ਧਿਆਨ ਹੈ। ਫਕੀਰੀ ਦੇ ਵਿੱਚ ਧਿਆਨ ਵਿੱਚੋਂ ਹੀ ਗਿਆਨ ਹੈ। ਕਹਿੰਦੇ ਨੇ ਬੇਧਿਆਨੇ ਦਾ ਤੇ ਰੱਬ ਵੀ ਨਹੀਂ ਹੁੰਦਾ। ਜਿਵੇਂ ਅਸੀਂ ਕਹਿੰਦੇ ਨਾ ਧਿਆਨ ਕਰ, ਉਹ ਆਪਣੇ ਅੰਦਰ ਵੀ ਧਿਆਨ, ਬਾਹਰ ਵੀ ਧਿਆਨ। ਧਿਆਨ ਤੋਂ ਥਿੜਕਦੇ ਨਹੀਂ ਹਨ ਬਾਬੇ। ਤੋ ਧਿਆਨ ਵਿੱਚੋਂ ਹੀ ਗਿਆਨ ਹੈ। ਇਰਫਾਨ ਦੀਆਂ ਅੱਗੋਂ ਮੰਜ਼ਲਾਂ ਨੇ, ਫਕੀਰੀ ਦੀਆਂ ਵੀ ਮੰਜ਼ਲਾਂ ਨੇ। ਫਕੀਰਾਂ ਦੇ ਸਿਲਸਿਲੇ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਰੀਤਾਂ ਨੇ ਗਿਆਨ ਪ੍ਰਾਪਤ ਕਰਨ ਦੀਆਂ, ਗਿਆਨ ਹਾਸਲ ਕਰਨ ਦੀਆਂ। ਉਹ ਤੇ ਇੱਕ ਇੱਕ ਸਿਲਸਿਲੇ 'ਤੇ ਵੀ ਅਸੀਂ ਸ਼ੁਰੂ ਕਰੀਏ, ਗੱਲਾਂ ਕਰੀਏ। ਫਕੀਰੀ ਦੇ ਸਿਲਸਿਲੇ, ਤਸਵੁਫ ਦੇ ਜਿਹੜੇ ਸਿਲਸਿਲੇ ਨੇ ਪੂਰੇ ਈਰਾਨ ਔਰ ਹਿੰਦੁਸਤਾਨ ਦੇ ਜਿਹੜੀ ਤਸਵੁਫ ਦੀ ਰਵਾਇਤ ਦੇ ਅੰਦਰ, ਉਹ ਫਿਰ ਇੱਕ ਅਲੱਗ ਮੁੱਦਾ ਬਣ ਜਾਏਗਾ। ਲੇਕਿਨ ਸਿਲਸਿਲਿਆਂ ਤੋਂ ਸਿਲਸਿਲਾ ਅਜ਼ੀਮੀਆਂ ਦੇ ਇੱਕ ਤਰ੍ਹਾਂ ਨੁਮਾਇੰਦੇ ਆਏ ਨੇ ਸਾਡੇ ਅੱਜ ਦੀ ਇਸ ਮਹਿਫਲ ਦੇ ਵਿੱਚ। ਜਨਾਬ ਵਕਾਰ ਯੂਸਫ ਅਜ਼ੀਮੀ ਜੀ ਕਰਾਚੀ ਤੋਂ, ਉੱਥੇ ਦੇ ਮਰਕਜ਼ੀ ਮੁਰਾਕਬਾ ਹਾਲ ਤੋਂ ਤਸ਼ਰੀਫ ਆਏ ਨੇ। ख्वाजा शमसुद्दीन अजीमी ਉਹਨਾਂ ਦੇ ਬੇਟੇ ਨੇ, ਔਰ ਅੱਜ ਉਚੇਚੇ ਤੌਰ 'ਤੇ ਕਰਾਚੀ ਤੋਂ ਇਸੇ ਸਾਡੇ ਤਸਵੁਫ ਦੀ ਇਸ ਕਾਨਫਰੰਸ 'ਚ ਸ਼ਿਰਕਤ ਵਾਸਤੇ ਆਏ ਨੇ। ਅੱਜ ਸਾਡੇ ਮਹਿਮਾਨ ਖਾਸ ਨੇ, ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬਿਸਮਿਲ੍ਲਾ ਜੀ, ਬੈਠੋ। ਹੁਣ ਮੈਂ ਗੱਲ ਅੱਗੇ ਟੋਰਾਂਗਾ। ਜਨਾਬ ਡਾਕਟਰ ਤੈਮੂਰ ਰਹਿਮਾਨ ਹੋਰਾਂ ਨੂੰ ਕਹਾਂਗਾ ਕਿ ਉਹ ਇਸ ਅੱਜ ਦੇ ਮੌਜੂ ਦੇ ਹਵਾਲੇ ਨਾਲ ਆਪਣੀਆਂ ਬੁਨਿਆਦੀ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨ। ਬਹੁਤ ਸ਼ੁਕਰੀਆ ਜੀ। ਮੇਰਾ ਖਿਆਲ ਹੈ ਮੇਰਾ ਉਸ ਜਨਰੇਸ਼ਨ ਦੇ ਨਾਲ ਤਾਲੁਕ ਹੈ ਔਰ ਉਹਨਾਂ ਲੋਕਾਂ ਦੇ ਨਾਲ ਤਾਲੁਕ ਹੈ, ਕਿਉਂਕਿ ਮੇਰੀ ਐਜੂਕੇਸ਼ਨ ਇੱਕ ਮਖਸੂਸ ਕਿਸਮ ਦੇ ਸਕੂਲ ਵਿੱਚ ਹੋਈ ਸੀ। ਫਿਰ ਮੈਂ ਬਾਹਰ ਟੁਰ ਗਿਆ ਆਲਾ ਤਾਲੀਮ ਵਾਸਤੇ, ਮਾਸਟਰਸ ਔਰ PhD ਵਗੈਰਾ ਵਾਸਤੇ। ਤੇ PhD ਕਰਨ ਤੋਂ ਬਾਅਦ ਮੇਰੀ ਕੋਸ਼ਿਸ਼ ਇਹੀ ਸੀ ਕਿ ਜਿਹੜੀ ਮੁਅੱਜ਼ਜ਼ ਪੈਨਲਿਸਟਾਂ ਨੇ ਗੱਲ ਕੀਤੀ ਕਿ ਧਰਤੀ ਨਾਲ ਜੁੜਨ ਦੀ ਮੇਰੀ ਕੋਸ਼ਿਸ਼ ਸੀ, ਉਹਦੇ ਨਤੀਜੇ ਦੇ ਵਿੱਚ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ। ਪਿਛਲੇ 4 ਸਾਲਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਬੈਂਡ ਨੂੰ ਲੈ ਕੇ, ਆਪਣੀ ਮੌਸੀਕੀ ਨੂੰ ਲੈ ਕੇ ਮੈਂ ਪਿੰਡਾਂ 'ਚ ਨਿਕਲ ਜਾਵਾਂ ਔਰ ਉੱਥੇ ਲੋਕਾਂ ਨੂੰ ਫੈਜ਼ ਅਹਿਮਦ ਫੈਜ਼, ਹਬੀਬ ਜਾਲੇ, ਮੁਖਤਲਿਫ ਸ਼ਾਇਰਾਂ, ਤਰੱਕੀ ਪਸੰਦ ਸ਼ਾਇਰਾਂ ਦੀ ਸ਼ਾਇਰੀ ਸੁਣਾਵਾਂ। ਜਦੋਂ ਮੈਂ ਪਿੰਡਾਂ 'ਚ ਨਿਕਲਿਆ ਅਫਜ਼ਲ ਸਾਹਿਬ, ਤੇ ਉੱਥੇ ਫਿਰ ਜ਼ਾਹਰੀ ਗੱਲ ਹੈ ਇੱਕ ਆਡੀਅנס ਨਾਲ ਤੁਸੀਂ ਕਨੈਕਟ ਹੋਣਾ, ਲੋਕਾਂ ਨੂੰ ਗੱਲ ਵੀ ਸਮਝਾਣੀ। ਫਿਰ ਉੱਥੇ ਮੈਂ ਸ਼ੁਰੂ ਕੀਤਾ ਕਿ ਮੈਂ ਸਿੱਖਾਂ ਕਿ ਬਾਬਾ ਫਰੀਦ ਨੇ ਕੀ ਗੱਲ ਕੀਤੀ ਹੈ, ਬੁੱਲੇ ਸ਼ਾਹ ਨੇ ਕੀ ਗੱਲ ਕੀਤੀ। ਔਰ ਜਿਹੜੀ ਤਰਜ਼ੇ ਮੌਸੀਕੀ ਵੀ ਸੀ, ਤੁਹਾਨੂੰ ਪਤਾ ਹੈ ਕਿ ਸ਼ਹਿਰਾਂ ਵਿੱਚ ਸ਼ਾਇਦ ਹੋਰ ਤਰਜ਼ੇ ਮੌਸੀਕੀ ਹੁੰਦੀ ਹੈ ਤੇ ਪਿੰਡਾਂ ਦੇ ਵਿੱਚ ਹੋਰ ਤਰਜ਼ੇ ਮਿਸਾਲ ਤੌਰ ਤੇ ਇੱਕ ਸ਼ਹਿਰ ਦੇ ਵਿੱਚ ਗਜ਼ਲ ਗਾਇਕੀ ਬਹੁਤ ਪਸੰਦ ਕੀਤੀ ਜਾਂਦੀ ਹੈ, ਮਗਰ ਪਿੰਡਾਂ ਦੇ ਵਿੱਚ ਜਿਹੜੀ ਫੋਕ ਗਾਇਕੀ ਹੈ ਉਹਦੇ ਜਿਹੜੇ ਆਪਣੇ ਮਖਸੂਸ ਰਾਗ ਨੇ, ਉਹਨਾਂ ਦੇ ਜਿਹੜੇ ਆਪਣੇ ਮਖਸੂਸ ਅੰਦਾਜ਼ ਨੇ, ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ। ਤੇ ਬਹਰਹਾਲ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ। ਮੇਰਾ ਖਿਆਲ ਹੈ 4 ਸਾਲਾਂ ਦੇ ਵਿੱਚ ਅਸੀਂ 300 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਗਏ ਔਰ ਉੱਥੇ ਅਸੀਂ ਪਰਫਾਰਮੈਂਸ ਕੀਤੀ। ਔਰ ਉਹ ਪਰਫਾਰਮੈਂਸ ਮੁਆਵਜ਼ੇ ਵਾਸਤੇ ਨਹੀਂ ਸੀ, ਉਹ ਸਿਰਫ ਲੋਕਾਈ ਵਾਸਤੇ ਪਰਫਾਰਮੈਂਸ ਸੀ। ਇਸ ਪੂਰੇ ਤਜਰਬੇ ਤੋਂ ਮੈਂ ਜਿਹੜਾ ਸਬਕ ਸਿੱਖਿਆ ਹੋਇਆ ਸੀ ਕਿ ਜੇ ਸੂਫੀਆ ਕਰਾਮ ਨਾ ਹੁੰਦੇ, ਜੇ ਉਹ ਹੁੰਦੇ ਹੀ ਨਾ ਸਾਡੀ ਤਾਰੀਖ ਦੇ ਵਿੱਚ, ਤੇ ਕਸਮੇ ਖੁਦਾ ਦੀ ਸਾਡੇ ਕੋਲ ਕੋਈ ਕਲਚਰ ਹੁੰਦਾ ਹੀ ਨਾ, ਸਾਡੀ ਕੋਈ ਸਕਾਫਤ ਹੁੰਦੀ ਹੀ ਨਾ, ਸਾਡੀ ਕੋਈ ਮੌਸੀਕੀ ਹੁੰਦੀ ਹੀ ਨਾ, ਸਾਡੇ ਵਿੱਚ ਰਕਸ ਕਰਨ ਦਾ ਤਰੀਕਾਕਾਰ ਸ਼ਾਇਦ ਹੁੰਦਾ ਹੀ ਨਾ। ਮਤਲਬ ਉਹ 90% ਜਿਹੜਾ ਸਕਾਫਤੀ ਕੰਮ ਹੈ ਉਹ ਉਹਨਾਂ ਨੇ ਕੀਤਾ। ਇਹਦੇ 'ਚ ਮੇਰਾ ਖਿਆਲ ਹੈ ਕੋਈ ਸ਼ੱਕ ਨਹੀਂ ਬਚਦਾ। ਦੂਜੀ ਗੱਲ ਮੈਂ ਇਹ ਸਿੱਖੀ, ਵੈਸੇ ਤੇ ਬੜੀਆਂ ਸਾਰੀਆਂ ਗੱਲਾਂ ਨੇ, ਤਸਵਫ ਤੇ ਗੱਲ ਹੋ ਸਕਦੀ ਹੈ, ਵਾਦਤੁਲ ਵਜੂਦ ਤੇ ਗੱਲ ਹੋ ਸਕਦੀ ਹੈ, ਬੜੀ ਡੀਪ ਫਿਲੋਸੋਫੀਕਲ ਬੇਸਿਸ ਤੇ ਗੱਲ ਹੋ ਸਕਦੀ ਹੈ, ਇਬਨ ਅਰਬੀ ਨੇ ਕੀ ਆਖਿਆ ਤੇ ਇੱਥੇ ਦਾ ਜਿਹੜਾ ਸੂਫੀਜ਼ਮ ਹੈ, ਮਤਲਬ ਉਹ ਬੜੇ ਦਿਲਚਸਪ ਕਿਸਮ ਦੇ ਪੁਆਇੰਟ ਨੇ। ਮਗਰ ਮੈਂ ਉਹਨਾਂ ਨੁਕਾਤ ਨੂੰ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੇ ਮੇਰੇ ਦਿਲ ਨੂੰ, ਜਿਨ੍ਹਾਂ ਨੇ ਮੈਨੂੰ ਅਸਰਅੰਦਾਜ਼ ਕੀਤਾ। ਦੂਜੀ ਗੱਲ ਜਿਹਨੇ ਮੈਨੂੰ ਅਸਰਅੰਦਾਜ਼ ਕੀਤਾ ਹੋਏ ਸੀ ਕਿ ਜਿੰਨੇ ਵੀ ਸੂਫੀ ਨੇ, ਉਹਨਾਂ ਨੇ ਕਦੇ ਵੀ ਇਨਸਾਨੀਅਤ ਦੇ ਵਿੱਚ ਮਜ਼ਹਬ ਦੀ ਬੁਨਿਆਦ ਤੇ, ਲਸਾਨੀ ਬੁਨਿਆਦਾਂ ਤੇ, ਕੌਮ ਦੀ ਬੁਨਿਆਦ ਤੇ, ਰੰਗ ਦੀ ਬੁਨਿਆਦ ਤੇ, ਜ਼ਾਤ ਦੀ ਬੁਨਿਆਦ ਤੇ ਇਨਸਾਨਾਂ ਦੇ ਵਿੱਚ ਵੰਡ ਨਹੀਂ ਪਾਈ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਹੀ ਵੱਡੀ ਗੱਲ ਹੈ। ਜਦੋਂ ਮੈਂ ਅੱਜ ਦੇ ਹਾਲਾਤ ਨੂੰ ਵੇਖਣਾ ਕਿ ਪਾਰਾ ਚਨਾਰ ਦੇ ਵਿੱਚ 5 ਉਸਤਾਦ ਸਨ ਜਿਨ੍ਹਾਂ ਨੂੰ ਬੇਈਮਾਨਾ ਜਿਨ੍ਹਾਂ ਦਾ ਕਤਲ ਕੀਤਾ, ਫਿਰ ਉਹਨਾਂ ਦੀ ਲਾਸ਼ਾਂ ਦੇ ਨਾਲ ਕੀ ਕੁਝ ਨਹੀਂ ਕੀਤਾ, ਸਿਰਫ ਇਸ ਵਜ੍ਹਾ ਤੋਂ ਕਿ ਬਈ ਉਹਨਾਂ ਦਾ ਮਜ਼ਹਬ ਥੋੜਾ ਜਿਹਾ
ਉਹਨਾਂ ਦੀ ਅੰਡਰਸਟੈਂਡਿੰਗ ਥੋੜੀ ਜਿਹੀ ਮੁਖਤਲਿਫ ਸੀ। ਹਾਂਜੀ, ਮਕਤਬਾ ਫਿਕਰ ਥੋੜਾ ਜਿਹਾ ਮੁਖਤਲਿਫ ਸੀ, ਤੇ ਉਹਨਾਂ ਨਾਲ ਕੀ ਕੁਝ ਨਹੀਂ ਕੀਤਾ। ਤੇ ਮੈਨੂੰ ਫਿਰ ਉਹਨਾਂ ਦਾ ਹੀ ਜਿਹੜਾ ਦਿੱਤਾ ਹੋਇਆ ਪੈਗਾਮ ਹੈ ਉਹ ਯਾਦ ਆਉਂਦਾ ਹੈ ਕਿ ਇਹ ਜਿਹੜੀਆਂ ਸਾਰੀਆਂ ਲੜਾਈਆਂ ਨੇ ਇਹ ਅਸੀਂ ਆਪ ਪਾਈਆਂ ਨੇ, ਔਰ ਅਸੀਂ ਉਹਨਾਂ ਨੂੰ ਜਸਟੀਫਾਈ ਕਰਨੇ ਆ ਰੱਬ ਦੇ ਨਾਂ ਤੇ, ਔਰ ਅਸੀਂ ਮੈਂ ਸਮਝਦਾ ਜ਼ਿਆਦਤੀ ਕਰਨੇ ਆ ਲੋਕਾਈ ਦੇ ਨਾਲ ਵੀ, ਲੋਕਾਂ ਦੇ ਨਾਲ ਵੀ, ਔਰ ਮੇਰਾ ਖਿਆਲ ਹੈ ਰੱਬ ਨਾਲ ਵੀ। ਤੀਸਰੀ ਗੱਲ ਜਿਹੜੀ ਮੈਂ ਸਿੱਖੀ ਹੋਈ ਸੀ ਕਿ ਇਹ ਜਿਹੜੇ ਪਿਆਰੇ ਲੋਕ ਸਨ, ਇਹਨਾਂ ਦਾ ਵਾਕਈ ਲੋਕਾਈ ਦੇ ਨਾਲ ਇੱਕ ਬਹੁਤ ਗਹਿਰਾ ਤਾਲੁਕ ਸੀ। ਕਈ ਫਿਲਾਸਫਰ ਲੰਘੇ ਨੇ, ਕਈ ਅਜ਼ੀਮ ਮੁਫੱਕਰ ਗੁਜ਼ਰੇ ਨੇ, ਅਕਸਰ ਦਾ ਤਾਲੁਕ ਜਿਹੜਾ ਸੀ ਉਹ ਦਰਬਾਰਾਂ ਦੇ ਨਾਲ ਸੀ, ਔਰ ਉਹ ਦਰਬਾਰਾਂ ਦੇ ਫਿਲਾਸਫਰ ਸਨ। ਮਗਰ ਇਹ ਜਿਹੜੇ ਲੋਕ ਸਨ, ਇਹਨਾਂ ਨੇ ਹਮੇਸ਼ਾ ਜਦੋਂ ਗੱਲ ਕੀਤੀ ਗਰੀਬਾਂ ਦੀ, ਮਜ਼ਲੂਮਾਂ ਦੀ, ਮਹਿਕੂਮਾਂ ਦੀ ਗੱਲ ਕੀਤੀ, ਮਿਹਨਤਕਸ਼ਾਂ ਦੀ ਗੱਲ ਕੀਤੀ। ਇਹ ਜਿਹੜਾ ਆਜਜ਼ੀ ਦਾ ਫਲਸਫਾ ਜਿਹੜਾ ਤੁਸੀਂ ਬਿਆਨ ਕਰ ਰਹੇ ਹੋ, ਇਹਦੇ ਵਿੱਚ ਇਹ ਵੀ ਆਜਜ਼ੀ ਸ਼ਾਮਿਲ ਹੈ, ਜਿਹਦੇ ਨਤੀਜੇ ਦੇ ਵਿੱਚ ਸ਼ਾਇਦ ਲੋਕੀ ਸਮਝਦੇ ਨੇ ਕਿ ਸੂਫੀ ਹੋਣ ਦਾ ਮਤਲਬ ਹੈ ਕਿ ਤੁਸੀਂ ਗੁਰਬਤ ਨੂੰ ਗਲੇ ਲਾ ਲਓ। ਮਗਰ ਉਹਦੇ 'ਚ ਜਿਹੜਾ ਅਸਲ ਮਕਸਦ ਹੈ ਵੇ ਉਹ ਇਹੀ ਹੈ ਕਿ ਬਈ ਤੁਸੀਂ ਲੋਕਾਈ ਦੇ ਨਾਲ ਜੁੜੋ, ਗਰੀਬਾਂ ਨਾਲ ਜੁੜੋ, ਉਹਨਾਂ ਦੇ ਦੁੱਖ ਦਰਦ ਨੂੰ ਸਮਝੋ। ਔਰ ਇਹ ਮੈਂ ਸਮਝਦਾ ਕਿ ਸੂਫੀਇਜ਼ਮ ਦਾ ਜਿਹੜਾ ਤੀਸਰਾ ਇੱਕ ਪਹਿਲੂ ਹੈ ਉਹ ਮੈਨੂੰ ਬੜਾ ਟੱਚ ਕਰਦਾ। ਤੇ ਆਖਿਰ ਵਿੱਚ ਮੈਂ ਇਹੀ ਕਹਾਂਗਾ ਕਿ ਬਾਬਾ ਬੁੱਲੇ ਸ਼ਾਹ ਨੇ ਕਿਹਾ ਸੀ, ਮੈਂ ਤੇ ਦਿਲ ਨੂੰ ਗੱਲ ਜਿਹੜੀ ਉਹ ਦਿਲ ਨੂੰ ਲਾ ਲਈਏ ਕਿ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ, ਮੈਨੂੰ ਨੱਚ ਕੇ ਯਾਰ ਮਨਾਵਣ ਦੇ। ਲੋਕ ਇਸ਼ਕ ਨੂੰ ਭੁੱਲ ਕਹਿੰਦੇ ਤੇ ਸਾਨੂੰ ਗਲ ਵਿੱਚ ਮਾਲਾ ਪਾਵਣ ਦੇ। ਇਹ ਬੁੱਲੇ ਸ਼ਾਹ ਉਹਦੀ ਉਹ ਜਾਣੇ, ਮੈਨੂੰ ਆਪਣੀ ਤੋੜ ਨਿਭਾਵਣ ਦੇ। ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਭਾਵੇਂ ਸੂਲੀ ਚੜਨਾ ਪੈ ਜਾਵੇ। ਨੱਚ ਨੱਚ ਕੇ ਯਾਰ ਮਨਾਵਣ ਲਈ, ਭਾਵੇਂ ਕੰਜਰੀ ਬਣਨਾ ਪੈ ਜਾਵੇ। ਵਾਹ ਜੀ ਵਾਹ, ਖੈਰ ਹੋ ਗਈ ਬਾਬਾ ਜੀ, ਹੁੰਗਾਰਾ ਵੀ ਆ ਗਿਆ ਤੁਹਾਨੂੰ। ਜਿਉਂਦੇ ਰਹੋ, ਜਿਉਂਦੇ ਰਹੋ। ਗੱਲ ਇਹ ਵੇ ਕਿ ਇਹ ਮਿੱਟੀ ਨਾਲ ਮਿੱਟੀ ਹੋਏ ਲੋਕ, ਪਰ ਇਹ ਮਿਹਨਤ ਨਾਲ ਜੁੜੇ ਹੋਏ। ਹਾਂ, ਵਾਰਿਸ ਸ਼ਾਹ ਦਰਬਾਰ ਦੀ ਇੱਕ ਕਹਿ ਲਓ ਕਿ ਉਹਨਾਂ ਦੀ ਇੱਕ ਮਾਨੀ, ਇੱਕ ਫਕੀਰਨੀ ਸਾਡੇ ਕੋਲ ਆਈ ਨੇ। ਉਹਨਾਂ ਨੇ ਨਾਰਾ ਮਾਰਿਆ ਆਪਣੇ ਜਜ਼ਬ 'ਚ, ਆਪਣੀ ਮਸਤੀ 'ਚ। ਗੱਲ ਇਹ ਵੇ ਕਿ ਇਹ ਕੋਈ ਵੇਲੇ, ਕੋਈ ਇਸ ਤਰ੍ਹਾਂ ਕੋਈ ਢੇਰੀ ਢਾਹ ਕੇ ਜਾਂ ਕੋਈ ਧੂਣੀ ਰਮਾ ਕੇ ਬੈਠੇ ਹੋਏ ਫਕੀਰਾਂ ਦੀ ਰਵਾਇਤ ਨਹੀਂ ਹੈ ਸਾਡੀ ਪੰਜਾਬ ਦੀ। ਇਹ ਤੇ ਬਹੁਤ ਮਿਹਨਤ ਨਾਲ ਜੁੜੇ ਹੋਏ, ਆਰ ਨਾਲ ਜੁੜੇ ਹੋਏ, ਕਾਰ ਨਾਲ ਜੁੜੇ ਹੋਏ, ਮਤਲਬ, ਔਰ ਇਸੇ ਗੱਲ ਦਾ ਪ੍ਰਚਾਰ ਕਰਦੇ ਹੋਏ। ਕਰ ਕੱਤਣ ਵੱਲ ਧਿਆਨ ਕੂੜੇ, ਕਰ ਕੱਤਣ ਵੱਲ ਧਿਆਨ। ਬੁੱਲੇ ਸ਼ਾਹ ਵੀ ਕਹਿ ਰਹੇ ਨੇ, ਕਬੀਰ ਜੀ ਨੇ ਵੀ ਚਰਖਾ ਵਜਾਇਆ, ਕੱਤਿਆ ਹੈ, ਮਾਧੋ ਲਾਲ ਹੁਸੈਨ ਨੇ ਵੀ ਚਰਖਾ ਕੱਤਿਆ ਹੈ। ਇਹ ਸਾਰਿਆਂ ਨੇ ਅਮਲ ਕੀਤੇ ਨੇ, ਆਰ ਕੀਤੇ ਨੇ, ਕਾਰ ਕੀਤੇ ਨੇ। ਔਰ ਕੋਈ ਜੰਗਲਾਂ 'ਚ ਜਾ ਕੇ ਨਹੀਂ ਬੈਠੇ, ਖਲਕਤ 'ਚ ਜਾ ਕੇ ਪੇੜ ਬੰਨ੍ਹ ਕੇ ਸੰਗਤ ਦੀਆਂ ਸੰਗਤ, ਸਾਧ ਸੰਗਤ ਦੇ ਓਲੇ ਰਹਿੰਦੇ ਬੁੱਧ ਤਿਨਾਂ ਦੀ ਸੂਰੀ, ਦਿਲ ਦਰਦਾਂ ਕੀਤੀ ਪੂਰੀ ਨਹੀਂ ਦਿਲ ਦਰਦਾਂ। ਸੋ ਇਹ ਸਾਧਾਂ ਦੀ ਸੰਗਤ ਦੀ ਵੀ ਇੱਕ ਪੂਰੀ ਰਵਾਇਤ ਹੈ, ਜਿੱਥੇ ਬੈਠ ਕੇ ਬੜੇ ਬੜੇ ਗੁੱਝੇ ਇਲਮੀ, ਅਦਬੀ ਔਰ ਫਿਕਰੀ ਔਰ ਵਿਸੋਂ ਦੇ ਸਮਾਜ ਦੇ ਅੰਦਰ ਦੀਆਂ ਜਿਹੜੀਆਂ ਜ਼ਿਹਨ ਦੀ ਸੋਚ ਵਿਚਾਰ ਦੀਆਂ ਗੁੰਝਲਾਂ ਜਿਹੜੀਆਂ ਨੇ ਵੱਡੀਆਂ ਵੱਡੀਆਂ, ਉਹ ਰਲ ਕੇ ਬਹਿ ਕੇ ਹੱਲ ਕਰਦੇ ਸਨ। ਔਰ ਸੰਗੀਤ ਰਾਹੀਂ ਉਹ ਸਾਰਾ ਕੁਝ ਗਾਇਆ ਜਾਂਦਾ ਸੀ। ਬਲਕਿ ਨਾਨਕ ਹੋਰਾਂ ਦੀ ਗੱਲ ਤੇ ਉਹ ਤੇ ਵਿਚਾਰ ਹੀ ਆਪਣਾ ਗਾ ਕੇ ਉਹਨਾਂ ਨੇ ਸਾਰੀ ਉਮਰ ਦੱਸਿਆ ਜ਼ਿੰਦਗੀ ਨੂੰ। ਸੋ ਸੁਰ ਦੇ ਨਾਲ ਵੀ, ਖਲਕਤ ਦੇ ਨਾਲ ਵੀ, ਅਮਲ ਦੇ ਨਾਲ ਵੀ। ਇਹ ਕੋਈ ਬੇਅਮਲੇ ਫਕੀਰ ਨਹੀਂ ਸਨ ਸਾਡੇ ਸਾਰੇ। ਜਿਹੜੀ ਸਾਡੀ ਪੰਜਾਬੀ ਕਲਾਸਿਕੀ ਸ਼ਾਇਰਾਂ ਦੀ ਜਿਹੜੀ ਰਵਾਇਤ ਹੈ ਉਹ ਇੱਕ ਸਵਾਲ ਜਿਹੜਾ ਮੇਰੇ ਜ਼ਿਹਨ 'ਚ ਉਹ ਮੈਂ ਬਾਅਦ ਦੇ ਵਿੱਚ ਆਪਣੇ ਪੈਨਲਿਸਟਾਂ ਕੋਲ ਕਰਾਂਗਾ, ਲੇਕਿਨ ਮੈਂ ਚਾਹਾਂਗਾ ਕਿ ਪਹਿਲੇ ਸਾਡੇ ਮਿੱਤਰ ਜਨਾਬ ਆਮਰ ਰਿਆਜ਼ ਟੂਟੂ ਆਪਣੇ ਵਿਚਾਰ ਸਾਂਝੇ ਕਰਨ। ਬਹੁਤ ਸਾਰੀ ਗੱਲਾਂ ਤੇ ਹੋ ਗਈਆਂ ਨੇ, ਔਰ ਬਹੁਤ ਸਾਰੀ ਗੱਲਾਂ ਐਸੀਆਂ ਨੇ ਕਿ ਸ਼ਾਇਦ ਉਹਦੇ ਤੇ ਕਾਫੀ ਟਾਈਮ ਲੱਗ ਜਾਂਦਾ ਕਰਨ ਵਾਸਤੇ। ਕੁਛ ਐਸੀ ਜਿਸ ਦੌਰ ਦੇ ਵਿੱਚ ਅਸੀਂ ਲੰਘ ਰਹੇ ਹਾਂ, ਜਿਹੜੀ ਹੈ ਇੱਕ ਇੰਤਹਾ ਪਸੰਦੀ ਦੇ ਦੌਰ ਤੋਂ ਅਸੀਂ ਲੰਘ ਰਹੇ ਹਾਂ। ਤੁਸੀਂ ਦੇਖੋ ਕਿ ਜਦੋਂ ਹਫੀਜ਼ ਸੈਂਟਰ ਦੇ ਵਿੱਚ ਅੱਗ ਲੱਗੀ ਤੇ ਫਿਰ ਪਤਾ ਚੱਲਿਆ ਕਿ ਜਨਾਬ ਉਹ ਅਸਲ 'ਚ ਸ਼ਾਰਟ ਸਰਕਟਿੰਗ ਹੋ ਗਈ, ਉਹਨੇ ਅੱਗ ਲਾ ਦਿੱਤੀ। ਤੇ ਸਾਡੇ ਸੁਸਾਇਟੀ ਦੇ ਵਿੱਚ ਵੀ ਸ਼ਾਰਟ ਸਰਕਟਿੰਗ ਹੋਈ ਤੇ ਬਹੁਤ ਸਾਰੇ ਲੋਕਾਂ ਨੂੰ 9/11 ਤੋਂ ਬਾਅਦ ਪਤਾ ਚੱਲਿਆ ਕਿ ਇੰਤਹਾ ਪਸੰਦੀ ਕਿਉਂ ਵੱਧਦੀ ਹੈ। 9/11 ਤੋਂ ਪਹਿਲੇ ਉਹਨਾਂ ਨੂੰ ਨਹੀਂ ਪਤਾ ਸੀ।
ਹਾਲਾਂਕਿ ਸਾਨੂੰ ਪਤਾ ਸੀ। ਜਿਸ ਸੂਫੀਆਤ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਬੁਨਿਆਦੀ ਤੌਰ 'ਤੇ ਸੂਫੀ ਵੀ ਹੈ, ਕਲੰਦਰ ਵੀ ਹੈ, ਜੋਗੀ ਵੀ ਹੈ, ਔਰ ਉਹਦੀ ਇੱਕ ਰਵਾਇਤ ਹੈਗੀ ਹੈ, ਸਦੀਆਂ ਦੀ ਰਵਾਇਤ ਹੈਗੀ ਹੈ। ਉਹਦੇ ਵਿੱਚ ਰਵਾਦਾਰੀ ਬੁਨਿਆਦੀ ਗੱਲ ਹੈ। ਰਵਾਦਾਰੀ ਤੋਂ ਬਗੈਰ ਕੋਈ ਗੱਲ ਹੋ ਹੀ ਨਹੀਂ ਸਕਦੀ। ਉਹ ਦੁਸ਼ਮਣ ਦੇ ਨਾਲ ਵੀ ਰਵਾਦਾਰੀ ਹੈ। ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਤੇ ਦੂਜੇ ਪਾਸੇ ਕੌਣ ਨੇ? ਜਿਹੜੇ ਇੱਕ ਜੰਗੀ ਜਨੂਨ ਦੇ ਵਿੱਚ ਮੁਬਤਲਾ ਨੇ, ਸੁਬਾਹ ਸ਼ਾਮ ਜੰਗੀ ਜਨੂਨ ਤੇ ਲੱਗਦੇ ਨੇ। ਉਹ ਬਾਬਾ ਫਰੀਦ ਨੇ ਕਿਹਾ ਸੀ ਕਿ ਕਾਲੇ ਲਿਖਣਾ ਲੇਖ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੈ, ਆਪਣੇ ਗੇਰੇਵਾਨ ਮੇ ਸਿਰ ਨੀਵਾ ਨੀਵਾਂ ਕਰ ਦੇ। ਕਰਕੇ ਤੇ ਵੇਖੀਏ ਨਾ ਅੰਦਰ ਤੇ ਲੱਗ ਪਤਾ ਜਾਂਦਾ ਹੈ ਕਿ ਨਫ਼ਰਤਾਂ ਤੇ ਅਸੀਂ ਆਪ ਪੈਦਾ ਕਰਨੀਆਂ। ਬਹੁਤ ਉਹ ਨਫ਼ਰਤਾਂ ਦੇ ਉੱਤੇ ਜੋ ਕੁਝ ਅਸੀਂ ਖੜਾ ਕੀਤਾ, ਉਹ ਬਹੁਤ ਸਾਰੇ ਲੋਕਾਂ ਨੂੰ 9/11 ਤੋਂ ਬਾਅਦ ਪਤਾ ਚੱਲਿਆ ਕਿ ਟੁੱਟ ਗਿਆ। ਲੇਕਿਨ ਇਹਦੇ ਉੱਤੇ ਬਹੁਤ ਸਾਰੇ ਗੱਲ ਪਹਿਲਾਂ ਹੀ ਕਰ ਰਹੇ ਸਨ, ਕਿਉਂਕਿ ਇਹ ਇੰਤਹਾ ਪਸੰਦੀ ਅਸੀਂ ਇੱਥੇ ਪੈਦਾ ਕੀਤੀ ਹੈ। ਇਹਦੇ 'ਚ ਬਹੁਤ ਮਿਹਨਤ ਹੋਈ ਹੈ। ਅੰਗਰੇਜ਼ਾਂ ਦੇ ਦੌਰ ਤੋਂ ਕੰਮ ਸ਼ੁਰੂ ਹੋਇਆ। ਤੁਸੀਂ ਦੇਖੋ, ਅੰਗਰੇਜ਼ਾਂ ਦੇ ਦੌਰ 'ਚ 150 ਸਾਲ ਇੱਥੇ ਸਕੂਲ ਕਾਲਜ ਬਣੇ, ਸੂਫੀਆ ਦੀ ਚੀਜ਼ਾਂ ਨਹੀਂ ਪੜ੍ਹਾਈ ਗਈਆਂ। ਪੰਜਾਬ ਦੇ ਅੰਦਰ ਇਸ ਤੋਂ ਵੱਡਾ ਇਲਮ ਕਿਹੜਾ ਸੀ? ਇੱਕ ਕਿਤਾਬ, ਇੱਕ ਸਬਕ ਨਹੀਂ ਹੈਗਾ। ਐਸੇ ਵਾਸਤੇ ਇਹ ਕਾਠੇ ਅੰਗਰੇਜ਼ ਪੈਦਾ ਹੋਏ। ਇਹ ਕਾਠੇ ਅੰਗਰੇਜ਼ ਜਿਹੜੇ ਸਾਨੂੰ ਪਾਲਸੀਆਂ ਬਣਾਉਂਦੇ ਨੇ ਔਰ ਆ ਕੇ ਜਿਹੜਾ ਤਕਰੀਰਾਂ ਕਰਦੇ ਨੇ, ਐਵੇਂ ਨਹੀਂ ਪੈਦਾ ਕੀਤੇ ਉਹਨਾਂ ਨੇ। ਸੂਫੀਆ ਨੂੰ ਤੁਸੀਂ ਕੱਢ ਦਿੱਤਾ, ਜੋਗੀ ਦਾ ਤਾਂ ਨਾਂ ਹੀ ਨਹੀਂ ਹੈਗਾ। ਜੋਗੀ ਨੂੰ ਤੇ ਹਿੰਦੂ ਡਿਕਲੇਅਰ ਕਰਤਾ ਨਾ, ਪੰਥ ਵਾਲੇ ਉਹਨੂੰ ਤਾਂ ਫਾਰਗ ਕਰਤਾ ਨਾ ਬਿਲਕੁਲ ਹੀ। ਬਿਲਕੁਲ ਸਹੀ। ਲੇਕਿਨ ਸੂਫੀਆਂ ਦਾ ਵੀ ਜ਼ਿਕਰ ਕੋਈ ਨਹੀਂ, ਕੋਰਸ ਦੇ ਵਿੱਚ ਇੱਕ ਚੀਜ਼ ਨਹੀਂ। ਤੇ ਫਿਰ ਇਹੀ ਕੁਝ ਪੈਦਾ ਹੋਣਾ ਸੀ। ਤੇ ਜਦੋਂ ਪੈਦਾ ਹੋ ਗਿਆ ਤੇ ਫਿਰ ਕਹਿੰਦੇ ਸ਼ਾਰਟ ਸਰਕਟਿੰਗ ਹੋ ਗਈ। ਸ਼ਾਰਟ ਸਰਕਟਿੰਗ ਤੇ ਹੋਣੀ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ। ਦੇਖੋ, ਔਰ ਇਹਦੇ ਨਾਲ ਪੰਜਾਬੀ ਦੀ ਗੱਲ ਵੀ ਜੁੜੀ ਹੋਈ ਹੈ। ਜਿਹੜੀ ਸੂਫੀਆ ਦੀ ਗੱਲ ਹੈ, ਪੰਜਾਬੀ ਸ਼ਾਇਰ ਹੈਗੇ ਨੇ, ਸੂਫੀ ਸ਼ਾਇਰ, ਕੋਈ ਜ਼ਬਾਨ ਪਾਕਿਸਤਾਨ 'ਚ ਐਸੀ ਨਹੀਂ ਹੈਗੀ ਜਿਹਦੇ ਕੋਲ 1000 ਸਾਲ ਦੀ ਰਿਟਨ ਤਾਰੀਖ ਹੋਏ। ਕੋਈ ਜ਼ਬਾਨ, ਚਾਹੇ ਸਿੰਧੀ ਹੋਏ ਚਾਹੇ ਪਸ਼ਤੋ ਹੋਏ, ਇਹ ਸਾਰੀਆਂ 2-2, 4-4 ਸਾਲ ਦੀ। ਕਿਸੇ ਕੋਲ 1000 ਸਾਲ ਦੀ ਤਾਰੀਖ ਨਹੀਂ। ਇਹ ਸਿਰਫ ਪੰਜਾਬੀ ਹੈਗੇ ਨੇ ਜਿਹਨੂੰ ਕੋਈ। ਔਰ ਉਹ ਪੰਜਾਬੀ ਨਾਲ ਜੋ ਅਸੀਂ ਕਰ ਰਹੇ ਹਾਂ, ਔਰ ਜਿਸ ਤਰ੍ਹਾਂ ਉਹਦੇ ਟੋਟੇ ਕਰਕੇ ਪੂਰੀ ਇੱਕ ਲਹਿਰ ਬਣਾਈ ਹੋਈ ਹੈ, ਔਰ ਹਰ ਦੂਸਰੇ ਦਿਨ ਅਸੀਂ ਉਹਨੂੰ ਪੰਜਾਬੀ ਨੂੰ ਚੋਬਾ ਦਿੰਦੇ ਹਾਂ, ਉਹ ਵੀ ਇੱਕ ਆਪਣੀ ਵੱਖਰੀ ਗੱਲ ਹੈ। ਲੇਕਿਨ ਹਾਂਜੀ, ਉਹ ਵੀ ਸ਼ਾਰਟ ਸਰਕਟਿੰਗ ਨਹੀਂ ਕਰੋ ਗੱਲ ਕਰੋ। ਲੇਕਿਨ ਜਿਹੜੀ ਅਸਲ ਗੱਲ ਹੈ, ਜਿਹਦੀ ਮੈਂ ਸ਼ੁਰੂ ਵੀ ਕੀਤੀ ਰਵਾਦਾਰੀ ਦੀ, ਉਹੀ ਬੁਨਿਆਦ ਹੈਗੀ ਹੈ। ਲੇਕਿਨ ਜੇ ਦੇਖੋ, ਪੂਰੀ ਦੁਨੀਆ ਦੇ ਅੰਦਰ ਲੜਾਈ ਇੱਕੋ ਹੀ ਹੈ। ਇੱਕ ਪਾਸੇ ਅਸ਼ਰਾਫੀ ਹੈ, ਇੱਕ ਪਾਸੇ ਆਵਾਮ। ਆਵਾਮ ਜਿਹੜੀ ਹੈਗੀ ਹੈ, ਇਹ ਇਕਬਾਲ ਕੈਸਰ ਸਾਹਿਬ ਕਹਿ ਰਹੇ ਸਨ ਵੀ ਉਹ ਪੰਜਾਬੀ ਦੀ ਗੱਲ ਕਿਉਂ ਕਰਦੇ? ਆਵਾਮ ਦੀ ਗੱਲ ਤਾਂ ਉਹਨਾਂ ਕਰਨੀ ਹੀ ਨਹੀਂ। ਜਿਹਨੇ ਆਵਾਮ ਦੀ ਗੱਲ ਨਹੀਂ ਕਰਨੀ, ਉਹ ਕਦੀ ਫਾਰਸੀ ਬੋਲੇਗਾ, ਕਦੀ ਅੰਗਰੇਜ਼ੀ ਬੋਲੇਗਾ, ਕਦੀ ਉਰਦੂ ਬੋਲੇਗਾ, ਕਦੀ ਹਿੰਦੀ ਬੋਲੇਗਾ, ਉਹ ਪੰਜਾਬੀ ਗੱਲ ਨਹੀਂ ਕਰੇਗਾ। ਸੂਫੀਆ ਨੇ ਤਾਂ ਕਰਨੀ ਆਵਾਮ ਦੀ ਗੱਲ ਸੀ। ਉਹ ਚ ਬਾਬਾ ਫਰੀਦ ਤੋਂ ਲੈ ਕੇ ਤੁਸੀਂ ਆ ਜਾਓ, ਆਖਰ ਤੱਕ ਆ ਜਾਓ, ਸਾਰੇ ਬੋਲ ਰਹੇ ਨੇ। ਸਾਡੇ ਤੋਂ ਹੁਣ ਉਸਤਾਦ ਦਾਮਨ ਜੀ ਹੈਗੇ ਸਨ, ਔਰ ਉਹਨਾਂ ਨੇ ਅਰਬੀਆਂ ਫਾਰਸੀਆਂ ਦੇ ਆਲਮ ਸਨ। ਹਾਂਜੀ, ਉਹਨਾਂ ਨੂੰ ਚੰਗੀਆਂ ਆਉਂਦੀਆਂ ਸਨ। ਬਿਲਕੁਲ। ਇਹ ਨਹੀਂ ਕਿ ਉਹਨਾਂ ਨੂੰ ਉਹ ਸਰਕਾਰੀ ਜ਼ੁਬਾਨ ਨਹੀਂ ਸੀ ਇਸ ਵਾਸਤੇ ਇਹ ਗੱਲ ਕਰਨੀ, ਜਿਹਨੇ ਅਸ਼ਰਾਫੀਆ ਦੀ ਗੱਲ ਕਰਨੀ ਹੈ, ਉਹਨੇ ਹੋਰ ਪਾਲਿਸੀ ਬਣਾਉਣੀ ਹੈ। ਜਿਹਨੇ ਇਨਸਾਨੀਅਤ ਦੀ ਗੱਲ ਔਰ ਆਵਾਮ ਦੀ ਗੱਲ ਦੋ ਨਹੀਂ ਹੈਗੀ, ਇੱਕੋ ਹੀ ਹੈਗੀ ਹੈ। ਅਗਰ ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਹੋ ਤਾਂ ਐਕਚੁਅਲੀ ਤੁਸੀਂ ਇਹ ਕਹਿ ਰਹੇ ਹੋ ਕਿ ਆਵਾਮ ਦੀ ਗੱਲ ਤੁਸੀਂ ਕਰਦੇ ਹੋ। ਸੋ ਆਵਾਮ ਦੀ ਗੱਲ ਜਿਹਨਾਂ ਕਰਨੀ ਹੈ, ਉਹਨਾਂ ਨੇ ਬਿਲਕੁਲ ਹੋਰ ਤਰ੍ਹਾਂ ਸੋਚਣਾ। ਇਸ ਵਾਸਤੇ ਇਹ ਜਿਹੜੀ ਅਸੀਂ ਸੂਫੀ ਕਾਨਫਰੰਸਾਂ ਤੇ ਹੁੰਦੀਆਂ ਨੇ, ਅੱਛੀ ਗੱਲ ਹੈ, ਕਰਨੀ ਚਾਹੀਦੀ। ਲੇਕਿਨ ਬੁਨਿਆਦੀ ਜਿਹੜੀ ਗੱਲ ਇਹ ਹੈ ਕਿ ਆਵਾਮ ਦੀ ਗੱਲ ਕਰਨ ਵਾਸਤੇ ਫਿਰ ਆਵਾਮੀ ਪਾਲਿਸੀਆਂ ਵੀ ਹੋਣੀ ਚਾਹੀਦੀਆਂ। ਉਸ ਤੋਂ ਬਗੈਰ ਗੱਲ ਬਣਦੀ ਨਹੀਂ। ਬਹੁਤ ਵਧੀਆ ਗੱਲ, ਬਹੁਤ ਵਧੀਆ। ਬੁਨਿਆਦੀ ਗੱਲ ਹੈਗੀ। ਇਸ ਵਾਸਤੇ ਸੂਫੀਆਂ ਦੀ ਗੱਲ ਉੱਥੇ ਜਾ ਕੇ ਜੁੜਦੀ ਹੈ ਕਿ ਪੀਪਲਜ਼ ਰਾਈਟ ਦੇ ਉੱਤੇ, ਪੀਪਲਜ਼ ਮੂਵਮੈਂਟ ਦੇ ਉੱਤੇ ਸਾਨੂੰ ਖੜਾ ਹੋਣਾ ਚਾਹੀਦਾ। ਮੇਰਾ ਦਿਲ ਕਰ ਪਿਆ ਕਿ ਗਾਇਨ ਜੀ ਗੱਲ ਟੋਰੀ ਜਾਂਦੇ ਆ, ਸਵਾਲ ਹੀ ਕਰ ਦਿੰਦੇ ਆ ਆਪ ਨੂੰ, ਕਿਉਂਕਿ ਆਪ ਦੀ ਐਜੂਕੇਸ਼ਨ ਪਹਿਲੇ ਤੇ ਗੱਲ ਤੁਹਾਡੀ ਬੜੀ ਵਧੀਆ ਹੈ ਜ਼ੁਬਾਨ ਦੇ ਹਵਾਲੇ ਨਾਲ, ਕਿ ਅਸੀਂ ਉਹਨਾਂ ਦੀ ਫਿਕਰ ਔਰ ਫਲਸਫਾ, ਉਹਨਾਂ ਦੀ ਸ਼ਾਇਰੀ, ਉਹਦੇ 'ਚ ਕਿਹੜੀਆਂ ਰਮਜ਼ਾਂ, ਕਿਹੜੀਆਂ ਕੁੰਡੀਆਂ, ਬਾਬਾ ਫਰੀਦ ਨੇ, ਬਾਬਾ ਨਾਨਕ ਨੇ, ਬਾਬਾ ਸ਼ਾਹ ਹੁਸੈਨ ਨੇ, ਸੁਲਤਾਨ ਬਾਹੂ ਨੇ, ਜਾਂ ਬੁੱਲੇ ਸ਼ਾਹ, ਵਾਰਿਸ ਸ਼ਾਹ, ਜਾਂ ਖਾਜਾ ਗੁਲਾਮ ਫਰੀਦ ਤੱਕ, ਹਾਸ਼ਿਮ ਸ਼ਾਹ, ਹਦਾਇਤੁੱਲਾ, ਬੜੇ ਲੰਮੀ ਇੱਕ ਲੜੀ ਹੈ ਫਕੀਰਾਂ ਦੀ, ਸ਼ਾਇਰਾਂ ਦੀ।
ਇਹਨਾਂ ਦੀ ਸਾਰੀ ਬੋਲੀ ਨੁਕਰੇ ਲੱਗ ਜੇ, ਅਗਰ ਬੋਲੀ ਨੁਕਰੇ ਲੱਗ ਗਈ ਤੇ ਇਹਨਾਂ ਦਾ ਸੁਖਨ ਵੀ, ਇਹਨਾਂ ਦੀ ਸ਼ਾਇਰੀ ਵੀ ਨੁਕਰੇ ਲੱਗ ਗਈ। ਅਗਰ ਇੱਕ ਬੋਲੀ ਲਿਖਤ ਪੜ੍ਹਤ ਦੇ ਨਾਲ, ਸਰਕਾਰ ਦਰਬਾਰ ਦੇ ਨਾਲ, ਰੋਟੀ ਰੁਜ਼ਗਾਰ ਦੇ ਨਾਲ, ਪ੍ਰਚਾਰ ਦੇ ਨਾਲ, ਇਲਮ ਦੇ ਨਾਲ ਨਹੀਂ ਜੋੜੀ ਜਾਏਗੀ ਤਾਂ ਉਹ ਫਿਕਰ, ਉਹ ਫਲਸਫਾ, ਉਹ ਉਬੜ ਜਿਹਾ ਹੋ ਜਾਏਗਾ, ਓਪਰਾ ਜਿਹਾ ਹੋਗਾ, ਪਰਾਇਆ ਜਿਹਾ ਹੋ ਜਾਏਗਾ, ਜਿਵੇਂ ਦਾ ਸਾਡੇ ਹੋਇਆ ਪਿਆ। ਪੰਜਾਬ ਦੇ ਲੋਕਾਂ ਨੂੰ ਆਪਣੇ ਪੰਜਾਬੀ ਹੋਣ ਦੀ ਸੁਰਤ ਨਹੀਂ ਹੈਗੀ। ਅਸੀਂ ਸਦੀਆਂ ਤੋਂ 5,500 ਸਾਲ ਤੋਂ ਪੰਜਾਬੀ, ਇਹ ਜਿਹੜਾ ਇੱਕ ਖੱਪਾ ਹੋਇਆ ਕਿ ਬੋਲੀ ਨਹੀਂ ਮਿਲੀ ਸਾਨੂੰ। ਪੰਜਾਬ ਦੇ ਲੋਕਾਂ ਨੇ ਪੰਜਾਬੀ ਦੇ ਵਿੱਚ ਕਾਇਦਾ ਵੀ ਨਹੀਂ ਵੇਖਿਆ ਅੱਜ ਤੱਕ। ਦੁਨੀਆ ਦਾ ਹਰ ਬੱਚੇ ਦਾ ਹੱਕ ਹੈ ਕਿ ਉਹ ਆਪਣੀ ਮਾਂ ਦੀ ਜ਼ੁਬਾਨ 'ਚ ਤਾਲੀਮ ਲਏ, ਉਹ ਨਹੀਂ ਲਈ। ਹੁਣ ਫਿਰ ਵੀ ਕਿਧਰੇ ਮੈਂ ਅਮਰ ਰਿਆਜ਼ ਹੋਰਾਂ ਨੂੰ ਕਹਾਂਗਾ, ਕਿਧਰੇ ਕਰਿਕੂਲਮ ਬਣਦੇ ਨੇ, ਉਹਦੇ ਵਿੱਚ ਸੂਫੀ ਫਿਕਰ ਜਾਂ ਤਸਵੁਫ ਦੇ ਹਵਾਲੇ ਨਾਲ ਅਸੀਂ ਕਦੀ ਕੋਈ ਸ਼ੈ ਵੇਖਨੇ ਆ। ਇੱਕ ਤੇ ਜਿਹੜਾ ਸਾਡਾ ਕਰਿਕੂਲਮ ਬਣਦਾ, ਨਿਸਾਬ ਬਣਦਾ ਹੈ ਜਾਂ ਐਜੂਕੇਸ਼ਨ ਪਾਲਿਸੀਜ਼ ਬਣਦੀਆਂ ਨੇ, ਉਹਦੇ ਵਿੱਚ ਇਹ ਜਿਹੜਾ ਫਲਸਫਾ ਜਿਹਦੇ ਉੱਤੇ ਅੱਜ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਕੌਂਸਲ ਆਫ ਆਰਟ ਨੇ ਇਕੱਠਿਆਂ ਕੀਤਾ ਹੈ, ਇਹ ਇੱਕ ਰਾਏ, ਇੱਕ ਸੁਜੈਸ਼ਨ ਅੱਗੇ ਪਹੁੰਚਾ ਸਕਦੇ ਨੇ ਜਾਂ ਅੱਗੇ ਗੱਲ ਪਹੁੰਚੇਗੀ, ਮੀਡੀਆ ਰਾਹੀਂ ਜਾਏਗੀ। ਤੁਸੀਂ ਇਸ ਲੋੜ ਦੇ ਉੱਤੇ ਥੋੜ੍ਹੀ ਜਿਹੀ ਗੱਲ ਕਰ ਸਕਦੇ ਹੋ, ਜਾਂ ਮੈਂ ਚਾਹਾਂਗਾ ਕਿ ਜਾਂ ਸਵਾਲ ਦੇ ਤੌਰ ਤੇ ਵੀ ਤੇ ਇੱਕ ਰਾਏ ਦੇ ਤੌਰ ਤੇ ਵੀ, ਕਿ ਬਈ ਜੇ ਅਸੀਂ ਕਰਿਕੂਲਮ ਦਾ ਹਿੱਸਾ ਬਣਾਈਏ ਇਸ ਫਿਕਰ ਨੂੰ, ਇਹਨਾਂ ਬਾਬਿਆਂ ਨੂੰ, ਇਹਨਾਂ ਦੀ ਸ਼ਾਇਰੀ ਨੂੰ, ਤੇ ਵੱਖ ਪੱਖ ਨੂੰ, ਆਪਣੀ ਅੱਜ ਦੀ ਜਿਹੜੀ ਨਸਲ ਹੈ ਉਹ ਅਗਰ ਪੜ੍ਹੇ ਤੇ ਉਹਦੇ ਨਾਲ ਉਹਦੀ ਲੋੜ ਦੇ ਉੱਤੇ ਔਰ ਉਹ ਕਿਸ ਤਰ੍ਹਾਂ ਇੰਪਲੀਮੈਂਟ ਹੋ ਸਕਦਾ, ਇਹਦੇ ਉੱਤੇ ਥੋੜ੍ਹੀ ਜਿਹੀ ਗੱਲ ਕਰੋ। ਦੇਖੋ, ਸਾਡਾ ਜਿਹੜਾ ਕਰਿਕੂਲਮ ਹੈਗਾ, ਜਿੰਨਾ ਮੈਂ ਦੇਖੀਆਂ ਚੀਜ਼ਾਂ ਸਾਰੇ ਚਾਰੋਂ ਸੂਬਿਆਂ ਦੀ ਦੇਖੀਆਂ ਨੇ, ਔਰ ਅੰਗਰੇਜ਼ੀ ਦੀਆਂ ਵੀ, ਜਿਹੜੀ ਹੈ ਅੰਗਰੇਜ਼ੀ ਦੀ ਕਿਤਾਬਾਂ ਸਾਡੀਆਂ ਬਾਹਰੋਂ ਆਉਂਦੀਆਂ ਨੇ ਅੰਗਰੇਜ਼ੀ ਮੀਡੀਅਮ ਸਕੂਲਾਂ 'ਚ, ਉਹ ਵੀ ਦੇਖੀਆਂ ਨੇ। ਦੇਖੋ, ਉਹਦੇ ਵਿੱਚ ਨਫ਼ਰਤ ਦੀ ਗੱਲ ਜਿਹੜੀ ਹੈ ਨਾ, ਉਹਨੂੰ ਬੜੇ ਤਰੀਕੇ ਦੇ ਨਾਲ ਵਾੜਿਆ ਗਿਆ। ਮੈਨੂੰ ਇਹ ਦੱਸੋ, 7ਵੀਂ ਦੇ ਬੱਚੇ ਨੂੰ ਸਲੀਬੀ ਜੰਗਾਂ ਪੜ੍ਹਾਉਣ ਦਾ ਕੀ ਤੁਕ? ਕੋ ਮੈਨੂੰ ਦੱਸੇ ਕਿ ਸਲੀਬੀ ਜੰਗਾਂ ਜਿਹੜੀਆਂ ਨੇ ਉਹ 7ਵੀਂ ਦੇ ਬੱਚੇ ਨੂੰ ਪੜ੍ਹਾਉਣ ਦੀ ਕੀ ਤੁਕ? ਔਰ ਇੱਕ ਅੰਗਰੇਜ਼ੀ ਮੀਡੀਅਮ ਦੀ ਕਿਤਾਬ ਦੇ ਵਿੱਚ ਉਹ ਜਿਹੜੀ ਜੰਗੇ ਜਮਲ ਸੀ ਉਹ ਪੜ੍ਹਾਈ ਹੋਈ ਸੀ ਉਹਨਾਂ ਨੇ। ਮਤਲਬ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਤੁਸੀਂ ਬੱਚੇ ਨੂੰ ਇੱਕ ਉਹਨੂੰ 2 ਜ਼ਬਾਨਾਂ ਸਿਖਾਉਣੀਆਂ ਨੇ, 3 ਜ਼ਬਾਨਾਂ ਸਿਖਾਉਣੀਆਂ ਨੇ। ਚਲੋ ਪੰਜਾਬੀ ਤਾਂ ਤੁਸੀਂ ਸਿਖਾਉਣੀ ਨਹੀਂ, ਕਿਉਂਕਿ ਅੰਗਰੇਜ਼ ਤੁਹਾਨੂੰ ਦੱਸ ਗਿਆ ਕਿ 1865 'ਚ ਉਹਨੇ ਕਹਿਤਾ ਸੀ ਕਾਕਾ ਪੰਜਾਬੀ ਨਹੀਂ ਪੜ੍ਹਨੀ। ਤੇ ਹੁਣ ਸਾਰੇ ਜਿਹੜੇ ਕਾਠੇ ਅੰਗਰੇਜ਼ ਹੈਗੇ ਨੇ ਉਹਨਾਂ ਨੇ ਵੀ ਕਸਮ ਖਾਧੀ ਹੈ, ਔਰ ਜਦੋਂ ਪ੍ਰੈਸ਼ਰ ਪੈਂਦਾ ਤੇ ਫਿਰ ਪੰਜਾਬੀ ਦੇ ਉਹਨਾਂ ਨੇ 3 ਟੋਟੇ ਕਰਤੇ ਨੇ ਔਰ 2 ਹੋਰ ਟੋਟੇ ਕਰ ਰਹੇ ਨੇ। ਯਾਨੀ ਉਹਨਾਂ ਨੇ ਸਰਾਇਕੀ ਵੀ ਬਣਾਤੀ, ਪੋਠਵਾਰੀ ਵੀ ਬਣਾਤੀ, ਹਿੰਦਗੋ ਵੀ ਬਣਾਤੀ, ਤੇ ਮਜ਼ੀਦ ਟੋਟੇ ਕਰ ਰਹੇ ਨੇ, ਤਾਂ ਕਿ ਕਿਸੇ ਨੂੰ ਪਤਾ ਹੈਗਾ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਇੱਕ ਬਹੁਤ ਵੱਡੀ ਰਿਐਲਿਟੀ ਹੈ। ਹੁਣ ਉਹ ਜਿਹੜੀ ਬੁਨਿਆਦੀ ਉਹਨਾਂ ਨੇ ਕਰਿਕੂਲਮ ਦੇ ਵਿੱਚ ਚੀਜ਼ਾਂ ਪਾਈਆਂ ਹੋਈਆਂ ਨੇ, ਉਹ ਤਾਂ ਸਾਰੀ ਜੰਗੀ ਜਨੂਨ ਤੇ ਮੁਬਤਲਾ ਨੇ। ਉਹਦੇ 'ਚ ਰਵਾਦਾਰੀ ਨੂੰ ਪ੍ਰਮੋਟ ਕਰਨ ਦੀ ਗੱਲ ਨਹੀਂ ਹੈਗੀ। ਇਸ ਵਾਸਤੇ ਉਹਦੇ 'ਚ ਸੂਫੀਆ ਦੀ ਗੁੰਜਾਇਸ਼ ਨਹੀਂ ਹੈਗੀ। ਔਰ ਜੇ ਸੂਫੀਆ ਪਾਣਗੇ ਵੀ, ਉਹ ਜਿਹੜੇ ਕੁਛ ਪਾਏ ਉਹ ਇਸ ਤਰੀਕੇ ਨਾਲ ਪਾਏ ਕਿ ਉਹਦੇ 'ਚ ਅਵਾਮੀ ਗੱਲ ਨਹੀਂ ਹੈਗੀ। ਇਸ ਵਾਸਤੇ ਮੈਂ ਤਾਂ ਕਹਿੰਦਾ ਕਿ ਅਗਰ ਸੂਫੀਆ ਨੂੰ ਪਾਣਾ ਹੈ ਤੇ ਉਹ ਸਿਰਫ ਉਹਨਾਂ ਦਾ ਓਰੀਜਨਲ ਟੈਕਸਟ ਪਾਣ। ਬਹੁਤ ਅੱਛਾ, ਬਹੁਤ, ਤਾਂ ਕਿ ਉਹਨੂੰ ਕੋਈ ਉਹਦੀ ਤਸ਼ਰੀਹਾਤ ਨਾ ਪਾਣ। ਵੀ ਮੈਂ ਤੁਹਾਨੂੰ ਦੱਸਾਂ ਕਿ ਅਗਰ ਇਹ ਖੁਤਬਾ ਇਲਾਹਾਬਾਦ ਪੂਰਾ ਛਾਪ ਦੇਣ ਨਾ, 9ਵੀਂ 10ਵੀਂ 'ਚ ਪੜ੍ਹਾ ਦੇਣ, ਤੇ ਲੋਕਾਂ ਦਾ ਇਲਮ ਜ਼ਿਆਦਾ ਵੱਧ ਜਾਏ। ਇਹਨਾਂ ਨੇ ਜੋ ਇਕਬਾਲ ਦੇ ਨਾਲ ਕੀਤਾ ਹੈ ਉਹੀ ਇਹਨਾਂ ਸੂਫੀਆ ਨਾਲ ਕਰਨਾ ਹੈ। ਅੱਛਾ, ਗੱਲ ਅੱਗੇ ਤੋਰਦੇ ਹਾਂ। ਡਾਕਟਰ ਤੈਮੂਰ ਰਹਿਮਾਨ, ਤੁਸੀਂ ਅੱਜ ਕੱਲ੍ਹ ਦੇਖਦੇ ਹਾਂ ਅਸੀਂ ਕਿ ਕਵਾਲੀ ਦਾ ਜੋਨਰਾ ਜਿਹੜਾ ਨਾ, ਕਵਾਲੀ ਸੰਗੀਤ ਜਿਹੜਾ ਨਾ, ਬਹੁਤ ਸਾਰੇ ਚੰਗੇ ਭਲੇ ਪਲੇਬੈਕ ਸਿੰਗਿੰਗ ਕਰਨ ਵਾਲੇ, ਲਾਈਟ ਮਿਊਜ਼ਿਕ ਗਾਉਣ ਵਾਲੇ ਸਾਰੇ ਸਿੰਗਰਸ ਨੂੰ ਅੱਜ ਕੱਲ੍ਹ ਨਾ ਕਵਾਲੀਆਂ ਗਾਣੀਆਂ ਪੈ ਰਹੀਆਂ ਨੇ। ਔਰ ਕਵਾਲੀਆਂ ਰਾਹੀਂ, ਕਵਾਲੀ ਨੂੰ ਸੂਫੀ ਸੰਗੀਤ ਕਿਹਾ ਜਾ ਰਿਹਾ ਹੈ। ਸੂਫੀ ਗਾਣੇ, ਇਸ਼ਕ ਸੂਫੀਆਨਾ ਤੋਂ ਲੈ ਕੇ ਤੇ, ਔਰ ਫਿਰ ਇਹ ਵੀ ਕਿ ਇਹਦੇ ਵਿੱਚ ਜਿਹੜਾ ਸੀ ਇੱਕ ਤੇ ਗਲਤ ਗਾਇਆ ਜਾਣਾ, ਪੰਜਾਬੀ ਟੈਕਸਟ ਜਿਹੜਾ ਖਾਸ ਤੌਰ ਤੇ ਸੂਫੀਆਂ ਦਾ, ਉਹ ਜਿਹੜੀ ਇਲਹਾਕੀ ਸ਼ਾਇਰੀ ਬਹੁਤ ਕੁਝ ਇਸ ਤਰ੍ਹਾਂ ਦੀ ਕਰ ਦਿੱਤੀ ਹੈ ਕਿ ਉਹ ਅਸਲ ਫਿਕਰ, ਅਸਲ ਰੂਹ, ਅਸਲ ਕੰਪੋਜੀਸ਼ਨ ਜਿਹੜੀ ਬਾਬਿਆਂ ਨੇ ਤੇ ਹਰ ਕਾਫੀ ਦੇ ਨਾਲ, ਖਾਸ ਤੌਰ ਤੇ ਸ਼ਾਹ ਹੁਸੈਨ ਜਾਂ ਨਾਨਕ ਹੋਰਾਂ, ਬਾਬਾ ਨਾਨਕ ਜੀ ਆਪਣਾ ਨਾਲ ਰਾਗ ਵੀ ਲਿਖਿਆ ਹੈ ਕਿ ਇਹ ਕਿਸ ਕੈਫੀਅਤ ਦੀ ਗੱਲ ਹੈ, ਇਹ ਕਿਸ ਫਜ਼ਾ ਦੀ ਔਰ ਕਿਸ ਤਰ੍ਹਾਂ ਦੀ ਟਰਾਂਸ ਹੈ, ਦੀ ਕੀ ਮੂਡ ਹੈ, ਉਹਦੇ 'ਚ ਕਿਹੜਾ ਮਾਹੌਲ ਹੈ, ਉਹਦੇ ਅੰਦਰ ਕੀ ਰਚਾਓ ਹੈ, ਨਾਲ ਕਾਫੀ ਨਾਲ ਉਹਦੇ ਰਾਗ ਵੀ ਲਿਖਿਆ, ਔਰ ਉਹ ਖੁਦ ਵੀ ਰਾਗਦਾਰੀ ਦੇ ਸੰਗੀਤ ਦੇ ਚੰਗੇ ਜਾਣੂ ਸਨ। ਸੋ ਇਹ ਅਗਰ ਉਹ ਕਿਸ ਤਰ੍ਹਾਂ ਪਹੁੰਚ ਰਹੀ ਹੈ,
ਤੁਸੀਂ ਗਾਉਂਦੇ ਹੋ, ਤੁਹਾਡਾ ਲਾਲ ਬੈਂਡ ਹੈ ਔਰ ਤੁਸੀਂ ਬਾਬਾ ਫਰੀਦ ਟੁਰਿਆ ਟੁਰਿਆ ਜਾ ਸੁਣਿਆ। ਇੱਕ ਤਾਂ ਇਹ ਕਿ ਇੱਕ ਤੇ ਇਸ ਟੈਕਸਟ ਨੂੰ ਸਹੀ ਗਾਣਾ, ਤਾਂ ਜੇ ਜਿਹੜਾ ਵੀ ਕੋਈ ਗੌਰ ਕਰੇ ਤੇ ਉਹਨੂੰ ਪਤਾ ਲੱਗੇ ਕਿ ਬਾਬੇ ਨੇ ਅਸਲ 'ਚ ਕਿਹਾ ਕੀ ਹੈ। ਕਿਉਂਕਿ ਅੱਜ ਕੱਲ੍ਹ ਬਹੁਤ 80% ਸ਼ਾਇਰੀ ਐਸੀ ਹੈ ਗਾਈ ਜਾ ਰਹੀ ਜਿਹੜੀ ਕਿ ਓਰੀਜਨਲ ਉਹਨਾਂ ਬਾਬਿਆਂ ਦੀ ਹੈ ਹੀ ਨਹੀਂ ਜਿਹੜੀ ਗਾ ਰਹੇ ਅਸੀਂ। ਦੂਸਰਾ ਇਹ ਵੀ ਕਿ ਅੱਜ ਸੰਗੀਤ ਰਾਹੀਂ ਇਹਦੀ ਸੂਫੀਆਨਾ ਜਿਹੜੀ ਫਕੀਰਾਂ ਦੀ ਸ਼ਾਇਰੀ ਹੈ, ਇਸ ਨੂੰ ਗਾਇਆ ਜਾਵੇ ਤੇ ਸਾਡੀ ਇਸ ਪੀੜ੍ਹੀ ਤੇ, ਨਵੀਂ ਨਸਲ ਤੇ ਔਰ ਦੁਨੀਆ ਤੇ ਕਿਸ ਤਰ੍ਹਾਂ ਦੇ ਅਸਰਾਤ ਪੈਣਗੇ, ਉਹਦੀ ਕਿੰਨੀ ਕੁ ਜ਼ਰੂਰਤ ਹੈ। ਤੁਸੀਂ ਖੁਦ ਗਾਉਂਦੇ ਹੋ ਤੇ ਉਸ ਦੇ ਜ਼ਰੂਰਤ ਦੇ ਹਵਾਲੇ ਨਾਲ, ਤਾਂ ਜੇ ਅੱਜ ਦੇ ਨਾਲ ਜੁੜ ਵੀ ਜਾਵੇ ਗੱਲ। ਦੂਸਰਾ ਲੈ ਲਓ ਮਾਈਕ। ਹੈਲੋ, ਹਾਂਜੀ ਅਫਜ਼ਲ ਜੀ, ਮੇਰਾ ਖਿਆਲ ਹੈ ਕਿ सूफ़ी शायरी नू महज शायरी भी कहना शायद दुरुस्त नहीं, क्योंकि मुकम्मल फलसफा है और एक मुकम्मल फलसफा है। नहीं मैं तुसी नहीं कह रहे, मैं एक उंज गल कर रहे हैं कि ਉਹਦੇ 'ਚ ਬੜੀ ਡੈਪਥ ਹੈਗੀ ਹੈ ਔਰ ਅਕਸਰ ਜਿਹੜੇ ਸਿੰਗਰ ਨੇ ਉਹ ਸ਼ਾਇਦ ਉਹ ਫਲਸਫਾ ਤੇ ਪੜ੍ਹਦੇ ਨਹੀਂ ਤੇ ਲਿਹਾਜ਼ਾ ਉਹਨਾਂ ਦੀ ਸ਼ਾਇਦ ਸਿੰਗਿੰਗ ਦੇ ਵਿੱਚ ਵੀ ਉਹ ਡੈਪਥ ਨਹੀਂ ਆਉਂਦੀ, ਕਿਉਂਕਿ ਜਦੋਂ ਤੁਸੀਂ ਸਮਝਦੇ ਨਹੀਂ ਕਿ ਗੱਲ ਹੋ ਕੀ ਰਹੀ ਹੈ ਤੇ ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਉਸ ਅਹਿਸਾਸ ਨਾਲ, ਉਸ ਤਰਜ਼ ਨਾਲ, ਉਸ ਅੰਦਾਜ਼ ਨਾਲ ਬਿਆਨ ਕਰੋਗੇ ਜਿਹੜੀ ਕਿ ਉਹਦੇ 'ਚ ਸਮੋਈ ਹੋਈ ਹੈ। ਤੇ ਮਗਰ ਵੇਖਿਆ ਗਿਆ, ਦੇਖੋ ਕਿ ਕੋਕ ਸਟੂਡੀਓ ਜਦੋਂ ਸ਼ੁਰੂ ਹੋਇਆ ਸੀ, ਅੱਜ ਤੋਂ 10-12 ਸਾਲ ਹੋ ਗਏ ਨੇ ਉਹਨੂੰ, ਉਹਨਾਂ ਦਾ ਓਰੀਜਨਲ ਵਿਜ਼ਨ ਕੋਕ ਸਟੂਡੀਓ ਦਾ ਰੋਹੇਲ ਇਹਾਦ ਦਾ ਇਹ ਸੀ ਕਿ ਬਈ ਮੈਂ ਇੱਕ ਵੈਸਟਰਨ ਸਿੰਗਰ ਫੜਾਂਗਾ, ਪੌਪ ਸਿੰਗਰ, ਔਰ ਇੱਕ ਮੈਂ ਕੋਈ ਗਜ਼ਲ ਜਾਂ ਕੋਈ ਕਲਾਸਿਕਲ ਸਿੰਗਰ ਫੜਾਂਗਾ, ਠੀਕ ਹੈ ਜੀ। ਮਗਰ ਹੋਇਆ ਕਿ ਜਿਹੜੇ ਟੌਪ ਹਿੱਟ ਦੇ ਗਾਣੇ ਸਨ ਕੋਕ ਸਟੂਡੀਓ ਦੇ, ਉਹ ਜਾਂ ਤੇ ਸੂਫੀਆ ਕਲਾਮ ਜਾਂ ਪੰਜਾਬੀ ਕਲਾਮ ਸੀ। ਤੁਸੀਂ ਗੌਰ ਕਰੋ ਸਾਰੇ ਕੇ, ਔਰ ਆਹਿਸਤਾ ਆਹਿਸਤਾ ਕੋਕ ਸਟੂਡੀਓ ਦਾ ਓਰੀਜਨਲ ਵਿਜ਼ਨ ਹੀ ਚੇਂਜ ਹੋ ਗਿਆ ਔਰ ਉਹ ਕੋਕ ਸਟੂਡੀਓ ਹੁਣ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਇੱਕ ਸੂਫੀ ਫੈਸਟੀਵਲ ਟਾਈਪ ਜਾਂ ਸਟੂਡੀਓ ਬਣ ਗਿਆ। ਮਗਰ ਉਹਦਾ ਮਕਸਦ ਕੀ ਹੈ? ਉਹਦਾ ਮਕਸਦ ਹੈ ਬੋਤਲ ਵੇਚਣਾ। ਤੁਸੀਂ ਜਿੰਨੀ ਮਰਜ਼ੀ ਗਾਇਕੀ ਕਰ ਲਓ, ਉਹਦਾ ਮਕਸਦ ਇਹ ਨਹੀਂ ਕਿ ਜਿਹੜੀ ਗੱਲ ਸੂਫੀਆਂ ਨੇ ਕੀਤੀ ਹੈ ਉਹ ਵਾਕਈ ਅਮਲ ਦਰਾਮਦ ਹੋ ਜਾਵੇ। ਉਹਦਾ ਮਕਸਦ ਇੰਨਾ ਹੀ ਹੈਗਾ ਕਿ ਸਾਡੀ ਜਿਹੜੀ ਬੋਤਲ ਹੈ ਉਹ ਮਾਰਕੀਟ ਵਿੱਚ ਵਿਕ ਜਾਵੇ। ਔਰ ਜਿਹੜੇ ਸੂਫੀ ਸਨ ਉਹਨਾਂ ਨੂੰ ਇਸ ਚੀਜ਼ ਨਾਲ ਕਿਸੇ ਇਤਬਾਰ ਨਾਲ ਕੋਈ ਗਰਜ਼ ਹੀ ਨਹੀਂ ਸੀ। ਇਹ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਜਿਹੜੇ ਲੀੜੇ ਪਾਉਂਦੇ ਸਨ ਔਰ ਜਿਸ ਕਿਸਮ ਦੇ ਲੀੜੇ ਪਾਉਂਦੇ ਸਨ, ਉਹੀ ਵਜ੍ਹਾ ਹੈ ਕਿ ਉਹ ਇਹ ਕਹਿੰਦੇ ਸਨ ਕਿ ਬਈ ਸਾਨੂੰ ਇਸ ਮਾਦੀ ਚੀਜ਼ਾਂ ਨਾਲ ਔਰ ਦੁਨਿਆਵੀ ਚੀਜ਼ਾਂ ਨਾਲ ਗਰਜ਼ ਹੀ ਕੋਈ ਨਹੀਂ। ਇਹ ਨਹੀਂ ਕਿ ਸਾਡੀ ਲੋੜ ਨਹੀਂ, ਮਗਰ ਇਹ ਕਿ ਇਹਨਾਂ ਨੂੰ ਇਕੱਠਾ ਕਰਨਾ, ਇਹਨਾਂ ਨੂੰ ਹਾਸਿਲ ਕਰਨਾ, ਇਹ ਸਾਡਾ ਮਕਸਦ ਨਹੀਂ। ਸਾਡਾ ਮਕਸਦ ਹੈ ਲੋਕਾਈ ਦੇ ਵਿੱਚ, ਲੋਕਾਂ ਦੇ ਵਿੱਚ, ਇਨਸਾਨੀਅਤ ਦੇ ਵਿੱਚ, ਇਨਸਾਨੀਅਤ ਵਾਸਤੇ ਮੁਹੱਬਤ ਔਰ ਪਿਆਰ ਦਾ ਪੈਗਾਮ ਫੈਲਾਣਾ। ਜਦੋਂ ਤੱਕ ਲੋਕੀ ਇਸ ਗੱਲ ਨੂੰ ਨਹੀਂ ਸਮਝਣਗੇ, ਜਿਹੜਾ ਵੀ ਆਰਟਿਸਟ ਹੋਏ, ਤਲੱਫਜ਼ ਗਲਤ ਕਰ ਜਾਏ ਮੈਨੂੰ ਉਹਦੀ ਇੰਨੀ ਪਰਵਾਹ ਨਹੀਂ ਹੁੰਦੀ, ਉਹ ਰਾਗ ਗਲਤ ਗਾ ਜਾਵੇ ਉਹ ਵੀ ਖੈਰ ਹੈ, ਕੋਈ ਮਸਲਾ ਨਹੀਂ, ਉਹ ਸੁਰ ਤੋਂ ਲੱਥ ਜਾਵੇ ਉਹ ਵੀ ਕੋਈ ਮਸਲਾ ਨਹੀਂ, ਮਗਰ ਜਿਹੜਾ ਜੁਰਮ ਉਹਨੂੰ ਨਹੀਂ ਕਰਨਾ ਚਾਹੀਦਾ ਉਹ ਇਹੀ ਹੈਗਾ ਕਿ ਜਿਹੜੀ ਸ਼ਾਇਰੀ, ਜਿਹੜਾ ਫਲਸਫਾ, ਜਿਹਦੀ ਬੁਨਿਆਦ ਹੀ ਲੋਕਾਈ ਦੇ ਨਾਲ ਪਿਆਰ ਹੈ, ਤੇ ਫਿਰ ਵਾਕਈ ਲੋਕਾਈ ਦੇ ਨਾਲ ਪਿਆਰ ਕਰੋ ਔਰ ਉਸੇ ਮੰਜ਼ਿਲ ਨੂੰ ਪੂਰਾ ਕਰ, ਉਸੇ ਗੋਲ ਨੂੰ, ਉਸੇ ਮਿਸ਼ਨ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ। ਸ਼ੁਕਰੀਆ। ਬਹੁਤ ਅੱਛਾ ਗੱਲ। ਮੈਂ ਆਪਣੇ ਹੁਣ ਸੱਜੇ ਪਾਸੇ ਲੈ ਕੇ ਆ ਰਿਹਾ ਜਨਾਬ ਮਹਿਬੂਬ ਆਲਮ ਜੀ ਹੋਰਾਂ ਕੋਲ, ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ਪੰਜਾਬ ਕੌਂਸਲ ਆਫ ਦੀ ਆਰਟਸ। ਇਹਨਾਂ, ਜਿਵੇਂ ਅਸੀਂ ਪਹਿਲੇ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਸੂਫੀ ਨਾਈਟਸ ਕਰਵਾਈਆਂ, ਫੈਸਟੀਵਲ ਕਰਵਾਏ, ਔਰ ਅੱਜ ਦੀ ਜਿਹੜੀ ਮਹਿਫਲ ਹੈ ਔਰ ਜਿਹੜਾ ਫੈਸਟੀਵਲ ਹੈ ਇਹ ਵੀ ਪੰਜਾਬ ਆਰਟ ਕੌਂਸਲ ਦੀ ਵਜ੍ਹਾ ਨਾਲ ਸਾਡੇ ਤੱਕ ਪਹੁੰਚ ਰਿਹਾ। ਹੁਣ ਗੱਲ ਰਿਆਜ਼ ਹੋਰਾਂ ਨੇ ਵੀ ਕੀਤੀ, ਡਾਕਟਰ ਸਾਹਿਬ ਨੇ ਵੀ ਮਿਊਜ਼ਿਕ ਦੇ ਵਾਲੇ ਨਾਲ ਗੱਲ ਕੀਤੀ। ਸੰਗੀਤ ਰਾਹੀਂ ਜਾਂ ਜਿਵੇਂ ਅੱਜ ਬੈਠੇ ਹਾਂ ਡਿਬੇਟ ਹੋ ਰਹੀ ਹੈ, ਇਸ ਨੂੰ ਮਜ਼ੀਦ ਡਿਵੈਲਪ ਕਰਨਾ, ਸਰਕਾਰ ਦੇ ਹੋਰ ਜਿਹੜੇ ਇਨਫੋਰਮੇਸ਼ਨ ਕਲਚਰ, ਹੋਰ ਜਿਹੜੇ ਅਦਾਰੇ ਨੇ, ਜਿੰਨੇ ਵੀ ਅਦਾਰੇ ਨੇ ਜਿਹੜੇ ਕਿ ਲੋਕਾਂ ਦੇ ਨਾਲ ਕਮਿਊਨੀਕੇਸ਼ਨ ਦੇ ਨਾਲ ਜੁੜਦੇ ਨੇ, ਤੁਸੀਂ ਐਜ਼ ਏ ਇੱਕ ਸਰਕਾਰ ਦਾ ਹਿੱਸਾ ਹੁੰਦੇ ਆ, ਤੁਹਾਡੇ
ਕੋਲ ਇਸ ਤਰ੍ਹਾਂ ਦੇ ਕੀ ਵਿਚਾਰ ਨੇ ਕਿ ਵੀ ਇਹ ਇੰਜ ਦੀ ਅਗਰ ਫੈਸਟੀਵਿਟੀਜ਼ ਵਧੇ ਜਿਹਦੇ ਵਿੱਚ ਇਹ ਫਿਕਰ ਔਰ ਫਲਸਫਾ ਬਾਬਿਆਂ ਦਾ, ਸੂਫੀਆਂ ਦਾ, ਤੇ ਉਹਦੇ ਕੀ ਅਸਰਾਤ ਹੋਣਗੇ ਔਰ ਉਹਦੀ ਲੋੜ ਕਿੰਨੀ ਕੁ ਹੈ? ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਛਾ, ਸਭ ਤੋਂ ਪਹਿਲੇ ਤੇ ਮੈਂ ਇਹ ਅਰਜ਼ ਕਰਾਂਗਾ ਕਿ ਅਦਬ ਉਹ ਚੀਜ਼ ਹੈ ਕਿ ਜਿਹਦੇ ਖਿਆਲ 'ਚ ਜਮਾਲਿਆਤੀ ਤਾਸੀਰ ਹੋਵੇ, ਪੈਰਾਇਆ ਬਿਆਨ 'ਚ ਵੀ ਜਮਾਲਿਆਤੀ ਤਾਸੀਰ ਹੋਵੇ। ਠੀਕ ਹੈ। ਅੱਛਾ, ਹੁਣ ਜਮਾਲਿਆਤੀ ਤਾਸੀਰ ਦਾ ਅਸਰ ਕੀ ਹੁੰਦਾ ਹੈ ਕਿ ਚਾਹੇ ਉਹ ਪੇਂਟਿੰਗ ਹੈ, ਚਾਹੇ ਉਹ ਸ਼ਾਇਰੀ ਹੈ, ਜਾਂ ਕੋਈ ਵੀ ਫਾਰਮ ਆਫ ਆਰਟ ਹੈ ਜਾਂ ਲਿਟਰੇਚਰ ਹੈ, ਉਹਦੀ ਚੂँकि ਉਹ ਜਮਾਲਿਆਤੀ ਵੈਲਿਊ ਹੁੰਦੀ ਹੈ, ਐਸਥੈਟਿਕ ਵੈਲਿਊ ਹੁੰਦੀ ਹੈ, ਉਹ ਇੱਕ ਉਸ ਦੀ ਵਜ੍ਹਾ ਨਾਲ ਉਹ ਬੜਾ ਅੱਛਾ ਮੀਡੀਅਮ ਬਣ ਜਾਂਦੀ ਹੈ ਇਬਲਾਗ ਦਾ। ਠੀਕ। ਲਿਹਾਜ਼ਾ ਮੈਂ ਇਹ ਸਮਝਦਾ ਵਾਂ ਕਿ ਜਿੱਥੋਂ ਤੱਕ ਫਲਸਫੇ ਦੀ ਗੱਲ ਹੈ, ਉਹ ਫਲਸਫੇ ਤੋਂ ਹੀ ਇਲਮ ਸ਼ੁਰੂ ਹੋਇਆ ਹੈ ਔਰ ਫਲਸਫੇ ਦੇ ਉੱਤੇ ਹੀ ਚੀਜ਼ਾਂ ਨੂੰ ਕਨਕਲੂਡ ਕਰਦਾ ਹੈ, ਔਰ ਫਲਸਫਾ ਸਾਨੂੰ ਸੋਚ ਦੱਸਦਾ ਹੈ, ਸੋਚਣ ਦਾ ਵੱਲ ਦੱਸਦਾ ਹੈ। ਲਿਹਾਜ਼ਾ ਮੈਂ ਉਹ ਡਾਕਟਰ ਸਾਹਿਬ ਦੀ ਗੱਲ ਨੂੰ ਬਿਲਕੁਲ ਤਾਇਦ ਕਰਨਾ ਕਿ ਜਦ ਤੱਕ ਅਸੀਂ ਜਿਵੇਂ ਬਹੁਤ ਸਾਰੇ ਜਿਹੜੇ ਲੋਕ ਸਨ ਮੈਥਮੈਟੀਸ਼ੀਅਨ ਸਨ ਫਲਸਫੇ ਦੇ ਹਵਾਲੇ ਨਾਲ, ਚਾਹੇ ਉਹ ਇੰਗਲਿਸ਼ ਦੇ ਬਹੁਤ ਸਾਰੇ ਲੋਕਾਂ ਨੂੰ ਮੈਥਮੈਟੀਸ਼ੀਅਨ ਨੂੰ ਕੋਟ ਕੀਤਾ ਜਾ ਸਕਦਾ ਹੈ। ਅੱਛਾ, ਹੁਣ ਉਹਦੇ ਹਵਾਲੇ ਨਾਲ ਇਹ ਹੀ ਹੈ ਕਿ ਬੱਚਿਆਂ ਨੂੰ ਦੋ ਸ਼ੈਵਾਂ ਸਿਖਾਈਆਂ ਜਾਣ, ਇੱਕ ਲੈਂਗੁਏਜ ਔਰ ਇੱਕ ਮੈਥਮੈਟਿਕਸ, ਤਾਂ ਕਿ ਨਾ ਸਿਰਫ ਉਹ ਆਪਣੀ ਗੱਲ ਕਹਿ ਸਕਣ ਬਲਕਿ ਉਹ ਮੁਦੱਲਲ ਅੰਦਾਜ਼ 'ਚ ਸੋਚ ਸਕਣ। ਠੀਕ ਹੈ। ਔਰ ਇਸ ਹਵਾਲੇ ਨਾਲ ਮੈਂ ਸਮਝਦਾ ਵਾਂ ਕਿ ਜਿਹੜੀ ਇਹ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਦੇ ਅੰਦਰ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਕਲਚਰ ਦੇ ਅੰਦਰ ਮੌਜੂਦ ਜੋ ਆਰਟ ਹੈ, ਜੋ ਲਿਟਰੇਚਰ ਹੈ, ਉਹਦੇ ਨਾਲ ਕਨੈਕਟ ਕਰੇ। ਠੀਕ ਹੈ। ਔਰ ਉਹਦੀ ਕਾਵਿਸ਼ ਬਿਲਕੁਲ ਡੈਫੀਨੇਟਲੀ ਮੌਜੂਦ ਹੈ। ਮੈਂ ਵੀ ਇੱਕ ਪਬਲਿਕ ਸੈਕਟਰ ਦਾ ਹੀ ਨੁਮਾਇੰਦਾ, ਔਰ ਜਦੋਂ ਮੈਂ ਕੰਮ ਕਰਦਾ ਸਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ੇਹੂਪੁਰਾ, ਤੇ ਉੱਥੇ ਅਸੀਂ ਇੱਕ ਸੂਫੀ ਨਾਈਟ ਕੀਤੀ ਔਰ ਸਟਰਕਚਰਡ ਅੰਦਾਜ਼ 'ਚ ਕੀਤੀ, ਥੀਮ ਦੇ ਉੱਤੇ ਕੀਤੀ। 7 ਸੂਫੀਆ ਇਕਰਾਮ, ਉਹਨਾਂ ਦਾ ਉਹ ਕਲਾਮ ਸਿਲੈਕਟ ਕੀਤਾ ਜਿਹੜਾ ਉਹਨਾਂ ਦੀ ਫਿਕਰ ਦਾ ਵੀ ਨੁਮਾਇੰਦਾ ਹੋਵੇ ਔਰ ਉਹ ਇਸ ਇਤਨਾ ਆਮ ਫਹਿਮ ਹੋਵੇ ਕਿ ਉਹ ਆਮ ਲੋਕ ਉਹਦੇ ਨਾਲ ਕਨੈਕਟ ਕਰ ਸਕਣ, ਸਮਝ ਸਕਣ। ਇੱਕ ਦਫਾ ਉਹ ਕਨੈਕਟ ਹੋ ਜਾਣਗੇ ਤੇ ਫਿਰ ਉਹ ਅੱਗੋਂ ਉਹਨੂੰ ਪੜ੍ਹਦੇ ਰਹਿਣਗੇ। ਠੀਕ ਹੈ ਨਾ। ਸੋ ਉਹ ਅਸੀਂ 7 ਸੂਫੀਆ ਇਕਰਾਮ ਦਾ ਕਲਾਮ, ਉਹਦੇ ਵਿੱਚ ਇੰਟੈਲੈਕਚੁਅਲ ਕੰਟੈਂਟ ਵੀ ਹੁੰਦਾ ਸੀ। ਥੋੜੀ ਜੀ ਮੈਂ ਵੀ ਗੱਲ ਕਰਨਾ ਸਾਂ ਉਹਦੀ ਰੂਹ। ਮਸਲਨ ਮੈਂ ਇੱਕ ਪ੍ਰੋਗਰਾਮ 'ਚ ਦੱਸਿਆ ਕਿ ਬਾਬਾ ਫਰੀਦ ਨੇ ਕਿਸ ਤਰ੍ਹਾਂ ਇਨਸਾਨੀ ਤਕਰੀਮ ਦਾ ਅਮਲੀ ਮੁਜ਼ਾਹਰਾ ਕੀਤਾ। ਉਹ ਇੱਕ ਬੰਦਾ ਹੁੰਦਾ ਹੈ ਚਮਾਰ, ਉਹਨੂੰ ਕਹਿੰਦੇ ਨੇ ਕਿ ਬਈ ਤੂੰ ਮੇਰੇ ਨਾਲ ਖਾਣੇ, ਉਹਨੂੰ ਖਾਣੇ ਦੀ ਦਾਵਤ ਦਿੰਦੇ ਨੇ, ਫਿਰ ਉਹਨੂੰ ਕਹਿੰਦੇ ਨੇ ਕਿ ਕਿਆ ਮੈਂ ਤੇਰੇ ਨਾਲ ਸ਼ਾਮਲ ਹੋ ਸਕਦਾ। ਦੇਖੋ ਇਨਸਾਨੀ ਤਕਰੀਮ ਕੀ ਕਿਤਨਾ ਉਹ ਲੈਵਲ ਹੈ। ਅੱਛਾ, ਉਹ ਬੰਦਾ ਇਤਨਾ ਕੁ ਉਹਨਾਂ ਦੇ ਅਖਲਾਕ ਤੋਂ ਔਰ ਕਿਰਦਾਰ ਤੋਂ ਮੁਤਾਸਰ ਹੋਇਆ ਕਿ ਉਹ ਇਸਲਾਮ ਕਬੂਲ ਕਰ ਲਿਆ। ਯਾਨੀ ਬੁਨਿਆਦੀ ਤੌਰ 'ਤੇ ਉਹ ਸੂਫੀਆਏ ਕਰਾਮ ਜਿਹੜੇ ਨੇ ਉਹ ਇਸ ਗੱਲ ਦੀ ਮਿਸਾਲ ਨੇ ਕਿ ਉਹ ਮਹਿਜ਼ ਗੱਲਾਂ ਨਹੀਂ, ਉਹ ਕਿਰਦਾਰ ਨੇ। ਅੱਛਾ, ਹੁਣ ਇਹ ਅਸੀਂ ਉੱਥੇ ਸੂਫੀ ਨਾਈਟ ਕਿਉਂ ਕੀਤੀ, ਇਹ ਮੇਰਾ ਬਿਲਕੁਲ ਤੁਹਾਨੂੰ ਹਕੀਕਤ ਦੱਸ ਰਿਹਾ ਕਿ ਮੇਰਾ ਇਹ ਖਿਆਲ ਹੈ ਕਿ ਜਿਹੜਾ ਐਕਸਟ੍ਰੀਮਿਜ਼ਮ ਹੈ ਉਹਦਾ ਐਂਟੀਡੋਟ ਸੂਫੀਜ਼ਮ ਹੈ। ਠੀਕ ਹੈ। ਔਰ ਉਸੇ ਖਿਆਲ ਦੇ ਉੱਤੇ ਅਸੀਂ ਜਦੋਂ ਇਹ ਪ੍ਰੋਗਰਾਮ ਥੋੜ੍ਹੀ ਜਿਹੀ ਮਿਹਨਤ ਨਾਲ, ਮੈਂ ਸਾਨ ਉਲ ਮਾਲਕ ਸਾਹਿਬ ਜਿਹੜੇ ਮੈਨੇਜਰ ਨੇ ਉਸ ਵਾਰਸ਼ਾ ਦੇ ਮਜ਼ਾਰ ਦੇ, ਔਰ ਮੈਂ ਉਸ ਟਾਈਮ ਉਸ ਵਾਰਸ਼ਾ ਮੈਨੇਜਮੈਂਟ ਕਮੇਟੀ ਦਾ ਸਾਂ, ਅਸੀਂ ਇੱਕ ਟੀਮ ਬਣਾਈ ਔਰ ਉਹਦੇ ਵਿੱਚ ਇਹਨਾਂ ਨੇ ਰਿਹਰਸਲਾਂ ਕੀਤੀਆਂ। ਅੱਛਾ, ਉਹਦੇ ਤੋਂ ਪ੍ਰੋਡਕਟ ਆਊਟ ਕੀ ਨਿਕਲਿਆ? ਤਹਿਸੀਨ ਸਕੀਨਾ ਨਿਕਲੀ, ਕਿਉਂਕਿ ਉੱਥੇ ਰੈਗੂਲਰ ਹੀਰ ਗਾਇਕੀ ਦਾ ਕੰਪੀਟੀਸ਼ਨ ਹੁੰਦਾ ਹੈ। ਬਾਬਾ ਗਰੁੱਪ ਨਿਕਲਿਆ, ਹੋਰ ਕੁਝ ਲੋਕ ਨਿਕਲੇ। ਅੱਛਾ, ਹੁਣ ਅਸੀਂ ਉਹ ਜਿਹੜੇ ਪ੍ਰੋਗਰਾਮ ਕੀਤੇ ਉਹਨਾਂ ਨੂੰ ਇਤਨੀ ਪਜ਼ੀਰਾਈ ਮਿਲੀ ਕਿ ਈਵਨ ਸਾਨੂੰ ਕਿਹਾ ਗਿਆ ਕਿ 14 ਅਗਸਤ 'ਚ ਵੀ ਸ਼ਾਮਲ ਕਰ ਲਓ, 23 ਮਾਰਚ ਵਿੱਚ ਵੀ ਸ਼ਾਮਲ ਕਰ ਲਓ। 11 ਸੂਫੀ ਨਾਈਟਸ ਹੋਈਆਂ। ਔਰ ਈਵਨ ਜਦੋਂ ਮੈਂ ਆ ਵੀ ਗਿਆ, ਉਹੋ ਹੀ ਪਲਾਨ, ਉਹੀ ਸਟਰਕਚਰ, ਉਹਦੇ ਉੱਤੇ ਮੇਰੇ ਤੋਂ ਬਾਅਦ ਮੁਖਤਲਿਫ ਆਫਿਸਰਸ ਨੇ ਉਹਨੂੰ ਕੰਟੀਨਿਊ ਕੀਤਾ। ਸੋ ਮੈਂ ਇਹ ਸਮਝਦਾ ਵਾਂ ਕਿ ਨਈ ਨਸਲ ਨੂੰ ਸੂਫੀ ਰਵਾਇਤ ਨਾਲ ਜੋੜਨ ਦੇ ਵਾਸਤੇ ਜ਼ਰੂਰੀ ਹੈ ਕਿ ਪਬਲਿਕ ਸੈਕਟਰ ਆਪਣਾ ਰੋਲ ਪਲੇ ਕਰੇ। ਜਿੱਥੇ ਗੈਪ ਹੈ ਉਹਨੂੰ ਫਿਲ ਹੋਣਾ ਚਾਹੀਦਾ ਹੈ। ਔਰ ਇਹਦਾ ਨਤੀਜਾ ਕੀ ਨਿਕਲੇਗਾ ਕਿ ਉਹੀ ਜਿਹੜੀ ਮੈਂ ਦੁਬਾਰਾ ਐਟ ਦੀ ਕਾਸਟ ਆਫ ਰੈਪੂਟੇਸ਼ਨ ਗੱਲ ਕਰਾਂਗਾ ਕਿ ਉਹ ਜਿਹੜਾ ਜ਼ਹਿਰ ਭਰਿਆ ਗਿਆ ਐਕਸਟ੍ਰੀਮਿਜ਼ਮ ਦਾ, ਉਹਦਾ ਤਰਿਆਕ ਸੂਫੀਜ਼ਮ। ਹੁਣ ਮੈਂ ਹੱਕ ਮੌਜੂਦ ਦੀ ਜਿਹੜੀ ਪੂਰੀ ਫਿਕਰ ਹੈ ਉਸ ਦੇ ਹਵਾਲੇ ਨਾਲ ਤੁਸੀਂ ਕੁਝ ਆਪਣੇ ਵਿਚਾਰ ਕਰੋ। ਯੂਸਫ ਪੰਜਾਬੀ। ਹੈਲੋ। ਹੱਕ ਮੌਜੂਦ ਗੱਲ ਹੈ ਹਾਜ਼ਰੀ ਦੀ, ਮੌਜੂਦ ਹੋਣ ਦੀ। ਔਰ ਜਦੋਂ ਅਸੀਂ ਮੌਜੂਦ ਹੁੰਦੇ ਹਾਂ ਤਾਂ ਬਹੁਤ ਕੁਝ ਹਾਸਿਲ ਕਰਨੇ ਆ।
ਗੈਰ ਮੌਜੂਦ ਹੁੰਦੇ ਆ ਤੇ ਬਹੁਤ ਕੁਝ ਗਵਾਉਂਦੇ ਆ। ਮੈਂ ਉਹਦੀ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੰਦਾ ਕਿ ਅਸੀਂ ਹੁਣ ਹਾਲ 'ਚ ਬੈਠੇ ਆ, ਗੱਲਬਾਤ ਚੱਲ ਰਹੀ ਹੈ। ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੂੰ ਫਿਕਰ ਹੈਗੀ ਕਿ ਮੇਰੀ ਗੱਡੀ ਪਤਾ ਨਹੀਂ ਧੁੱਪੇ ਖਲੋਤੀ ਹੈ। ਬਹੁਤ ਸਾਰੇ ਦੋਸਤਾਂ ਨੂੰ ਫਿਕਰ ਹੈਗੀ ਹੈ ਕਿ ਮੈਂ ਘਰ ਇਹ ਚੀਜ਼ ਲਿਆਣੀ ਸੀ। ਬਹੁਤ ਸਾਰੇ ਦੋਸਤ ਇੱਥੇ ਵੀ ਕੁਝ ਨਾ ਤੇ ਉਹ ਇੱਥੇ ਨੇ ਨਾ ਉੱਥੇ ਨੇ। ਇਹਦਾ ਮਤਲਬ ਹੈ ਕਿ ਉਹਨਾਂ ਨੇ ਇਹ ਟਾਈਮ ਜਿਹੜਾ ਹੈ ਖੋਟਾ ਕੀਤਾ। ਮਾਜ਼ੀ ਜਿਹੜਾ ਗੁਜ਼ਰ ਗਿਆ, ਅਸੀਂ ਅਕਸਰ ਔਕਾਤ ਮਾਜ਼ੀ ਵਿੱਚ ਰਹਿੰਦੇ ਹਾਂ। ਅਸੀਂ ਪਿੱਛੇ ਐ ਸਾਂ ਉਹ ਸਾਂ, ਉੱਥੇ ਖਤਮ ਹੋ ਗਿਆ ਉਹ ਵੀ ਟਾਈਮ। ਅਸੀਂ ਬਹੁਤ ਬੁਰੀ ਤਰ੍ਹਾਂ ਇੱਕ ਤੇ ਟਾਈਮ ਦੀ ਤਜ਼ਲੀਲ ਕਰ ਰਹੇ ਹਾਂ ਔਰ ਆਪਣਾ ਟਾਈਮ ਖੋਟਾ ਕਰ ਰਹੇ ਹਾਂ। ਔਰ ਸਭ ਤੋਂ ਵੱਡਾ ਖੌਫ ਹੁੰਦਾ ਸਾਨੂੰ ਮੁਸਤਕਬਿਲ ਦਾ, ਜੋ ਅਜੇ ਆਇਆ ਹੀ ਨਹੀਂ, ਉਹਦਾ ਪਤਾ ਹੀ ਨਹੀਂ ਉਹਨੇ ਅਗਲਾ ਪਲ ਸਾਡਾ ਹੈ ਜਾਂ ਨਹੀਂ ਹੈ। ਇਹਦੇ ਤੇ ਸਾਨੂੰ ਕੋਈ ਦਸਰਸ ਨਹੀਂ ਔਰ ਕੋਈ ਦਾਵਾ ਨਹੀਂ ਹੈ ਕਿ ਅਗਲਾ ਲਮਹਾ ਅਗਲਾ ਪਲ ਸਾਡਾ ਹੈ ਜਾਂ ਨਹੀਂ ਹੈ। ਹੱਕ ਮੌਜੂਦ ਦਾ ਜਿਹੜਾ ਫਲਸਫਾ ਹੈ ਉਹ ਹੈ ਮੌਜੂਦ। ਜਿਹੜੇ ਵੇਲੇ 'ਚ ਤੁਸੀਂ ਮੌਜੂਦ ਹੋ, ਹਾਜ਼ਰ ਹੋ, ਉਸ ਵੇਲੇ ਨੂੰ ਸਿੱਖੋ, ਇੰਜੋਏ ਕਰੋ। ਔਰ ਤੁਸੀਂ ਅਕਸਰ ਵੇਖਿਆ ਹੋਏਗਾ ਸੂਫੀ ਉਹ ਹੁੰਦਾ ਹੈ ਜਿਹਦਾ ਬਿਲਕੁਲ ਚਿਹਰੇ ਤੇ ਇਤਮੀਨਾਨ ਹੋਵੇ। ਮੁਤਮਈਨ ਕੌਣ ਹੁੰਦਾ ਹੈ? ਜੋ ਵੇਲੇ 'ਚ ਰਹਿਣ ਡਿਆ, ਜੋ ਇਸ ਵੇਲੇ ਮੌਜੂਦ ਹੈ, ਜੋ ਇਹਦੇ ਨਾਲ ਰਲਿਆ ਹੋਇਆ ਹੈ, ਜੋ ਸੰਗ ਨਾਲ ਸੰਗ ਹੋਇਆ ਹੈ, ਰੰਗ ਨਾਲ ਰੰਗ ਹੋਇਆ ਹੈ। ਔਰ ਹਮੇਸ਼ਾ ਸੂਫੀ ਦਾ ਇਹੀ ਕਿਉਂ ਖੁਸ਼ਬੂ ਵੇਖਦਾ ਹੈ, ਕਿਉਂ ਰੰਗ ਵੇਖਦਾ ਹੈ, ਕਿਉਂ ਹਰ ਪਾਸੇ ਅੱਛਾਈ ਅੱਛਾਈ ਵੇਖਦਾ ਹੈ? ਕਿਉਂਕਿ ਇਸ ਵੇਲੇ ਦੇ ਵਿੱਚ ਜੋ ਤੁਹਾਡੇ ਆਪਣੇ ਹੱਥ ਵੱਸ ਹੈ ਆਪਣੇ ਇਤਮੀਨਾਨ ਵਾਸਤੇ, ਉਹ ਇਹੀ ਹੈ ਕਿ ਤੁਸੀਂ ਬਹੁਤ ਸਾਰਾ ਅੱਛਾ ਵੇਖੋ, ਬਹੁਤ ਸਾਰੇ ਬੁਰੇ ਦੇ ਵਿੱਚੋਂ ਵੀ ਤੁਸੀਂ ਅੱਛੇ ਨੂੰ ਕੱਢ ਕੇ ਲਿਆਓ ਔਰ ਤੁਹਾਡੇ ਇਤਮੀਨਾਨ ਦਾ। ਮੈਂ 3 ਮਿੰਟ ਦਾ ਮੈਨੂੰ ਸਾਜ ਸਾਹਿਬ ਨੇ ਕਿਹਾ ਸੀ, ਮੈਂ ਆਪਣੇ ਟਾਈਮ 3 ਮਿੰਟ ਜਿਹੜੇ ਨਾ ਉਹਦੇ ਵਿੱਚ ਸੂਫੀ ਕਿਸ ਤਰ੍ਹਾਂ ਰੱਬ ਦੇ ਨਾਲ ਰਚਾ ਕਿਸ ਤਰ੍ਹਾਂ ਕਰਦਾ ਹੈ। ਕਿਉਂਕਿ ਜਿੱਥੇ ਡਰ ਹੈ ਉੱਥੇ ਕੁਰਬਤ ਨਹੀਂ ਹੈ। ਇਹ ਪੱਕੀ ਗੱਲ ਹੈ ਕਿ ਤੁਸੀਂ ਅਗਰ ਡਾਂਗ ਵਾਲੇ ਬੰਦੇ ਨਾਲ ਕਦੀ ਮੁਹੱਬਤ ਨਹੀਂ ਕਰੋਗੇ ਕਿ ਜਿਹੜਾ ਤੁਹਾਡੇ ਲਈ ਸੋਟਾ ਲੈ ਕੇ ਖਲੋਤਾ ਹੈ। ਹਮੇਸ਼ਾ ਮੁਹੱਬਤ ਉਹਦੇ ਨਾਲ ਕਰੋਗੇ ਜਿਹੜਾ ਤੁਹਾਡੇ ਵਾਸਤੇ ਫੁੱਲ ਲੈ ਕੇ ਖਲੋਤਾ ਹੈ, ਤੁਹਾਡੇ ਲਈ ਬਾਹਾਂ ਖੋਲ ਕੇ ਖਲੋਤਾ ਹੈ। ਉਹਦੇ ਨਾਲ ਤੁਹਾਡੀ ਕੁਰਬਤ ਹੋਏਗੀ, ਉਹਦੇ ਨਾਲ ਕੁਰਬਤ ਹੋਏਗੀ, ਉਹਦੀ ਗੱਲ ਸਮਝੋਗੇ ਤੁਸੀਂ। ਡਰ ਦੀ ਗੱਲ ਵਕਤੀ ਤੌਰ ਤੁਸੀਂ ਚੁੱਪ ਕਰਕੇ ਸੁਣ ਤੇ ਸਕਦੇ ਹੋ, ਉਹਨੂੰ ਕਬੂਲ ਨਹੀਂ ਕਰ ਸਕਦੇ। ਉਹਦੇ ਵਿੱਚ ਮੌਜੂਦਾ ਇਸ ਵੇਲੇ ਦਾ ਅਸ਼ੂ ਲਾਲ ਉਹਨਾਂ ਦਾ ਇੱਕ ਮੈਨੂੰ ਸ਼ੇਰ ਯਾਦ ਆ ਰਿਹਾ ਕਿ ਮਾੜੀ ਉੱਤੇ ਲੱਖਾਂ ਤਾਰੇ, ਮਾੜੀ ਉੱਤੇ ਲੱਖਾਂ ਤਾਰੇ, ਝੁੱਗੀ ਦੇ ਵਿੱਚ ਹਿੱਕੋ, ਰੱਬ ਸਾਈਂ ਦੇ ਨਾਂ ਦੀ ਚਿੱਠੀ ਆਪਣੇ ਆਪ ਨੂੰ ਲਿਖੋ। ਬਹੁਤ ਅੱਛਾ, ਬਹੁਤ ਅੱਛਾ। ਰੱਬ ਸਾਈਂ ਦੇ ਨਾਮ ਦੀ ਰੱਬ ਚਿੱਠੀ ਸਾਈਂ ਦੇ ਨਾਂ ਦੇ ਚਿੱਠੀ ਆਪਣੇ ਆਪ ਕੋ ਲਿਖੋ। ਔਰ ਇਹਦੇ ਵਿੱਚ ਉਹ ਦੋਸਤ ਨੇ ਜਿਹੜਾ ਖਾਸ ਰਚਾਇਆ ਕਿ ਰੱਬ ਦੇ ਹਵਾਲੇ ਨਾਲ ਇੱਕ ਹੋਣ ਦਾ ਪੂਰੀ ਖਲਕਤ ਨੂੰ, ਪੂਰੀ ਕਾਇਨਾਤ ਨੂੰ, ਕਿ ਅਸੀਂ ਇੱਕ ਹੋ ਜਾਈਏ, ਵੰਡ ਮੁੱਕ ਜਾਵੇ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਘਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ ਅਦੋਕਣੀ। ਜਦੋਂ ਦਾ ਬੁੱਤ ਬਣਿਆ ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸ ਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਛਾਈਆਂ ਨੇ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਛਾਈਆਂ ਨੇ। ਇੱਕ ਪਲ ਜੇ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜੇ। ਭਾਈ ਦੇ ਹੱਥ ਵਿੱਚ ਸਿੰਘ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜੇ। ਪੰਡਤ ਹੋਰਾਂ ਦਾ ਰਹਿ ਜੇ ਸਿੰਦੂਰ ਘੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜੇ। ਕਲਮ ਟੈਪੇ ਹੱਥੋਂ ਫਿਲਾਸਫਰ ਦੀ, ਮੁਨਕਰ ਤੱਕ ਦਾ ਤੇਰੀ ਨੁਹਾਰ ਰਹਿ ਜੇ। ਇੱਕ ਪਲ ਜੇ ਖੁੱਲਾ ਦੀਦਾਰ ਦੇ ਦੇਂ, ਸੜਨ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਵਾਹ ਜੀ, ਵਾਹ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਤੇਰੀ ਜ਼ੁਲਫ ਦਾ ਹੱਕ ਮੌਜੂਦ ਦਾ ਜਿਹੜਾ ਹੈ ਵੇ, ਮੌਜੂਦ ਜਿੱਥੇ ਵੀ ਹੋ ਉਸ ਵੇਲੇ ਨੂੰ ਮੰਨੋ,
ਉਹਦੀ ਕਦਰ ਕਰੋ, ਉਹਦੀ ਇੱਜ਼ਤ ਕਰੋ। ਮੌਜੂਦ ਹੋ ਤੇ ਤੁਹਾਡਾ ਮੁਸਤਕਬਲ ਵੀ ਚੰਗਾ ਹੈ, ਜੋ ਆਇਆ ਨਹੀਂ ਹੈ ਇਹ ਯਕੀਨ ਰੱਖੋ ਉਹ ਚੰਗਾ ਹੈ। ਜੇ ਤੁਸੀਂ ਇਸ ਵੇਲੇ ਦੀ ਕਦਰ ਨਹੀਂ ਕਰ ਰਹੇ, ਨਾ ਇੱਥੇ ਹੋ ਨਾ ਉੱਥੇ ਹੋ, ਤੇ ਫਿਰ ਕਿਤੇ ਵੀ ਨਹੀਂ। ਬਹੁਤ ਅੱਛਾ। ਉਹ ਜਿਵੇਂ ਇਹਨਾਂ ਨੇ ਪਿਛਲੇ ਅਜੋਕੇ ਕੁਝ ਸ਼ਾਇਰਾਂ ਦੀ ਉਹ ਨਾਲ ਜੋੜਿਆ ਕਲਾਮ ਯੂਸਫ ਪੰਜਾਬੀ ਹੋਰਾਂ ਨੇ। ਅਫਜ਼ਲ ਸਾਹਿਬ ਇੱਕ ਸ਼ਾਇਰ ਹੋਏ ਤੇ ਮੇਰੇ ਦੋਸਤ, ਉਹਨਾਂ ਦੇ 2 ਸ਼ੇਰ ਮੈਂ ਤੁਹਾਨੂੰ ਸੁਣਾਉਣਾ ਜਿਹੜੇ ਇਸੇ ਗੱਲ ਦੇ ਉੱਤੇ ਪਹਿਰਾ ਦਿੰਦੇ ਨੇ। ਇੱਕ ਤਾਂ ਹੈ ਕਿ ਹੁਣੇ ਹੁਣੇ ਹੈ ਜੀਵਣਾ, ਹੁਣ ਦੀ ਹੁਣੇ ਸੰਭਾਲ। ਹੁਣੇ ਹੁਣੇ ਹੈ ਜੀਵਣਾ, ਹੁਣ ਦੀ ਹੁਣੇ ਸੰਭਾਲ। ਲੰਘੇ ਹੱਥ ਨਾ ਆਮਦੇ, ਝੱਖੜ ਪਾਣੀ ਕਾਲ। ਤੇ ਸਿਰ ਤੇ ਪਈ ਹਯਾਤੜੀ, ਜ਼ਿੰਦਗੀ ਸਾਡੇ ਸਿਰ ਤੇ ਪਈ ਹੈ। ਅਸੀਂ ਜੰਮ ਪਏ, ਆਪਣੀ ਮਰਜ਼ੀ ਨਾਲ ਤੇ ਨਹੀਂ ਆਏ, ਪਰ ਆ ਗਏ। ਸਿਰ ਤੇ ਪਈ ਹਯਾਤੜੀ ਤੇ ਲਾ ਇਸ਼ਕੇ ਦਾ ਢੋ, ਭੰਨ ਵੇਲੇ ਦਾ ਵੇਲਣਾ, ਫੇਰ ਨਹੀਂ ਹੁਣ ਹੋ। ਹੁਣੇ ਹੁਣੇ ਹੈ ਜੀਵਣਾ। ਸੋ ਜ਼ਿੰਦਗੀ ਹੁਣ ਹੈ, ਨਾਓ ਐਂਡ ਹੇਅਰ। ਲਾਈਫ ਜਿਹੜਾ ਆਪਣੇ ਹੁਣ ਜਿਹਦਾ ਹਾਲ 'ਚ ਰਾਜ਼ੀ ਨਹੀਂ ਹੈ, ਜਿਹਦਾ ਹਾਲ ਦੇ ਵਿੱਚ ਖੁਸ਼ੀ ਜਾਂ ਹਾਲ ਵਿੱਚ ਹਾਜ਼ਰ ਨਹੀਂ ਹੈ, ਉਹਦਾ ਕੋਈ ਮਾਜ਼ੀ ਨਹੀਂ, ਉਹਦਾ ਕੋਈ ਮੁਸਤਕਬਲ ਨਹੀਂ। ਸੋ ਹਾਲ ਹੀ ਖੇਡਣ ਦੀ ਗੱਲ ਹੈ। ਲਮਹਾ ਮੌਜੂਦ ਵਿੱਚ ਹੀ ਹੋਣਾ, ਲਮਹਾ ਮੌਜੂਦ ਹੀ ਕੁੱਲ ਹਸਤੀ ਹੈ। ਇਹ ਵੀ ਸਾਡੀ ਸੂਫੀ ਫਿਕਰ ਦਾ ਹੀ ਇੱਕ ਖਾਸਾ ਪੂਰੀ ਇੱਕ ਰੀਤ ਹੈ। ਸੋ ਗੱਲ ਮੈਂ ਅੱਗੇ ਟੋਰਦਾ, ਅਸੀਂ ਸੂਫੀ ਫਿਕਰ ਦੀ ਵੰਡੀ ਵੀ ਹੈ। 2 ਸਵਾਲ ਬਲਕਿ 3 ਸਵਾਲ ਨੇ ਤੇ ਬੰਦੇ ਸਾਡੇ ਕੋਲ 2 ਰਹਿ ਗਏ ਨੇ, ਤੇ ਅਸੀਂ ਔਰ ਮਿੰਟ ਸਾਡੇ ਕੋਲ 10-15 ਨੇ। 10 ਉਸ ਤੋਂ ਬਾਅਦ ਅਸੀਂ ਕੁਐਸਚਨ ਆਨਸਰ ਵੱਲ ਜਾਵਾਂਗੇ। ਇੱਕ ਤੇ ਸ਼ਾਹ ਹੁਸੈਨ ਦੀ ਇੱਕ ਲਾਈਨ ਹੈ, ਅਨੈਨ ਸੁਖ ਜੀ ਮੈਂ ਤੁਹਾਡੇ ਵੱਲ ਆਣਾ। ਇੱਕ ਸ਼ਾਹ ਹੁਸੈਨ ਫਕੀਰ ਹੈ, ਤੁਸਾਂ ਨਾ ਆਖੋ ਕੋਈ ਪੀਰ ਹੈ। ਅਸਾਂ ਕੂੜੀ ਗੱਲ ਨਾ ਭਾਵਦੀ, ਅਸਾਂ ਤਲਬ ਸਾਈਂ ਦੇ ਨਾਮ ਦੀ। ਹੁਣ ਸ਼ਾਹ ਹੁਸੈਨ ਇੱਥੇ ਇੱਕ ਮੁੱਲਾਸ਼ਾਹੀ ਵਾਲਾ ਸਿਲਸਿਲਾ ਲੜੀ ਜਾਂ ਫਿਕਰ ਜਾਂ ਔਰ ਇੱਕ ਹੈਗਾ ਫਕਰਾਂ ਦਰਵੇਸ਼ਾਂ ਦੀ ਫਕੀਰੀ ਦੀ ਜਿਹੜੀ ਰੀਤ ਹੈ। ਇੱਥੇ ਅੱਜ ਦਾ ਜਿਹੜਾ ਅਜੋਕਾ ਵਿਹਾਰ ਜਾਂ ਇੱਕ ਸੋਚ ਬਣ ਗਈ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਅਸਲ ਸੂਫੀਜ਼ਮ ਇਹ ਨਹੀਂ ਹੈ। ਇਸ ਦੇ ਵਿੱਚ ਪੀਰਾਂ ਗੱਦੀਆਂ ਦੇ ਨਾਲ ਜੁੜਿਆ, ਸਰਕਾਰ ਦਰਬਾਰ ਦੇ ਨਾਲ ਜੁੜੇ ਲੋਕ, ਉਹ ਅੱਜ ਕੱਲ੍ਹ ਸੂਫੀ ਪੂਰੀ ਰਵਾਇਤ ਔਰ ਸਿਲਸਿਲਿਆਂ ਦੇ ਨਾਲ ਅੱਜ ਮੋਹਰੀ ਬਣ ਕੇ ਤੇ ਉਹ ਸਾਰੀ ਫਿਕਰ ਔਰ ਫਿਲਾਸਫੀ ਦਾ ਸਾਰਾ ਹੀ ਮੈਨੇ ਮਤਲਬ ਬਦਲ ਕੇ ਬੈਠ ਗਏ ਨੇ, ਜਦ ਕਿ ਸਾਡੀ ਫਿਕਰ ਹੋਰ ਹੈ। ਮੈਂ ਚਾਹੁੰਦਾ ਸੀ ਕਿ ਇਹ ਫਕੀਰ ਔਰ ਪੀਰ ਦਾ ਜਿਹੜਾ ਫਰਕ ਹੈ, ਔਰ ਪੰਜਾਬੀ ਜਿਹੜੀ ਫਕੀਰੀ ਦੀ ਰਵਾਇਤ ਹੈ ਉਹਨੂੰ ਅਸੀਂ ਸੂਫੀਜ਼ਮ ਕਹੀਏ ਜਾਂ ਫਕੀਰੀ ਰਵਾਇਤ ਕਹੀਏ, ਜੇ ਅਗਰ ਨਵਾਂ ਨਾਂ ਸੂਫੀਜ਼ਮ ਆ ਵੀ ਗਿਆ ਤੇ ਪਰ ਇਹਦੇ ਵਿੱਚ ਥੋੜਾ ਫਰਕ ਤੇ ਹੋਏਗਾ ਨਾ, ਉਹ ਫਰਕ ਸਾਨੂੰ ਦੱਸੋ। ਪੰਜਾਬ ਦਾ ਜਿਹੜਾ ਮਹਿਬੂਬ ਹੈ ਨਾ, ਉਹ ਜੋਗੀ ਹੈ। ਤੇ ਜਦੋਂ ਤਸੱਵੁਫ ਜਾਂ ਸੂਫੀ ਇੱਥੇ ਆਏ ਤੇ ਜਿਹੜਾ ਸਿਲਸਿਲਾ ਜਿਹਨੇ ਉਹਨੂੰ ਬਦਲਿਆ, ਜਿਹੜਾ ਨਵੇਂ ਰੂਪ ਵਿੱਚ ਉਹ ਜੋਗੀ ਆਇਆ, ਉਹ ਮਲਾਮਤੀ ਸਿਲਸਿਲਾ ਸੀ। ਅੱਛਾ, ਮਲਾਮਤੀ ਜਿਹੜਾ ਸਿਲਸਿਲਾ ਹੈ ਉਹਦੇ ਵਿੱਚ ਗੁੰਜਾਇਸ਼ ਹੀ ਨਹੀਂ ਗੱਦੀ ਨਸ਼ੀਨੀ ਦੀ, ਉਹਦੇ ਵਿੱਚ ਗੁੰਜਾਇਸ਼ ਹੀ ਨਹੀਂ ਕਿ ਉਹ ਦਰਬਾਰ ਦੇ ਨੇੜੇ ਜਾਏ, ਉਹਦੇ ਵਿੱਚ ਗੁੰਜਾਇਸ਼ ਹੀ ਨਹੀਂ ਕਿ ਉਹ ਬਾਦਸ਼ਾਹ ਦੇ ਨਾਲ ਜੁੜੇ। ਉਹ ਤਾਂ ਹੋ ਹੀ ਨਹੀਂ ਸਕਦਾ ਕਿ ਜਿਹੜਾ ਮਲਾਮਤੀ ਹੈ। ਵੇਖੋ ਨਾ, ਜਿਹੜੇ ਗੱਦੀ ਨਸ਼ੀਨ ਨੇ ਉਹ ਤੇ ਮੁਜਰੇ ਕਰਾਉਂਦੇ ਨੇ ਤੇ ਕੰਜਰੀਆਂ ਨਚਾਉਂਦੇ ਨੇ, ਤੇ ਜਿਹੜਾ ਮਲਾਮਤੀ ਉਹ ਤੇ ਕੰਜਰੀ ਬਣ ਕੇ ਨੱਚਦਾ ਹੈ। ਓ ਬਹੁਤ ਅੱਛਾ। ਨੱਕ ਵਿੱਚ ਸੋਹਣੀ ਨਥਲੀ ਪਾਈ ਤੇ ਕੰਨ ਵਿੱਚ ਪਾਈਆਂ ਡੰਡੀਆਂ, ਬੁੱਲੇ ਸ਼ਾਹ ਸਾਂ ਯਾਰ ਦੀ ਖਾਤਰ ਸਾਰੇ ਜੱਗ ਦੀਆਂ ਝੱਲੀਆਂ ਭੰਡੀਆਂ। ਤੇ ਉਹ ਜਿਹੜਾ ਦਰਬਾਰ ਦੇ ਨਾਲ ਜੁੜ ਗਿਆ, ਮੈਂ ਨਾਂ ਵੀ ਲੈ ਸਕਣਾ ਉਹਨਾਂ ਸੂਫੀਆਂ ਦਰਬਾਰਾਂ ਦੇ ਜਿਹੜੇ ਸ਼ੁਰੂ ਦੇ ਵਿੱਚ ਬਾਦਸ਼ਾਹਾਂ ਦੇ ਨਾਲ ਜੁੜੇ, ਔਰ ਫਿਰ ਉਹਨਾਂ ਸ਼ਹਿਰਾਂ ਦੀਆਂ ਚਾਬੀਆਂ ਹੱਥ ਵਿੱਚ ਫੜ ਲਈਆਂ ਤੇ ਉਹਨਾਂ ਕਿਹਾ ਹੁਣ ਜਿਹੜਾ ਅਗਲਾ ਸੂਬੇਦਾਰ ਆਏਗਾ
ਉਹ ਮੇਰੇ ਹੱਥ ਵਿੱਚੋਂ ਚਾਬੀ ਲਏਗਾ। ਤੇ ਬਹਾਉਦੀਨ ਜ਼ਿਕਰੀਆ ਮੁਲਤਾਨੀ ਦੇ ਜਿਹੜੇ ਵਾਰਿਸ ਸਨ, ਉਹਨਾਂ ਨੇ ਪਹਿਲੀ ਗੱਦੀ ਪੰਜਾਬ ਦੇ ਵਿੱਚ ਬਣਾਈ। ਉਸ ਤੋਂ ਪਹਿਲਾਂ ਜਿਹੜੇ ਸਾਡੇ ਜਿੰਨੇ ਫਕੀਰ ਸਨ ਉਹਨਾਂ ਦੀਆਂ ਗੱਦੀਆਂ ਨਹੀਂ ਬਣੀਆਂ। ਅੱਛਾ, ਫਿਰ ਜਿਸ ਵਕਤ ਉਹ ਗੱਦੀਆਂ ਬਣੀਆਂ, ਉਹ ਸਿਆਸਤ ਦੇ ਨਾਲ ਰਲ ਗਏ, ਫਿਰ ਉਹ ਇੱਕ ਕਿਸਮ ਦੀ ਕਮਰਸ਼ੀਅਲਿਜ਼ਮ ਉਹਦੇ ਵਿੱਚ ਆ ਗਿਆ, ਲਾਲਚ ਆ ਗਿਆ, ਜ਼ਗੀਰਾਂ ਆ ਗਈਆਂ, ਜ਼ਮੀਨਦਾਰੀਆਂ ਆ ਗਈਆਂ। ਬਾਬਾ ਫਰੀਦ ਦੀ ਜਿਸ ਦਿਨ ਡੈਥ ਹੋਈ ਤੇ ਬਾਬਾ ਫਰੀਦ ਦੇ ਘਰ ਦੇ ਵਿੱਚ ਇੰਨੇ ਪੈਸੇ ਨਹੀਂ ਸਨ, ਉਹਦੀ ਔਲਾਦ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹਦੀ ਕਬਰ ਦੇ ਵਿੱਚ ਜਿਹੜੀਆਂ ਇੱਟਾਂ ਰੱਖਣੀਆਂ ਸਨ ਉਹ ਕੋਈ ਨਹੀਂ ਸਨ। ਤੇ ਉਹਨਾਂ ਦੇ ਇੱਕ ਘਰ ਦੀ ਜਿਹੜੀ ਕੰਧ ਸੀ ਉਹ ਢਾਈ ਗਈ ਤੇ ਉਹ ਇੱਟਾਂ ਜਿਹੜੀਆਂ ਸਨ ਉਹਨਾਂ ਦੀ ਕਬਰ ਵਿੱਚ ਰੱਖੀਆਂ ਗਈਆਂ। ਤੇ ਫਿਰ ਉਹ ਵੇਲਾ ਵੀ ਆਇਆ ਕਿ ਅਸੀਂ ਵੇਖਦੇ ਹਾਂ ਕਿ ਉਸੇ ਘਰ ਦੇ ਕੋਲ ਇੰਨੀਆਂ ਜ਼ਗੀਰਾਂ ਮਿਲ ਗਈਆਂ। ਜਦੋਂ ਉਹ ਬਾਦਸ਼ਾਹਾਂ ਦੇ ਨਾਲ ਰਲ ਗਏ ਤੇ ਫਿਰ ਉਹ ਕੀ ਤੋਂ ਕੀ ਹੋ ਗਏ। ਫਿਰ ਅਸੀਂ ਇੱਕ ਹੋਰ ਉਹਦਾ ਰੰਗ ਵੇਖਦੇ ਹਾਂ ਕਿ ਇਹਨਾਂ ਜਦੋਂ ਇੱਕ ਪੀਰ ਬਣ ਗਏ, ਲੋਕ ਗੱਦੀ ਨਸ਼ੀਨ ਬਣ ਗਏ, ਸਿਆਸਤ ਦੇ ਵਿੱਚ ਰਲ ਗਏ। ਤੇ ਸਾਡਾ ਇੱਕ ਬੜਾ ਮਸ਼ਹੂਰ ਵਾਕਿਆ ਹਿਸਟਰੀ ਦਾ ਜਲਿਆਂਵਾਲਾ ਬਾਗ। ਕੁਝ ਲੋਕ, ਮਾਸੂਮ ਲੋਕ, ਇੱਕ ਦਿਨ ਵਿਸਾਖੀ ਦਾ ਮੇਲਾ ਮਨਾ ਰਹੇ ਸਨ ਉਸ ਬਾਗ ਦੇ ਵਿੱਚ। ਤੇ ਅੰਗਰੇਜ਼ਾਂ ਨੂੰ ਇੰਝ ਲੱਗ ਰਿਹਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਬਗਾਵਤ ਚੱਲ ਰਹੀ ਸੀ ਪੰਜਾਬ ਦੇ ਵਿੱਚ, ਥੋੜ੍ਹੀ ਜਿਹੀ ਅਨਰੈਸਟ ਸੀ ਪੋਲੀਟੀਕਲੀ। ਲੋਕੀ ਅਵੇਅਰ ਹੋ ਰਹੇ ਸਨ ਕਿ ਇਹ ਸਾਡੇ ਨਾਲ ਗਲਤ ਹੋ ਰਿਹਾ ਹੈ, ਜਿਹੜਾ ਹਾਕਮ ਹੈ ਬਾਹਰੋਂ ਆਇਆ ਇਹਨੂੰ ਬਾਹਰ ਕੱਢ ਦੇਣਾ ਚਾਹੀਦਾ। ਤੇ ਛੋਟੀਆਂ ਛੋਟੀਆਂ ਬਗਾਵਤਾਂ ਹੋ ਰਹੀਆਂ ਸਨ ਤੇ ਅੰਗਰੇਜ਼ਾਂ ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ। ਤੇ ਉਹਨਾਂ ਨੇ ਉਸ ਜਲਿਆਂਵਾਲਾ ਬਾਗ ਦੀ ਉਸ ਵਿਸਾਖੀ ਨੂੰ ਵੀ ਸਮਝਿਆ ਕਿ ਇਹ ਸ਼ਾਇਦ ਸਿਆਸੀ ਜਲਸਾ ਜਾਂ ਕੋਈ ਪਲੈਨਿੰਗ ਵਾਸਤੇ ਇਹ ਲੋਕ ਇਕੱਠੇ ਹੋਏ ਨੇ। ਤੇ ਉੱਥੇ ਗੋਲੀ ਚਲਾ ਦਿੱਤੀ ਔਰ ਮਾਸੂਮ ਲੋਕ, ਭਾਵੇਂ ਉਹ ਮੁਸਲਮਾਨ ਸਨ, ਭਾਵੇਂ ਹਿੰਦੂ ਸਨ, ਭਾਵੇਂ ਸਿੱਖ ਸਨ, ਉਹ ਸਾਰੇ ਉੱਥੇ ਕਤਲ ਹੋ ਗਏ ਲੋਕ। ਔਰ ਇੱਕ ਖੂਹ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ, ਪੂਰਾ ਖੂਹ ਭਰ ਦਿੱਤਾ। ਤੇ ਸਾਡੇ ਉਹਨਾਂ ਗੱਦੀ ਨਸ਼ੀਨ ਪੀਰਾਂ ਨੂੰ ਯੂਜ਼ ਕੀਤਾ ਗਿਆ। ਜਿਸ ਵਕਤ ਉਹ ਡਵਾਇਰ ਜਿਹੜਾ ਗਵਰਨਰ ਸੀ, ਲੈਫਟੀਨੈਂਟ ਗਵਰਨਰ, ਜਿਹਦੇ ਕਹਿਣ ਦੇ ਉੱਤੇ ਉਹ ਕਤਲੇਆਮ ਹੋਇਆ ਤੇ ਪੂਰੇ ਯੂਰਪ ਦੇ ਵਿੱਚ ਉਸ ਵੇਲੇ ਬੜਾ ਰੌਲਾ ਪਿਆ। ਉਸ ਵੇਲੇ ਦੇ ਹਿਸਾਬ ਨਾਲ ਜਿੰਨਾ ਮੀਡੀਆ ਨੂੰ ਪਤਾ ਲੱਗਾ ਤੇ ਉਹਨਾਂ ਕਿਹਾ ਕਿ ਯਾਰ ਕੁਝ ਮਾਸੂਮ ਲੋਕ ਆਪਣਾ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਹਨਾਂ ਸਾਰਿਆਂ ਲੋਕਾਂ ਨੂੰ ਗੋਲੀ ਚਲਾ ਕੇ ਤੇ ਤੁਸੀਂ ਕਤਲ ਕਰ ਦਿੱਤਾ। ਤੇ ਉਹ ਜਿਹੜਾ ਫਰਾਂਸਿਸ ਉਹ ਡਵਾਇਰ ਸੀ, ਉਹ ਜਦੋਂ ਰਿਟਾਇਰ ਹੋਇਆ ਤੇ ਸਾਡੇ ਉਹ ਸਾਰੇ ਗੱਦੀ ਨਸ਼ੀਨ ਪੀਰ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਅੱਜ ਤੁਸੀਂ ਵੇਖਦੇ ਹੋ, ਇਹ ਕਿਵੇਂ, ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਔਰ ਅੱਜ ਦੇ ਨਾਲ ਵੀ, ਅੱਜ ਦੀ ਔਰਤ ਦੇ ਨਾਲ ਜੋੜ ਕੇ ਵੀ, ਔਰ ਉਹ ਔਰਤ ਕਿਹੋ ਜਿਹੀ ਹੈ, ਉਹ ਔਰਤ ਕੌਣ ਹੈ, ਔਰ ਉਹ ਕਿਸ ਤਰ੍ਹਾਂ ਜੀਵਨ ਦੇ ਨਾਲ ਹਮ ਕਲਾਮ ਹੋ ਰਹੀ ਹੈ, ਖੇਡ ਰਹੀ ਹੈ। ਜਿਹੜੇ ਫਕੀਰ ਔਰਤ ਹੋ ਕੇ ਕਿਉਂ ਲਿਖ ਰਹੇ ਨੇ, ਇਹ ਗੱਲ ਜ਼ਰਾ ਥੋੜ੍ਹੀ ਜਿਹੀ ਖੋਲ੍ਹੋ। ਵੇਖੋ, ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਬਹੁਤ ਫਰੋਲਣ ਵਾਲੀ ਗੱਲ ਹੈ। ਵੇਖੋ, ਜਿਹੜੀਆਂ ਇਨਸਾਨ ਦੀਆਂ ਪੀੜਾਂ ਨੇ ਨਾ, ਉਹਨਾਂ ਵਿੱਚ ਦੋ ਪੀੜਾਂ ਐਸੀਆਂ ਨੇ ਕਿ ਜਿਹੜੀਆਂ ਮਰਦ ਨਹੀਂ ਸਹਿੰਦਾ। ਇੱਕ ਪੀੜ ਤੇ ਜੰਮਣ ਪੀੜ, ਜਿਹਨੂੰ ਅਸੀਂ ਕਹਿੰਦੇ ਹਾਂ ਬੱਚਾ ਜੰਮਣ ਦੀ ਪੀੜ, ਇੱਕ ਮਾਪਿਆਂ ਦਾ ਘਰ ਛੱਡਣ ਦੀ ਪੀੜ। ਇਹ ਦੋ ਪੀੜਾਂ ਬਹੁਤ ਅੱਛੀ, ਬਹੁਤ ਅੱਛੀ। ਹਿਜਰ ਦੀ ਜਿਹੜੀ ਦੂਰ ਜਾਵਣ ਦੀ। ਤੇ ਜਿਹੜਾ ਸੂਫੀ ਹੈ ਉਹ ਸਾਰੀਆਂ ਪੀੜਾਂ ਜਰਦਾ ਤੇ ਸਾਰੀਆਂ ਪੀੜਾਂ ਔਰਤ ਜਣਦੀ ਹੈ, ਜਰਦੀ ਹੈ। ਇਸ ਵਾਸਤੇ ਉਹਨੇ ਔਰਤ ਬਣ ਕੇ ਸ਼ਾਇਰੀ ਕੀਤੀ। ਔਰ ਫਿਰ ਔਰਤ ਵੀ ਆਮ ਔਰਤ ਬਣ ਕੇ ਨਹੀਂ ਸ਼ਾਇਰੀ ਕੀਤੀ, ਹੀਰ ਬਣ ਕੇ ਸ਼ਾਇਰੀ ਕੀਤੀ। ਹੀਰ ਜਿਹੜੀ ਹੈ ਉਹ ਹੁਸਨ ਇਸ਼ਕ ਵੀ ਕਰਦੀ ਹੈ, ਉਹ ਵਸਾਲ ਵੀ ਹੈ ਉਹਦੇ ਵਿੱਚ, ਉਹ ਸਾਰਾ ਕੁਝ ਵੀ ਹੈ, ਪਰ ਉਹ ਨਾਬਰ ਵੀ ਹੈ, ਉਹ ਬਾਗੀ ਵੀ ਹੈ, ਉਹ ਬਗਾਵਤ ਵੀ ਕਰਦੀ ਹੈ। ਜਿਸ ਵਕਤ ਬੁੱਲੇ ਸ਼ਾਹ ਵੇਖਦਾ ਹੈ ਕਿ ਔਰੰਗਜ਼ੇਬ ਆਲਮਗੀਰ ਦੇ ਜ਼ਮਾਨੇ ਵਿੱਚ ਸ਼ਰੀਅਤ ਜਿਹੜੀ ਹੈ ਜ਼ਬਰਦਸਤੀ ਲਾਗੂ ਕੀਤੀ ਜਾਂਦੀ ਹੈ, ਫਿਰ ਉਹ ਰਿਐਕਟ ਕਰਦਾ ਹੈ। ਫੂਕ ਮਸੱਲਾ ਭੰਦੇ ਲੋਟਾ, ਨਾ ਫੜ ਤਸਬੀਹ ਆਸਾ ਸੋਟਾ, ਆਸ਼ਿਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲ ਨੂੰ ਖਾ ਮੁਰਦਾਰ। ਇਸ਼ਕ ਦੀ ਨਵੀਂ ਬਹਾ, ਕਿ ਉਹ ਫਿਰ ਬਗਾਵਤ ਵੀ ਕਰਦਾ ਹੈ। ਨਿਰਾ ਪਿਆਰ ਨਹੀਂ, ਨਿਰਾ ਪ੍ਰੇਮ। ਇੱਕ ਪਾਸੇ ਆਪਣੇ ਸੱਜਣ ਦੇ ਨਾਲ ਪਲੰਗ ਵਿਛਾ ਕੇ ਸੌਂ ਨਹੀਂ ਜਾਂਦਾ। ਉਹ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਕਿ ਜਿਵੇਂ ਜਗਾ ਵੀ ਰਿਹਾ ਲੋਕਾਂ ਨੂੰ, ਕਰਕਤਨ ਵੱਲ ਧਿਆਨ ਕੁੜੇ, ਜਾਂ ਚਰਖਾ, ਜਿਹੜੀ ਚਰਖੇ ਦੀ ਰਮਜ਼ ਹੈ, ਚਰਖਾ ਮੇਰਾ ਰੰਗੜਾ ਤ੍ਰਿੰਜਣ ਵੀ ਹੈ, ਔਰਤ ਵੀ ਹੈ, ਤੇਰੀ ਕੱਤਣ ਵਾਲੀ ਜੀਵੇ ਤੇਰੀ। ਇਹ ਸਾਰਾ ਕੀ ਹੈ? ਇੱਕ ਮੁਸਲਸਲ ਮੂਵਮੈਂਟ, ਮੁਸਲਸਲ ਚੱਲਦਿਆਂ ਰਹਿਣਾ। ਜਿੱਥੇ ਜ਼ੁਲਮ ਵੇਖੋ ਉੱਥੇ ਡਟ ਜਾਓ। ਪਰ ਜੇ ਨਾਰਮਲ ਹਾਲਾਤ ਨੇ ਤਾਂ ਫਿਰ ਪ੍ਰੇਮ ਹੀ ਪ੍ਰੇਮ ਹੈ। ਫਿਰ ਪ੍ਰੇਮ ਦੇ ਵਿੱਚ ਹੀ ਜੀਵੋ, ਕਿਸੇ ਨਾਲ ਨਫ਼ਰਤ ਨਾ ਕਰੋ, ਸਭ ਪਿਆਰ ਵੰਡੋ। ਤੇ ਫਿਰ ਜਿਸ ਤਰ੍ਹਾਂ ਹੁੰਦਾ ਕਿ ਵੰਡ ਖਾਓ ਤੇ ਖੰਡ ਖਾਓ, ਰਲ ਕੇ ਰਵੋ।
ਸਭ ਰੱਬ ਦਾ ਤੇ ਰੱਬ ਸਭ ਦਾ, ਫਿਰ ਸਾਰਾ ਕੁਝ ਇੱਕ ਹੋ ਜਾਂਦਾ। ਜਿਸ ਤਰ੍ਹਾਂ ਵਾਹਦਤੁਲ ਵਜੂਦ ਹੈ, ਏਕਤਾ ਹੈ, ਔਰ ਉਹਦੇ ਵਿੱਚ ਹੀ ਫਿਰ ਤੁਹਾਡਾ ਜੀਵਨ ਹੈ ਸਾਰਾ। ਤੇ ਔਰਤ ਬਣ ਕੇ ਸ਼ਾਇਰੀ ਕਰਨ ਦਾ ਸਿਰਫ ਪੰਜਾਬ ਹੀ ਨਹੀਂ, ਸਾਡੀ ਪੂਰੀ ਇੰਡੀਆ ਦੇ ਆਸੇ-ਪਾਸੇ ਤੁਸੀਂ ਜਿੰਨੀਆਂ ਜ਼ੁਬਾਨਾਂ ਨੇ, ਲੋਕ ਧਰਤੀ ਦੀਆਂ ਜ਼ੁਬਾਨਾਂ, ਉਹਨਾਂ ਸਾਰੀਆਂ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਪੁਰਾਣੇ ਸ਼ਾਇਰ ਸਨ, ਉਹਨਾਂ ਸਾਰਿਆਂ ਨੇ ਔਰਤ ਬਣ ਕੇ, ਭਾਵੇਂ ਬੰਗਾਲ ਹੈ, ਸਿੰਧ ਹੈ, ਜਿੱਥੇ ਵੀ ਤੁਸੀਂ ਵੇਖੋ, ਉਹ ਸਾਰੀਆਂ ਔਰਤ ਬਣ ਕੇ ਇਸ਼ਾਰੀਆਂ ਕਰਦੇ ਨੇ ਕਿ ਆਪਣੇ ਆਪ ਨੂੰ ਔਰਤ ਦੇ ਰੂਪ ਦੇ ਵਿੱਚ ਵੇਖਦੇ ਨੇ। ਔਰ ਦੂਸਰਾ, ਔਰਤ ਕਿਉਂਕਿ ਜ਼ਿੰਦਗੀ ਨੂੰ ਜਨਮ ਦਿੰਦੀ ਹੈ, ਉਹਦੀ ਕੁੱਖੋਂ ਜ਼ਿੰਦਗੀ, ਉਹ ਮੌਤ ਚੋਂ ਲੰਘ ਕੇ ਜ਼ਿੰਦਗੀ, ਉਹਦੇ ਨਾਲ ਹੀ ਉਹਦੀ ਕਦਰ ਹੈ, ਉਹਦੀ ਉਹ ਢਿੱਡ 'ਚ ਵੀ ਉਸ ਨੂੰ ਸੁਣਦੀ ਹੈ। ਮੈਨੂੰ ਤਾਂ ਇੰਝ ਲੱਗਦਾ ਕਿ ਇਹ ਕਾਇਨਾਤ ਹੈ, ਧਰਤੀ ਹੈ, ਫਿਤਰਤ ਹੈ, ਕੁਦਰਤ ਹੈ, ਹਸਤੀ ਹੈ, ਜ਼ਮੀਨ ਹੈ, ਜ਼ਿੰਦਗੀ ਹੈ, ਮੌਤ ਹੈ, ਸਾਰਾ ਕੁਝ ਹੀ ਮੁਅੰਨਸ ਹੈ, ਇਹ ਜਿੰਨੇ ਲਫ਼ਜ਼ ਨੇ। ਤੋ ਇੰਝ ਲੱਗਦਾ ਕਿ ਇਹ ਜਿਹੜਾ ਇੱਕ ਫੈਮਿਨਨ ਇੱਕ ਕਹਿ ਲਓ ਕਿ ਹੋਣ ਜਿਹੜਾ ਨਾ, ਔਰਤ ਹੋਣ ਹੈ, ਉਹ ਇੰਝ ਲੱਗਦਾ ਜ਼ਿੰਦਗੀ ਦਾ ਗੂੜਾ ਦਰਦ ਜਾਂ ਅਹਿਸਾਸ, ਉਸ ਦੀ ਪੀੜ ਨੂੰ, ਉਸ ਮਰਦ ਦੀ ਸਾਰੀ ਕਥਾ ਕਹਾਣੀ ਨੂੰ ਵੀ, ਜ਼ਿੰਦਗੀ ਦੇ ਨਾਲ ਬੀਤ ਵਰਤਨ ਦੀ ਜਿਹੜੀ ਕਥਾ ਹੈ ਉਹ ਵੀ, ਔਰ ਉਹਦੇ ਅੰਦਰ ਜਿਹੜਾ ਸਿਦਕ ਹੈ, ਸਬਰ ਹੈ, ਇੰਤਜ਼ਾਰ ਹੈ। ਸੋ ਇੰਝ ਲੱਗਦਾ ਕਿ ਜ਼ਿੰਦਗੀ ਦੀ ਸਾਰੀ ਬੜੌਤਰੀ ਦਾ ਜਿਹੜਾ ਸਫ਼ਰ ਹੈ ਉਹ ਵੀ ਔਰਤ ਨਾਲ ਜੁੜਿਆ ਹੈ, ਔਰ ਔਰਤ ਨੇ ਜਾਂ ਮੁਅੰਨਸਾਂ ਨੇ ਇਹ ਸਾਰਾ ਮੇਲਾ ਲਾਇਆ ਹੈ। ਤੇ ਔਰਤ ਦੀ ਇੱਕ ਖਾਸ ਫਿਕਰ ਜਿਹੜੀ ਉਹਦੀ, ਜਿਵੇਂ ਹੀਰ ਦੀ ਤੁਸੀਂ ਗੱਲ ਕੀਤੀ ਹੈ, ਬੜੀ ਵਧੀਆ ਗੱਲ, ਕਿ ਹੀਰ ਆਪਣਾ ਸਿਦਕ, ਆਪਣਾ ਇਸ਼ਕ, ਆਪਣਾ ਸੱਚ ਵਿਆਹਣ, ਆਪਣੀ ਖੁੱਲ੍ਹ ਦੀ ਵੀ ਗੱਲ ਕਰਦੀ ਹੈ, ਉਹ ਸਾਰੀ ਕਦਰ ਦੀ ਵੀ ਗੱਲ ਕਰਦੀ ਹੈ, ਕਬੂਲੀਅਤ ਦੀ ਵੀ ਗੱਲ ਕਰਦੀ ਹੈ, ਲੇਕਿਨ ਉਹ ਆਪਣੇ ਇਸ਼ਕ ਵਾਸਤੇ, ਆਪਣੇ ਸੱਚ ਵਾਸਤੇ, ਆਪਣੀ ਖੁੱਲ੍ਹ ਵਾਸਤੇ, ਆਪਣੀ ਹੋਵਣ ਦੇ ਹੱਕ ਵਾਸਤੇ ਵੀ ਉਹ ਖੜੀ ਹੈ। ਸੋ ਮੈਨੂੰ ਇੰਝ ਲੱਗਦਾ ਕਿ ਇਸ਼ਕ ਦੀ ਜਿਹੜੀ ਪੀੜਾ ਹੈ ਉਹ ਔਰਤ, ਅਸੀਂ ਕਹਿੰਦੇ ਕੋਈ ਵੱਡਾ ਕੋਈ ਦੁੱਖ ਹੋਵੇ ਤਾਂ ਸਾਡੇ ਮੂੰਹ 'ਚੋਂ ਮਾਂ ਦੇ ਲਈ, ਮਾਂ ਆਏ, ਸਾਰਾ ਹਾੜਾ ਦਰਦ ਉਹ ਮਾਂ ਵਾਸਤੇ ਸਮਝਦਾ। ਸੋ ਇੰਝ ਲੱਗਦਾ ਕਿ ਉਹ ਮਾਵਾਂ ਵਰਗਾ ਅਹਿਸਾਸ ਵਰਤਾਉਣ ਦੀ ਗੱਲ ਵੀ ਹਾਂਜੀ, ਰੱਬ ਦਾ ਹੁਕਮ, ਇਹ ਉਹ ਮਾਵਾਂ ਵਰਗਾ ਅਹਿਸਾਸ ਵਰਤਾਉਣ ਦੀ ਗੱਲ ਵੀ ਉਸੇ ਫਿਕਰ ਦੇ ਵਿੱਚ ਆ ਜਾਂਦੀ ਹੈ। ਧਰਤੀ ਦੇ ਨਾਲ, ਧਰਤੀ ਮਾਂ ਨਾਲ ਜੁੜਨ ਦੀ ਵੀ ਔਰਤ ਦੀ ਹੈ। ਸੋ ਇਹ ਗੱਲ ਅੱਗੇ ਅਸੀਂ ਵਧਾਉਂਦੇ ਜੀ। ਅਸੀਂ ਬਾਅਦ 'ਚ ਕੁਐਸਚਨ ਆਨਸਰ ਦੇਵਾਂਗੇ। ਹੁਣ ਮੈਂ ਇਕਬਾਲ ਕੈਸਰ ਹੋਰਾਂ ਨੂੰ ਕਹਾਂਗਾ, ਕਿਉਂਕਿ ਇਹਨਾਂ ਦੀ ਕਿਤਾਬ ਵੀ ਹੈ, ਖਾਸ ਤੌਰ 'ਤੇ ਸਿੱਖ ਸ਼ਰਾਇਨ ਜਿਹੜੇ ਪੰਜਾਬ, ਉਹਨਾਂ ਦੇ ਉੱਤੇ ਵੀ, ਔਰ ਬਾਬੇ ਨਾਨਕ ਦੇ ਉੱਤੇ ਇਹਨਾਂ ਦਾ ਕੰਮ ਹੈ, ਔਰ ਸਿੱਖ ਮੱਤ 'ਤੇ ਬਹੁਤ ਇਹਨਾਂ ਦੀ ਪੜ੍ਹਤ ਹੈ। ਬਾਬਾ ਨਾਨਕ ਔਰ ਖਾਸ ਤੌਰ 'ਤੇ ਬੁੱਲੇ ਸ਼ਾਹ ਦੇ ਉੱਤੇ ਵੀ, ਇਹ ਦੋਵੇਂ ਫਕੀਰਾਂ, ਦੋਵੇਂ ਸ਼ਾਇਰਾਂ, ਉਹ ਨਾਨਕ ਸ਼ਾਹ ਫਕੀਰ ਨੇ, ਇਹ ਬੁੱਲੇ ਸ਼ਾਹ ਫਕੀਰ ਨੇ। ਸੋ ਉਹ ਜਿਹੜੀ ਇੱਕ ਤੇ ਨਾਨਕ ਦੇ ਵੇਲੇ 'ਚ, ਔਰ ਉਹਦਾ ਅੱਜ ਵੀ ਉਸ ਦੇ ਨਾਂ ਦੇ ਤੁਹਾਨੂੰ ਪਤਾ ਹੈ ਇੱਕ ਬਹੁਤ ਵੱਡੀ ਮਾਨਤਾ ਹੈ ਜ਼ਿੰਦਗੀ 'ਚ, ਔਰ ਉਹ ਲੋਕ ਲੱਗੇ ਵੀ ਹੋਏ ਨੇ ਚੜ੍ਹਦੇ ਪੰਜਾਬ 'ਚ, ਪੂਰੀ ਦੁਨੀਆ 'ਤੇ। ਸੋ ਬਾਬੇ ਨਾਨਕ ਦੀ ਔਰ ਬੁੱਲੇ ਦੀ ਫਿਕਰ ਨੂੰ ਲੈ ਕੇ ਅੱਜ ਦੇ ਨਾਲ ਜੋੜਨ ਦੀ ਥੋੜੀ ਗੱਲ ਜਿਹੜੀ ਹੈ, ਉਹ ਤੁਸੀਂ ਕਿਵੇਂ ਵੇਖਦੇ ਹੋ? ਪੜ੍ਹੋ ਕੁਛ ਉੱਤੇ, ਕੁਛ ਸ਼ੇਰ पढ़ दो जी। अफजल साहब बहुत शुक्रिया। अर्ज़ की है कि अगर असी बाबे नानक नूं देखने तो बाबे नानक दा ज़माना, फिर उस तो बाद बाबे नानक का एक पूरा सफ़र, और इस पूरे सफ़र दे विच उन्होंने अमली तौर पर की कीता। अमन, शांति, लोगों को नाल लैके चलन का एक बहुत बड़ा उपराला है उन्हों का। तो की है कि अगर असी सूफीज़म की गल कर लें तो नाथ जोगियां तो लैके बाबे नानक तक आने होया एक लंबा सफ़र है, और इस सफ़र दे विच इत्थे ज़मीन के उत्ते बहुत सारिया तब्दीलियां आईयां, बाहरों हुक्मरान आए, हमलावर आए, बहुत सारे लोग मारे गए, नवे पैदा होए, नवे मज़ाहब इत्थे आए, और उन्हां दे दरमियान एक लाइन भी खिंची गई, मुस्लिम, नॉन मुस्लिम, नॉन हिंदू, फला फला। बाबे नानक ने जिहड़ा सब तो वड्डा इत्थे काम किया वो ये सी, सब तो जिहड़ी अहम गल है कि उन्होंने हिंदुस्तान के सारे अदब की इंथोलॉजी इकट्ठी की। बाबा फरीद तो लैके 5 मुसलमान सूफिया ने जिन्हां दा कलाम सिखां दी मजहबी किताब गुरु ग्रंथ साहब दे विच मौजूद है। 5 मुसलमान सूफिया तो इलावा तकरीबन कोई 6
ਤੇ ਕਰੀਬ ਹਿੰਦੂ ਸੂਫੀਆ ਨੇ ਜਿਨ੍ਹਾਂ ਦਾ ਕਲਾਮ ਗ੍ਰੰਥ ਦੇ ਵਿੱਚ ਮੌਜੂਦ ਹੈ। ਫਿਰ ਆਪਣੇ ਗੁਰੂਆਂ ਦਾ ਕਲਾਮ ਮੌਜੂਦ ਹੈ। ਸੋ ਉਹ ਕਿਤਾਬ ਜਿਹੜੀ ਹੈ ਉਹਨੂੰ ਉਹਨਾਂ ਨੇ ਆਪਣੇ ਉਸ ਬੁਨਿਆਦੀ ਫਲਸਫੇ ਦੇ ਉੱਤੇ ਕਿ ਜਿਹੜਾ ਸਿਰਫ ਇਨਸਾਨੀਅਤ ਦਾ ਫਲਸਫਾ ਹੈ, ਉਹਦੇ ਉੱਤੇ ਇਸ ਖਿੱਤੇ ਦੀ ਜਿਹੜੀਆਂ ਰੀਤਾਂ ਸਨ, ਉਹ ਮਜ਼ਹਬੀ ਰੀਤਾਂ, ਉਹ ਰਲ ਬਹਿਣ ਦੀ ਰੀਤ ਜਿਹੜੀ ਹੈ ਉਹਨੂੰ ਲੈ ਕੇ ਚੱਲੇ ਔਰ ਉਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ। ਬਾਬਾ ਨਾਨਕ ਬਜ਼ਾਤੇ ਖੁਦ ਜੋ ਕਹਿੰਦੇ ਨੇ, ਉਹਨਾਂ ਦਾ ਇੱਕ ਮੂਲ ਮੰਤਰ ਜਿਹਨੂੰ ਤੁਸੀਂ ਇਹ ਕਹੋ ਕਿ ਉਹਨਾਂ ਦਾ ਬੁਨਿਆਦੀ ਕਲਮਾ, ਸਿੱਖਾਂ ਦਾ ਬੁਨਿਆਦੀ ਕਲਮਾ ਕੀ ਹੈ ਜਿਹੜਾ ਕਿ ਬਾਬੇ ਨਾਨਕ ਇਹਨਾਂ ਨੂੰ ਦਿੱਤਾ, ਉਹ ਹੈ ਮੂਲ ਮੰਤਰ। ਮੂਲ ਮੰਤਰ ਕੀ ਹੈ? ਏਕ ਓਂਕਾਰ ਯਾਨੀ ਅੱਲਾ ਇੱਕ ਹੈ, ਸਤਨਾਮ ਉਹਦਾ ਨਾਮ ਸੱਚਾ ਹੈ, ਕਰਤਾ ਪੁਰਖ ਉਹ ਤਖਲੀਕੇ ਕਾਇਨਾਤ ਕਰਨ ਵਾਲਾ ਹੈ, ਨਿਰਭਉ ਉਹ ਕਿਸੇ ਕੋਲੋਂ ਡਰਦਾ ਨਹੀਂ, ਨਿਰਵੈਰ ਉਹ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ, ਅਕਾਲ ਮੂਰਤ ਉਹਦੇ ਹੋਣ ਦਾ ਅੰਦਾਜ਼ਾ ਹੀ ਨਹੀਂ ਕਿ ਕਦੋਂ ਤੋਂ ਹੈ, ਅਕਾਲ ਮੂਰਤ ਅਜੂਨੀ ਸਹਿਬੰਗ ਉਹਨੂੰ ਕਦੇ ਮੌਤ ਨਹੀਂ ਆਏਗੀ, ਗੁਰਪ੍ਰਸਾਦ ਉਹ ਤਮਾਮ ਗੁਰੂਆਂ ਤੋਂ ਵੱਡਾ ਗੁਰੂ ਹੈ। ਇਹ ਹੈ ਉਹ ਬੁਨਿਆਦੀ ਫਲਸਫਾ ਜਿਹਦੇ ਉੱਤੇ ਇਹ ਪੂਰਾ ਸਿੱਖ ਮਜ਼ਹਬ ਖਲੋਤਾ ਹੈ ਜਾਂ ਇਹਦਾ ਬਾਬੇ ਨਾਨਕ ਨੇ ਲੈ ਕੇ। ਫਿਰ ਕਹਿੰਦੇ ਨੇ ਕਿ ਜਪ ਯਾਨੀ ਤਸਬੀਹ ਕਰ, ਬੋਲ ਕੀ ਜਪਣਾ ਕੀ ਹੈ? ਆਦ ਸੱਚ, ਸ਼ੁਰੂ ਤੋਂ ਇਹੀ ਸੱਚਾਈ ਹੈ, ਜੁਗਾਦ ਸੱਚ, ਅੱਜ ਵੀ ਇਹੀ ਸੱਚਾਈ ਮੌਜੂਦ ਹੈ, ਨਾਨਕ ਹੋਸੀ ਵੀ ਸੱਚ। ਜਦੋਂ ਬਾਅਦ ਚ ਦੇਖੋਗੇ ਤੇ ਫਿਰ ਵੀ ਇਹੀ ਸੱਚਾਈ ਬਰਾਬਰ ਹੋਏਗੀ। ਕਿਹੜੀ? ਕਿ ਏਕ ਓਂਕਾਰ ਸਤਨਾਮ ਉਹ ਇੱਕ ਹੈ ਤੇ ਉਹਦਾ ਨਾਮ ਸੱਚਾ ਹੈ। ਤੇ ਜਦੋਂ ਉਹ ਇੱਕ ਹੈ ਤੇ ਫਿਰ ਉਹਦੀ ਸਾਰੀ ਕਾਇਨਾਤ, ਉਹਦੀ ਸਾਰੀ ਤਖਲੀਕ ਵੀ ਇੱਕ ਹੈ। ਇਸੇ ਵਾਸਤੇ ਉਹ ਕਹਿੰਦਾ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਪੁੱਛਿਆ ਕੌਣ ਭਲੇ ਕੋ ਬੰਦੇ। ਚਾਹੇ ਕੋਈ ਬੁਰਾ ਹੈ, ਕੋਈ ਚੰਗਾ ਹੈ, ਮੰਦਾ ਹੈ, ਉਹ ਉਸੇ ਨੂਰ 'ਚ ਪੈਦਾ ਹੋਇਆ ਹੈ। तमाम ਇਨਸਾਨ ਬਰਾਬਰ ਨੇ। ਤੇ ਇਸੇ ਵਾਸਤੇ ਬਾਬੇ ਵਾਰਿਸ ਨੇ ਕਿਹਾ ਸੀ, ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ। ਇਹ ਬਜ਼ੁਰਗਾਂ ਦੇ ਕੌਲ, ਇਹ ਫੁੱਲ ਨੇ, ਇਹ ਮਿੱਠੇ ਮੁਹੱਬਤ ਔਰ ਮਹਿਕ ਦੇਣ ਵਾਲੇ ਫੁੱਲ ਨੇ, ਇਹਨਾਂ ਨੂੰ ਨਫ਼ਰਤ ਦੀ ਅੱਗ 'ਚ ਨਾ ਸਾੜਿਆ ਜਾਵੇ। ਮੈਂ ਬਾਬੇ ਵਾਰਿਸ ਦੀ ਇਸੇ ਗੱਲ ਦੀ ਗੱਲ ਖਤਮ ਕਰਨਾ ਕਿ ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ। ਬਹੁਤ ਅੱਛੀ। ਕਿ ਹੋਰ ਸਿਨਫਾਂ ਨੇ, ਹੋਰ ਤਿਉਹਾਰ ਨੇ, ਹੋਰ ਅੰਗ ਨੇ, ਰੰਗ ਨੇ, ਸ਼ਾਇਰੀ ਦੇ ਜਿਨੇ ਉਹ ਵੀ, ਔਰ ਫਿਰ ਜਿੰਨਾ ਸਾਡਾ ਪੂਰੇ ਵਸੇਬ ਦੇ ਅੰਦਰ ਕਲਚਰ 'ਚ ਵੱਖੋ ਵੱਖ ਜਿਹੜੀਆਂ ਸ਼ਕਲਾਂ ਔਰ ਪਰਤਾਂ ਨੇ ਉਹ ਵੀ। ਸੋ ਉਹ ਜੋ ਕੁਝ ਪੰਜਾਬ ਦੀ ਰੂਹ ਹੈ, ਪੰਜਾਬ ਦੇ ਜੂਝ 'ਚ ਜਿਸ ਤਰ੍ਹਾਂ ਅਸੀਂ ਆਪਣਾ ਪੂਰੇ ਵਸੇਬ 'ਚ ਅਸੀਂ ਜਿਉਨੇ ਵਸਦੇ ਹਾਂ, ਔਰ ਜਿਹੜੇ ਸਾਡੀਆਂ ਖੁਸ਼ੀਆਂ, ਹਾਸੇ ਜਿਹਦੇ ਨਾਲ ਸਾਡੀ ਰੂਹ ਦੀ, ਜ਼ਿਹਨ ਦੀ ਔਰ ਸਮਾਜ ਦੀ ਤਰੱਕੀ ਹੁੰਦੀ ਹੋਵੇ, ਉਹਨਾਂ ਸਾਰੇ ਮਾਮਲਿਆਂ ਤੇ ਇਸੇ ਤਰ੍ਹਾਂ ਪਿੜ ਲੱਗਣੇ ਚਾਹੀਦੇ ਨੇ, ਇਸੇ ਤਰ੍ਹਾਂ ਮਹਿਫਲਾਂ ਹੋਣੀਆਂ ਚਾਹੀਦੀਆਂ ਨੇ, ਇਸੇ ਤਰ੍ਹਾਂ ਫੈਸਟੀਵਲ ਹੋਣੇ ਚਾਹੀਦੇ ਨੇ। ਔਰ ਪੰਜਾਬ ਆਰਟ ਕੌਂਸਲ ਨੇ ਅੱਜ ਦਾ ਇਹ ਫੈਸਟੀਵਲ ਕੀਤਾ ਹੈ, ਬਲਕਿ 2 ਦਿਨ ਦਾ, ਕੱਲ੍ਹ ਦਾ ਵੀ ਹੈ, ਹੁਣ ਥੋੜੀ ਦੇਰ ਬਾਅਦ ਸੰਗੀਤ ਦਾ ਸੈਸ਼ਨ ਹੋਏਗਾ। ਇਹਨਾਂ ਨੇ ਜਿਹੜਾ ਯਾਰ ਕੀਤਾ ਇਹਦੇ ਵਾਸਤੇ ਇੱਕ ਵਾਰੀ ਫਿਰ ਇਹਨਾਂ ਦੇ ਐਗਜ਼ੈਕਟਿਵ ਡਾਇਰੈਕਟਰ ਮਹਿਬੂਬ ਆਲਮ ਹੋਰਾਂ ਵਾਸਤੇ ਤਾੜੀਆਂ, ਜਾਂ ਪੰਜਾਬ ਆਰਟ ਕੌਂਸਲ ਵਾਸਤੇ ਤਾੜੀਆਂ।